Morning, ma'am. Very good morning, ji. Good morning. Good morning to all. How are you today? Okay. नहीं तुसी अपना आवाज अपना माइक और अपना कैमरा दोनों बंद करके रखो प्लीज। कैमरा बंद कर। ठीक है, अपनी आवाज अपना माइक आइडिया वगैरह ऑफ करके रखो। म्यूट करता हूँ। Okay, now let's start. तो क्लासा तो Today we are all are ready. तेरी लगी ना? नहीं मैम बोल Let's start. मम्मा फिर मैं आ काट बेटा अपना माइक्रोफोन ऑफ करो बेटा। फिर अपना तो ऑफ नहीं तो पता नहीं होगा। पता नहीं आवाज आ रही है स्टीरियो का एनालिसिस कर। सारे क्लासेस में प्लीज बेटा म्यूट योर माइक्रोफोन, योर साउंड इज कमिंग। अरे No. Somebody stay. No, I'll be done. Okay. Yeah, hello everyone. This side Dipinder Kalera, father of Inayat for class 1. Yes, sir. Good morning, sir. Good morning to all. Another sir, Dipinder sir, please अपना mic off करो. Okay. हेलो सर, गुड मॉर्निंग जी। मम्मा जी यार Okay, now let's start. Today we are here to discuss the National Education Policy 2020. As now the CBSE schools, they are going to start the implementing the new educational policy. So now let's see what are the new features, principles for this. Good morning, policy. ma'am. I am Aviraj Kavar's mother. Okay, ma'am. Very good morning. Please अपना microphone off करो. Please disturbance हो रही है. Okay, okay. Okay, now see, सब तो पहला आपका एजुकेशन जो नई एजुकेशनल पॉलिसी बनी है ਉਹਦੇ ਆਪਾਂ प्रिंसिपल्स डिस्कस करांगे। Yes, so here key principles of NEP. NEP means National Education Policy. First of all, पहला सब तो पहला जे ਆਪਾਂ ਗੱਲ ਕਰੀਏ ਜੋ ਆਪਣਾ ਐਜੂਕੇਸ਼ਨ ਸਿਸਟਮ ਪੁਰਾਣਾ ਸੀ ਟ੍ਰੈਡੀਸ਼ਨਲ ਮੈਥਡ ਨਾਲ ਚੱਲ ਰਿਹਾ ਸੀ ਉਹ ਸਾਰਾ ਕੁਝ ਹੀ ਰੀਸੈਟ ਕਰਕੇ ਉਹਨੂੰ ਨਵੇਂ ਤਰੀਕੇ ਨਾਲ ਫਰੇਮ ਕੀਤਾ। ਉਹਦਾ ਜ਼ਿਆਦਾ ਬੈਨੀਫਿਟ ਕੀ ਰਹੇਗਾ ਸਟੂਡੈਂਟਸ ਲਈ ਕਿ ਬੱਚਿਆਂ ਨੂੰ ਬੁਕਿਸ਼ ਲੈਂਗੁਏਜ ਦੇਣ ਦੇ ਨਾਲ ਬੱਚਿਆਂ ਨੂੰ ਪੂਰਾ ਵਰਲਡ ਦੀ ਨੌਲੇਜ ਦੇਣ ਦੇ ਨਾਲ हर एक चीज की नॉलेज दस रहे हैं जिवें आपां हर एक सबजैक्ट विच सब तो पहला जरूरी है कि बच्चा जिस कंट्री विच जिस स्टेट विच रह रहा जिस रिलीजन विच रह रहा उन्होंने अपनी लोकल जो भी उसदे आस पास लैंगुएज हैगी आ कल्चर हैगा नॉलेज हैगी आ वो सारी होनी चाहिए है।
ਇਸੇ ਚੀਜ਼ ਨੂੰ ਮੇਨ ਫੋਕਸ ਕਰਕੇ ਉਹਨਾਂ ਨੇ ਨਈ ਐਜੂਕੇਸ਼ਨ ਪਾਲਿਸੀ ਬਣਾਈ ਹੈ, ਜਿਹਦੇ ਵਿੱਚ ਇਹ ਨਹੀਂ ਕਿ ਬੱਚੇ ਨੂੰ ਰੱਟਾ ਲਗਾ ਕੇ ਰੋਟ ਲਰਨਿੰਗ ਦੇ ਨਾਲ ਬੱਚਿਆਂ ਨੂੰ ਆਪਾਂ ਐਜੂਕੇਸ਼ਨ ਦੇ ਰਹੇ, ਐਗਜ਼ਾਮ ਪਾਸ ਆਊਟ ਹੋਏ ਤਾਂ ਉਸ ਤੋਂ ਬਾਅਦ ਬੱਚੇ ਭੁੱਲ ਜਾਂਦੇ ਆ। ਮੇਨ ਹੁਣ ਫੋਕਸ ਕਰ ਰਹੇ ਆ ਕਿ ਐਜੂਕੇਸ਼ਨ ਸਿਸਟਮ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਕਿ ਜਿਹਦੇ ਵਿੱਚ ਬੱਚਿਆਂ ਦੀ ਜਿਹੜੀ ਲਰਨਿੰਗ ਆ ਉਹ ਫੋਰਐਵਰ ਹੋਵੇ। ਜਦੋਂ ਬੱਚੇ ਕੁਝ ਵੀ ਕੋਈ ਪ੍ਰੈਕਟੀਕਲ ਸਬਜੈਕਟ ਕਰ ਰਹੇ ਆ, ਕੁਝ ਨੌਲੇਜ ਕਿਸੇ ਸਬਜੈਕਟ ਦੀ ਲੈ ਰਹੇ ਆ, ਕੋਈ ਲੈਂਗੁਏਜ ਕਰ ਰਹੇ ਆ, ਕੋਈ ਕਲਚਰ ਕਰ ਰਹੇ ਆ, ਤਾਂ ਉਹਨਾਂ ਨੂੰ ਹਮੇਸ਼ਾ ਲਈ ਯਾਦ ਰਵੇ, ਤਾਂ ਕਿ ਬੱਚਿਆਂ ਦੀ ਜਿਹੜੀ ਨੌਲੇਜ ਆ, ਉਹਨਾਂ ਦੀ ਥਿੰਕਿੰਗ ਆ, ਉਹਨਾਂ ਦੇ ਜਿਹੜਾ ਲੈਵਲ ਹੈ ਉਹ ਹਮੇਸ਼ਾ ਅਪਡੇਟ ਰਵੇ। ਉਹਨਾਂ ਦੇ ਹਰ ਇੱਕ ਏਰੀਏ ਦੀ, ਜਿਵੇਂ ਆਪਾਂ ਬੀਐਡ ਦੇ ਵਿੱਚ ਗੱਲ ਕਰਦੇ ਆ, ਟੀਚਰ ਟ੍ਰੇਨਿੰਗ ਕੋਰਸਿਸ ਹੁੰਦੇ ਆ, ਉਹਦੇ ਵਿੱਚ ਕਰਦੇ ਗੱਲ, ਉਹ ਕਹਿੰਦੇ ਬੱਚਿਆਂ ਦੀ ਆਲ ਰਾਊਂਡ ਡਿਵੈਲਪਮੈਂਟ ਹੋਵੇ, ਬੱਚੇ ਦੇ ਹਰ ਇੱਕ ਏਰੀਏ ਦੀ ਡਿਵੈਲਪਮੈਂਟ ਹੋਵੇ। ਸਕੂਲ ਸਿਰਫ ਪੜ੍ਹਾਉਣ ਵਾਸਤੇ ਨਹੀਂ ਹੁੰਦਾ, ਹਰ ਇੱਕ ਬੱਚੇ ਦਾ IQ ਸੇਮ ਨਹੀਂ ਹੁੰਦਾ, ਹਰ ਇੱਕ ਬੱਚੇ ਡਿਫਰੈਂਟ IQ ਦੇ ਹੁੰਦੇ ਆ। ਜ਼ਰੂਰੀ ਨਹੀਂ ਹੁੰਦਾ ਹਰ ਇੱਕ ਬੱਚੇ ਨੇ 100% ਲੈਣੇ ਆ, ਲੇਕਿਨ ਜਿਹੜਾ ਬੱਚਾ ਵੀਕ ਚੱਲ ਰਿਹਾ ਸਬਜੈਕਟ ਵਿੱਚ 50% ਲੈ ਰਿਹਾ, 60% ਲੈ ਰਿਹਾ, ਇਹ ਨਹੀਂ ਕਿ ਉਹਦੀ ਲਾਈਫ ਦੇ ਵਿੱਚ ਅੱਗੇ ਚੋਇਸਿਸ ਨਹੀਂ ਹੁੰਦੀਆਂ, ਚਾਂਸਿਸ ਨਹੀਂ ਹੁੰਦੇ। ਇਹ ਪਰਸਨ ਟੂ ਪਰਸਨ ਹਰ ਇੱਕ ਇੰਡੀਵਿਜੂਅਲ ਵੇਰੀ ਕਰਦੇ ਆ। ਇਸੇ ਲਈ ਜਿਹੜੀ ਨਵੀਂ ਐਜੂਕੇਸ਼ਨ ਪਾਲਿਸੀ ਆ ਉਹਦੇ ਉੱਪਰ ਜਿਹੜਾ ਮੇਨ ਫੋਕਸ ਕਰ ਰਹੇ ਆ, ਰਿਸਪੈਕਟ ਫॉर ਡਾਇਵਰਸਿਟੀ ਐਂਡ ਲੋਕਲ ਕੰਟੈਕਸਟ। ਹਰ ਇੱਕ ਬੱਚੇ ਨੂੰ ਹਰ ਇੱਕ ਕਲਚਰ ਦੀ, ਹਰ ਇੱਕ ਧਰਮ ਦੀ, ਹਰ ਇੱਕ ਸਬਜੈਕਟ ਦੀ ਨੌਲੇਜ ਹੋਣੀ ਚਾਹੀਦੀ ਹੈ। ਡਾਇਵਰਸਿਟੀ ਮੀਨਸ ਉਹਨੂੰ ਹਰ ਇੱਕ ਪਰਟੀਕੂਲਰ ਏਰੀਆ ਦੀ ਨੌਲੇਜ ਹੋਣੀ ਚਾਹੀਦੀ ਹੈ। ਨਾਲ ਨਾਲ ਬੱਚੇ ਦਾ ਜਿਹੜਾ ਲੋਕਲ ਏਰੀਆ ਹੈਗਾ, ਲੋਕਲ ਲੈਂਗੁਏਜ ਹੈਗੀ ਹੈ, ਬੱਚੇ ਨੂੰ ਉਹਦੀ ਨੌਲੇਜ ਹੋਣੀ ਚਾਹੀਦੀ ਹੈ। ਜਿਹੜੀ ਇਨੀਸ਼ੀਅਲ ਸਟੇਜਿਸ ਦੇ ਵਿੱਚ ਐਜੂਕੇਸ਼ਨ ਪਾਲਿਸੀ ਦੇ ਡਿਫਰੈਂਟ ਫੇਜ਼ਿਸ ਡਿਵਾਈਡ ਕੀਤੇ ਆ, ਉਹਦੇ ਵਿੱਚ ਉਹ ਕਹਿੰਦੇ ਬੱਚੇ ਨੂੰ ਉਹਦੀ ਮਦਰ ਲੈਂਗੁਏਜ ਦੇ ਵਿੱਚ ਜ਼ਿਆਦਾ ਕੰਸੈਪਟ ਕਲੀਅਰ ਕਰੋ, ਤਾਂ ਕਿ ਬੱਚੇ ਨੂੰ ਉਹ ਚੀਜ਼ ਦੀ ਨੌਲੇਜ ਹੋਵੇ। ਇਕੁਇਟੀ ਐਂਡ ਇਨਕਲੂਜਨ। ਇਕੁਇਟੀ ਐਂਡ ਇਨਕਲੂਜਨ ਦੇ ਵਿੱਚ ਉਹ ਕਹਿੰਦੇ ਸਿਰਫ ਇਹ ਨਹੀਂ ਹੈਗਾ ਕਿ ਆਪਾਂ ਪਰਟੀਕੂਲਰ ਇੰਟੈਲੀਜੈਂਟ ਬੱਚਿਆਂ ਨੂੰ ਲੈ ਕੇ ਚੱਲਣਾ, ਜਿਹੜੇ ਬੱਚੇ ਫਿਜ਼ੀਕਲੀ ਹੈਂਡੀਕੈਪਡ ਹੈਗੇ ਆ, ਮੈਂਟਲੀ ਰਿਟਾਰਡਡ ਹੈਗੇ ਆ, ਹਰ ਇੱਕ ਬੱਚੇ, ਕੋਈ ਪਾਰਸ਼ੈਲਿਟੀ ਨਹੀਂ ਹੋਣੀ ਚਾਹੀਦੀ ਕਲਾਸ ਵਿੱਚ। ਜੇ ਕੋਈ ਅਮੀਰ ਬੱਚਾ ਬੈਠਾ ਜਾਂ ਕੋਈ ਪੂਅਰ ਫੈਮਿਲੀ ਆ ਉਹਦਾ ਪੜ੍ਹ ਰਿਹਾ, ਜਾਂ ਕੋਈ ਨਾਰਮਲ ਆਦਮੀ ਨੇ, ਹਰ ਇੱਕ ਬੱਚੇ ਲਈ ਸੇਮ ਕਲਾਸਰੂਮ ਜਿਹੜਾ ਐਟਮੋਸਫੇਅਰ ਉਹ ਸੇਮ ਹੋਣਾ ਚਾਹੀਦਾ। ਹਰ ਇੱਕ ਨੂੰ ਪ੍ਰੋਵੀਜ਼ਨਸ ਹੋਣੀ ਚਾਹੀਦੀਆਂ, ਹਰ ਇੱਕ ਲਈ ਜੋ ਵੀ ਉਹਨਾਂ ਦੇ ਹੈਗੇ ਨੇ ਬੈਨੀਫਿਟਸ ਹੈਗੇ ਆ ਐਜੂਕੇਸ਼ਨ ਦੇ, ਉਹ ਸਾਰੇ ਬੱਚਿਆਂ ਨੂੰ ਇਕੁਅਲ ਮਿਲਣੇ ਚਾਹੀਦੇ ਹਨ। ਨੈਕਸਟ ਹੈ ਕਮਿਊਨਿਟੀ ਪਾਰਟਿਸਿਪੇਸ਼ਨ। ਕਮਿਊਨਿਟੀ ਮਤਲਬ ਕਮਿਊਨਿਟੀ ਦੇ ਵਿੱਚ ਜਿੰਨੇ ਵੀ ਮਤਲਬ ਆਪਣੀ ਅਲੱਗ-ਅਲੱਗ ਕਮਿਊਨਿਟੀਜ਼ ਹੈਗੀਆਂ, ਹਰ ਇੱਕ ਕਮਿਊਨਿਟੀ ਦੇ ਜਿਹੜੇ ਸਕੂਲ ਨੇ, ਸਕੂਲਾਂ ਦੇ ਵਿੱਚ ਸਾਰਿਆਂ ਦੇ ਮਿਕਸ ਬੱਚੇ ਪੜ੍ਹਦੇ ਨੇ। ਇਹ ਜ਼ਰੂਰੀ ਨਹੀਂ ਹੁੰਦਾ ਕਿ ਜੇ ਗਵਰਨਮੈਂਟ ਸਕੂਲ ਆ ਤਾਂ ਗਵਰਨਮੈਂਟ ਦਾ ਸ਼ੇਅਰ ਚੱਲੇਗਾ, ਜੇ ਪ੍ਰਾਈਵੇਟ ਸਕੂਲ ਆ ਤਾਂ ਪ੍ਰਾਈਵੇਟ ਦਾ ਚੱਲੇਗਾ। ਲੇਕਿਨ ਜਿਹੜੀ ਕਮਿਊਨਿਟੀ ਪਾਰਟਿਸਿਪੇਸ਼ਨ ਹੁੰਦੀ ਹੈ, ਮਤਲਬ ਜੇ ਆਪਾਂ ਬੱਚਿਆਂ ਦੇ, ਸਾਰੇ ਬੱਚਿਆਂ ਲਈ ਸਕੂਲ ਖੋਲਿਆ, ਸਾਰਿਆਂ ਦੇ ਬੱਚੇ ਪੜ੍ਹ ਰਹੇ ਆ, ਤਾਂ ਹਰ ਇੱਕ ਦੀ ਜਿਹੜੀ ਹੈਲਪ ਹੈਗੀ ਆ, ਹਰ ਇੱਕ ਦੀ ਜਿਹੜੀ ਇਨਵੋਲਵਮੈਂਟ ਹੈਗੀ ਆ, ਉਹ ਐਜੂਕੇਸ਼ਨ ਦੇ ਵਿੱਚ ਹੋਣੀ ਚਾਹੀਦੀ ਹੈ, ਤਾਂ ਕਿ ਹਰ ਇੱਕ ਸਕੂਲ ਦਾ ਅੱਛੇ ਤਰੀਕੇ ਨਾਲ ਸਕੂਲ ਦੀ ਗਰੋਥ ਹੋਵੇ, ਚਾਹੇ ਉਹ ਪ੍ਰਾਈਵੇਟ ਕਮਿਊਨਿਟੀ ਹੈ, ਚਾਹੇ ਉਹ ਗਵਰਨਮੈਂਟ ਸਕੂਲ ਹੈਗੇ ਆ। ਕਿਉਂਕਿ ਹਰ ਇੱਕ ਜਦੋਂ ਕਮਿਊਨਿਟੀ ਇਕੱਠੇ ਆਪਾਂ ਕੋਰਿਲੇਟ ਕਰਕੇ ਚੱਲਾਂਗੇ ਤਾਂ ਹੀ ਬੈਟਰ ਅੰਡਰਸਟੈਂਡਿੰਗ ਔਰ ਬੈਟਰ ਜਿਹੜੀ ਨੌਲੇਜ ਆ ਬੱਚਿਆਂ ਨੂੰ ਇੰਪਾਰਟ ਕਰ ਸਕਾਂਗੇ। ਐਮਫੇਸਾਈਜ਼ ਕਨਸੈਪਚੁਅਲ ਅੰਡਰਸਟੈਂਡਿੰਗ। ਕੀ ਹੁੰਦਾ, ਕਈ ਵਾਰ ਆਪਾਂ ਰੋਟ ਲਰਨਿੰਗ ਦੇ ਉੱਪਰ ਚਲੇ ਜਾਂਦੇ ਹਾਂ, ਜਸਟ ਰੱਟਾ ਲਗਾਇਆ, ਪਾਸ ਆਊਟ ਹੋਏ, ਉਸ ਤੋਂ ਬਾਅਦ ਬੱਚੇ 3rd ਕਲਾਸ 'ਚ ਕੀ ਪੜ੍ਹਿਆ ਉਹਨਾਂ ਨੇ 4th ਵਿੱਚ ਜਾ ਕੇ ਭੁੱਲ ਜਾਂਦੇ ਨੇ। ਉਹ ਕਹਿੰਦੇ ਜਸਟ ਆਪਾਂ ਐਗਜ਼ਾਮ ਪਾਸ ਕਰਨ ਲਈ ਜਾਂ ਰੱਟਾ ਲਗਾ ਕੇ ਪੜ੍ਹਨਾ ਹੀ ਜ਼ਰੂਰੀ ਨਹੀਂ ਹੈਗਾ, ਬੱਚੇ ਨੂੰ ਕਨਸੈਪਟ ਅੰਡਰਸਟੈਂਡਿੰਗ ਹੋਣੀ ਚਾਹੀਦੀ ਹੈ। ਜਿਹੜਾ ਬੱਚੇ ਨੇ ਇੱਕ ਪਰਟੀਕੂਲਰ ਕਨਸੈਪਟ ਆ, ਡੇਜ਼ ਐਂਡ ਨਾਈਟਸ ਕਿਵੇਂ ਬਣਦੇ ਨੇ, ਜਾਂ ਪਰਟੀਕੂਲਰ ਕੋਈ ਵੀ ਉਹਨਾਂ ਦਾ ਟੌਪਿਕ ਹੈ, ਉਹ ਟੌਪਿਕ ਦਾ ਉਹਨੇ ਪਰਟੀਕੂਲਰ ਜਦੋਂ ਕਨਸੈਪਟ ਪੜ੍ਹਿਆ, ਉਹਦੀ ਅੰਡਰਸਟੈਂਡਿੰਗ ਕੀਤੀ, ਤਾਂ ਉਹ ਹਮੇਸ਼ਾ ਫੋਰਐਵਰ ਰਹਿਣੀ ਚਾਹੀਦੀ ਹੈ। ਕਿਉਂਕਿ ਬੱਚਾ ਫਰਦਰ ਜਿਵੇਂ ਜਿਵੇਂ ਅੱਗੇ ਕਲਾਸਿਸ ਪੜ੍ਹੇਗਾ, ਉਹਨੂੰ ਉਹੀ ਨੌਲੇਜ ਜਿਹੜੀ ਲਰਨਿੰਗ ਹੁੰਦੀ ਹੈ ਹਮੇਸ਼ਾ ਟ੍ਰਾਂਸਫਰੇਬਲ ਹੁੰਦੀ ਹੈ। ਜਿਹੜੀ ਪਿਛਲੀ ਕਲਾਸ ਵਿੱਚ ਬੱਚਿਆਂ ਨੇ ਪੜ੍ਹਿਆ, ਉਹ ਅਗਲੀ ਕਲਾਸ 'ਚ ਜਾ ਕੇ ਲਿੰਕ ਅਪ ਹੋ ਜਾਂਦਾ। ਤਾਂ ਬੱਚਿਆਂ ਨੂੰ ਸਿਰਫ ਇੱਥੇ ਇਹੀ ਨਹੀਂ ਕਿ ਐਗਜ਼ਾਮ ਪਾਸ ਹੋਏ ਔਰ ਜੋ ਪੁਰਾਣਾ ਪੜ੍ਹਿਆ ਸਾਰਾ ਭੁੱਲ ਜਾਓ, ਨਹੀਂ। ਇੱਥੇ ਹਰ ਇੱਕ ਚੀਜ਼ ਨੂੰ ਆਪਾਂ ਜਦੋਂ ਪੜਾਂਗੇ, ਅੰਡਰਸਟੈਂਡ ਕਰਕੇ ਪੜਾਂਗੇ, ਤਾਂ ਕਿ ਬੱਚੇ ਨੂੰ ਹਮੇਸ਼ਾ ਫੋਰਐਵਰ ਉਹ ਸਾਰੇ ਕਨਸੈਪਟ ਕਲੀਅਰ ਰਹਿਣ। ਹਮੇਸ਼ਾ ਬੱਚੇ ਨੇ ਜਦੋਂ ਵੀ ਉਹ ਚੀਜ਼ ਨੂੰ ਦੇਖਣਾ ਹੈ, ਪੜ੍ਹਨਾ, ਤਾਂ ਪਹਿਲਾਂ ਹੀ ਉਹਦੇ ਮਾਈਂਡ ਦੇ ਵਿੱਚ ਆਈਡੀਆ ਆ ਜੇ, ਇਹ ਮੈਂ ਪੜ੍ਹਿਆ ਸੀ, ਇਸ ਕਲਾਸ 'ਚ ਪੜ੍ਹਿਆ ਸੀ, ਇਹਦਾ ਮੀਨਿੰਗ ਆ, ਇਹਦੀ ਆ ਡੈਫੀਨੇਸ਼ਨ। ਨੈਕਸਟ ਹੈ ਯੂਨੀਕ ਕੈਪੇਬਿਲਿਟੀਜ਼। ਹਰ ਇੱਕ ਬੱਚਾ ਦੇਖੋ ਸੇਮ IQ ਦੇ ਨਹੀਂ ਹੁੰਦੇ, ਹਰ ਇੱਕ ਬੱਚਾ ਪਰਸਨ ਟੂ ਪਰਸਨ ਵੇਰੀ ਕਰਦਾ, ਹਰ ਇੱਕ ਦੇ ਵਿੱਚ ਆਪਣੀਆਂ ਯੂਨੀਕ ਕੈਪੇਬਿਲਿਟੀਜ਼ ਹੁੰਦੀਆਂ। ਉਹਨਾਂ ਨੂੰ ਟੀਚਰ ਨੇ ਰਿਕਗਨਾਈਜ਼ ਕਿੱਦਾਂ ਕਰਨਾ, ਆਇਡੈਂਟੀਫਾਈ ਕਿੱਦਾਂ ਕਰਨਾ, ਆਇਡੈਂਟੀਫਾਈ ਕਰਕੇ ਫਿਰ ਹਰ ਇੱਕ ਬੱਚੇ ਦਾ ਕੀ ਲੈਵਲ ਆ, ਉਹਦੇ ਅਕੋਰਡਿੰਗ ਹੀ ਉਹਨੂੰ ਐਜੂਕੇਸ਼ਨ ਇੰਪਾਰਟ ਕੀਤੀ ਜਾਵੇ, ਤਾਂ ਕਿ ਬੱਚੇ ਦਾ ਫਿਊਚਰ ਅੱਛਾ ਹੋਵੇ, ਬੱਚਾ ਸਕਸੈਸਫੁਲੀ ਆਪਣੀ ਲਾਈਫ ਨੂੰ ਲੀਡ ਕਰ ਸਕੇ। ਦੈਨ ਅੱਗੇ ਬੱਚਿਆਂ ਵਿੱਚ ਕ੍ਰਿਟੀਕਲ ਥਿੰਕਿੰਗ ਐਂਡ ਕ੍ਰੀਏਟੀਵਿਟੀ ਨੂੰ
ਇੰਪਾਰਟ ਕਰਨਾ। ਬੱਚਿਆਂ ਨੂੰ ਜਿਵੇਂ ਇੱਕ ਅੱਛਾ ਟੀਚਰ ਐਜੂਕੇਸ਼ਨ ਦੇਗਾ, ਇਹ ਸਾਰੇ ਡਿਫਰੈਂਟ ਏਰੀਆਜ਼ ਜਿਹੜੇ ਆਪਾਂ ਡਿਸਕਸ ਕੀਤੇ ਆ, ਜੇ ਇਹਨਾਂ ਉੱਪਰ ਚੱਲ ਕੇ ਟੀਚਰ ਬੱਚਿਆਂ ਨੂੰ ਅੱਛੀ ਐਜੂਕੇਸ਼ਨ ਦੇ ਰਹੇ ਨੇ ਤਾਂ ਡੈਫੀਨੇਟਲੀ ਬੱਚਿਆਂ ਦੀ ਜਿਹੜੀ ਥਿੰਕਿੰਗ ਆ ਉਹ ਕ੍ਰਿਟੀਕਲ ਹੋਏਗੀ, ਲੌਜੀਕਲੀ ਸੋਚਣਗੇ। ਉਹਨਾਂ ਦੀ ਕ੍ਰੀਏਟੀਵਿਟੀ, ਜਦੋਂ ਆਪਾਂ ਦਿਮਾਗ ਨਾਲ ਕੋਈ ਚੀਜ਼ ਸੋਚਦੇ ਆ ਤਾਂ ਆਪਾਂ ਉਹਨੂੰ ਕੁਝ ਕਰਨ ਲਈ ਆਪਣੇ ਕੋਲ ਨਵੇਂ ਆਈਡੀਆਜ਼ ਆਉਂਦੇ ਆ। ਫੋਰ ਐਗਜ਼ਾਮਪਲ ਤੁਸੀਂ ਕੁਝ ਐਕਟੀਵਿਟੀ ਕਰਨੀ ਆ, ਉਹ ਐਕਟੀਵਿਟੀ ਕਰਨ ਲਈ ਤੁਹਾਡੇ ਦਿਮਾਗ ਦੇ ਵਿੱਚ ਜੇ ਅਲੱਗ-ਅਲੱਗ ਆਈਡੀਆਜ਼ ਹੈਗੇ ਆ, ਤੁਹਾਡੀ ਕ੍ਰਿਟੀਕਲ ਥਿੰਕਿੰਗ, ਲੌਜੀਕਲ ਥਿੰਕਿੰਗ ਹੈਗੀ ਆ, ਤੁਹਾਡੀ ਸੋਚ ਬਹੁਤ ਅੱਛੀ ਹੈਗੀ ਆ, ਬੱਚੇ ਕੋਲ ਬਹੁਤ ਜ਼ਿਆਦਾ ਆਈਡੀਆਜ਼ ਹੈਗੇ ਆ, ਤਾਂ ਡੈਫੀਨੇਟਲੀ ਉਹਦੀ ਜਿਹੜੀ ਕ੍ਰੀਏਟੀਵਿਟੀ ਹੋਊਗੀ ਉਹ ਬਹੁਤ ਜ਼ਿਆਦਾ ਬੈਸਟ ਹੋਊਗੀ। ਤਾਂ ਹੀ ਆਪਾਂ ਬੱਚਿਆਂ ਦੇ ਇਸ ਪਾਰਟਿਕੂਲਰ ਏਰੀਆ ਤੇ ਵਰਕ ਕਰਾਂਗੇ, ਤਾਂ ਕਿ ਬੱਚੇ ਦਾ ਐਜੂਕੇਸ਼ਨ ਦੇ ਨਾਲ ਬੱਚਾ ਇੱਕ ਅੱਛਾ ਹੈਲਦੀ ਸੁਸਾਇਟੀ ਦੇ ਵਿੱਚ ਇੱਕ ਐਸਾ ਹੈਲਦੀ ਮਤਲਬ ਐਜ਼ ਅ ਸਿਟੀਜ਼ਨ ਆਪਣੇ ਆਪ ਨੂੰ ਗਰੂਮ ਕਰੇ, ਤਾਂ ਕਿ ਉਹਨੂੰ ਫਰਦਰ ਉਹਦੇ ਫਿਊਚਰ ਵਿੱਚ ਕੋਈ ਪ੍ਰੋਬਲਮਸ ਨਾ ਆਉਣ। ਫਰਦਰ ਆਪਾਂ ਇਹਦੇ ਫੀਚਰਸ ਡਿਸਕਸ ਕਰਾਂਗੇ ਔਰ ਸਟੇजेस ਡਿਸਕਸ ਕਰਾਂਗੇ ਸਕੂਲ ਦੀਆਂ। ਪਹਿਲਾਂ ਦੇਖੋ, ਸਕੂਲ ਦੇ ਵਿੱਚ ਆਪਾਂ ਹਰ ਸਾਲ ਹੀ ਪੇਪਰ ਲੈਂਦੇ ਆ। ਨਰਸਰੀ ਦੇ ਪੇਪਰ ਹੋ ਗਏ, LKG ਦੇ, UKG ਦੇ, 9th 10th ਲਾਈਕ ਦਿਸ, ਠੀਕ ਹੈ। ਬਟ ਹੁਣ ਜਿਹੜੀ ਨਵੀਂ ਐਜੂਕੇਸ਼ਨ ਪਾਲਿਸੀ ਆ, ਉਹਨਾਂ ਦੇ ਵਿੱਚ ਇਹਨਾਂ ਨੇ ਐਗਜ਼ਾਮਸ ਪਾਰਟਿਕੂਲਰ ਡਿਵਾਈਡ ਕਰਤੇ, ਜੋ ਬੇਸਿਕਲੀ ਆਪਣਾ ਮੇਨ ਇਹ ਫੀਚਰਸ ਆ ਦੇਖਣ ਵਾਲਾ। ਇਹਨਾਂ ਨੇ ਐਜੂਕੇਸ਼ਨ ਜੋ ਨਰਸਰੀ ਟੂ 12th ਤੱਕ ਦੀ ਆ, ਉਹ ਸਾਰੀ ਇਹਨਾਂ ਨੇ 4 ਫੇਜ਼ਿਸ ਦੇ ਵਿੱਚ 4 ਅਲੱਗ-ਅਲੱਗ ਸਟੇजेस ਦੇ ਉੱਪਰ ਡਿਵਾਈਡ ਕੀਤੀ ਆ। ਫਰਸਟ ਹੈਗੀ ਆ ਫਾਊਂਡੇਸ਼ਨਲ ਸਟੇਜ। ਫਰਸਟ ਸਟੇਜ ਹੈਗੀ ਆ ਫਾਊਂਡੇਸ਼ਨਲ ਸਟੇਜ। ਫਾਊਂਡੇਸ਼ਨਲ ਸਟੇਜ ਜਿਹੜੀ ਹੈਗੀ ਆ, ਫਾਊਂਡੇਸ਼ਨ ਤੋਂ ਹੀ ਕਲੀਅਰ ਹੋਇਆ ਕਿ ਬੱਚੇ ਦਾ ਬੇਸਿਕ, ਬੱਚੇ ਦੀ ਐਂਟਰੀ ਜਦੋਂ ਬੱਚਾ ਸਕੂਲ ਦੇ ਵਿੱਚ ਐਂਟਰ ਹੋਏਗਾ। ਫਾਊਂਡੇਸ਼ਨਲ ਸਟੇਜ ਦਾ ਜਿਹੜਾ ਟਾਈਮ ਰਹੇਗਾ ਏਜ ਦਾ, ਉਹ ਹੈਗਾ 3 ਤੋਂ 6 ਸਾਲ। ਬੱਚਾ ਤੀਸਰੀ ਕਲਾਸ ਵਿੱਚ, ਮਤਲਬ ਥਰਡ, ਜਦੋਂ ਬੱਚਾ ਥਰਡ ਈਅਰ ਦੇ ਵਿੱਚ ਹੋਏਗਾ, 3 ਸਾਲ ਦਾ ਬੱਚਾ ਇਸ ਸਕੂਲ ਦੇ ਵਿੱਚ ਇਨਰੋਲ ਹੋਏਗਾ, ਐਡਮਿਸ਼ਨ ਲਏਗਾ। ਉਹਦੀ ਕਲਾਸਿਸ ਦੀ ਜਿਹੜੀ ਫਾਊਂਡੇਸ਼ਨਲ ਸਟੇਜ ਹੈਗੀ ਆ, ਉਹ ਨਰਸਰੀ ਟੂ 2nd ਰਹੇਗੀ। ਨਰਸਰੀ ਟੂ 2nd ਤੱਕ ਇਹ ਸਾਰੇ ਜਿਹੜੀਆਂ ਕਲਾਸਿਸ ਨੇ, ਨਰਸਰੀ, LKG, UKG, 1st ਐਂਡ 2nd, ਇਹ ਸਾਰੀਆਂ 5 ਕਲਾਸਿਸ ਜਿਹੜੀਆਂ ਹੈਗੀਆਂ। ਬੜੇ ਜਾਂਦੇ ਪੇਪਰ, ਮੈਂ ਕਹਿੰਦਾ ਮਾਈਕ ਆਫ ਕਰੋ ਪਲੀਜ਼। ਛੋਟੇ ਨੇ ਮੇਰੇ 6 ਨੂੰ ਨਿਬੜ ਜਾਣੇ ਆ, ਪਲੀਜ਼ ਮੇਰੇ ਡਿਊਟੀ ਛੋਟੇ ਨੇ। ਹੈਡਫੋਨ ਹਾਂ 6 ਤੋਂ ਪਹਿਲਾਂ ਹੀ ਮਿਊਟ ਕਰ ਦੋ। ਅੱਛਾ, ਫਾਊਂਡੇਸ਼ਨਲ ਸਟੇਜ ਜਿਹੜੀ ਹੈਗੀ ਆ, ਉਹ ਨਰਸਰੀ ਟੂ 2nd ਰਹੇਗੀ। ਇਹਦੇ ਚ 5 ਕਲਾਸਿਸ ਬੱਚੇ ਪੜ੍ਹਨਗੇ। ਇਹਦੇ ਵਿੱਚ ਜਿਹੜੀ ਮੇਨ ਫੋਕਸ ਕੀਤਾ, ਪਲੇਵੇ ਐਕਟੀਵਿਟੀਜ਼ ਹੋਣਗੀਆਂ। ਬੱਚਿਆਂ ਦੀ ਜਿਹੜੀ ਲਰਨਿੰਗ ਹੋਏਗੀ ਪਲੇਵੇ ਮੈਥਡ ਨਾਲ ਹੋਏਗੀ, ਐਕਟੀਵਿਟੀ ਬੇਸਡ ਲਰਨਿੰਗ ਹੋਏਗੀ। ਪੈਡਾਗੋਜੀ ਜਿਹੜੀ ਇਹਦੇ ਚ ਹੋਏਗੀ, ਬੱਚੇ ਦਾ ਅਰਲੀ ਜਿਹੜਾ ਚਾਈਲਡਹੁੱਡ ਹੈਗਾ, ਉਹਦੀ ਪੂਰੀ ਪ੍ਰੋਪਰ ਕੇਅਰ ਸਕੂਲ ਵਿੱਚ ਹੋਏਗੀ। ਨਾਲ ਬੱਚੇ ਦੀ ਕੇਅਰ ਹੋਏਗੀ, ਨਾਲ ਬੱਚੇ ਨੂੰ ਐਜੂਕੇਸ਼ਨ ਇੰਪਾਰਟ ਕੀਤੀ ਜਾਊਗੀ। ਫੋਕਸ ਔਨ ਦਾ ਗੁੱਡ ਬਿਹੇਵੀਅਰ, ਬੱਚਿਆਂ ਦਾ ਅੱਛਾ ਬਿਹੇਵੀਅਰ, ਕਰਟੇਸੀ, ਐਥਿਕਸ, ਵੈਲਿਊਜ਼, ਪਰਸਨਲ ਐਂਡ ਪਬਲਿਕ ਹਾਈਜੀਨ ਐਂਡ ਕਲੀਨਲੀਨੈਸ। ਬੱਚੇ ਨੂੰ ਸਿਰਫ ਆਪਣੇ ਆਪ ਲਈ ਨਹੀਂ, ਬੱਚੇ ਨੂੰ ਆਪਣੀ ਸੁਸਾਇਟੀ ਦੇ ਵਿੱਚ, ਆਪਣੇ ਘਰ ਦੇ ਵਿੱਚ ਕਿੱਦਾਂ ਬੱਚੇ ਨੇ ਆਪਣੇ ਵੈਲਿਊਜ਼, ਐਟੀਕੇਟਸ ਸਾਰੇ ਮਤਲਬ ਪੈਰੈਂਟਸ ਤੋਂ ਸਿੱਖਣੇ ਆ, ਸਕੂਲ ਤੋਂ ਸਿੱਖਣੇ ਆ। ਕਿਸੇ ਨਾਲ ਆਪਾਂ ਕਿਵੇਂ ਬਿਹੇਵ ਕਰਨਾ, ਆਪਾਂ ਆਪਣੇ ਆਪ ਨੂੰ ਕਿਵੇਂ ਸਾਫ਼ ਰੱਖਣਾ, ਆਪਣੇ ਸਕੂਲ ਨੂੰ ਕਿਵੇਂ ਸਾਫ਼ ਰੱਖਣਾ, ਘਰੇ ਕਿਵੇਂ ਸਾਫ਼ ਰਹਿਣਾ, ਆਪਣੀ ਸੁਸਾਇਟੀ ਦੇ ਵਿੱਚ ਆਪਾਂ ਸੁਸਾਇਟੀ ਨੂੰ ਕਿਵੇਂ ਕਲੀਨ ਕਰਨਾ, ਇਹ ਸਾਰੀਆਂ ਚੀਜ਼ਾਂ ਦਾ ਇੱਥੇ ਫਾਊਂਡੇਸ਼ਨਲ ਸਟੇਜ ਦੇ ਉੱਤੇ ਵਰਕ ਹੋਊਗਾ। ਦੈਨ ਟੀਮ ਵਰਕ ਐਂਡ ਕੋਆਪਰੇਸ਼ਨ, ਬੱਚਿਆਂ ਵਿੱਚ ਟੀਮ ਵਰਕ ਐਂਡ ਕੋਆਪਰੇਸ਼ਨ ਦੀ ਫੀਲਿੰਗ ਆਊਗੀ, ਤਾਂ ਹੀ ਬੱਚੇ ਅੱਛੇ ਤਰੀਕੇ ਨਾਲ ਗਰੋ ਕਰ ਸਕਣਗੇ। ਅਦਰਵਾਈਜ਼ ਕੀ ਹੁੰਦਾ, ਆਪਾਂ ਸੋਚਦੇ ਆ ਮੈਂ ਇਕੱਲਾ ਆ ਕਰੂੰ। ਜਿਹੜੇ ਬੱਚੇ ਇਕੱਲੇ ਰਹਿੰਦੇ ਆ ਘਰਾਂ ਦੇ ਵਿੱਚ, ਬਹੁਤ ਘਰ ਏਦਾਂ ਦੇ ਹੁੰਦੇ ਆ। ਪਲੀਜ਼ ਆਪਣਾ ਮਾਈਕ ਆਫ ਕਰੋ ਪਲੀਜ਼। Listen. ਚੇਂਜ ਹੋ ਜਾਂਦੀ ਆ, ਉਹ ਇਕੱਲੇ ਰਹਿਣੇ ਗਿੱਝ ਜਾਂਦੇ ਆ। ਉਹ ਨਾ ਤਾਂ ਕਦੇ ਕੋਈ ਸਿਬਲਿੰਗ ਹੁੰਦਾ, ਔਰ ਫਿਰ ਉਹ ਲਾਈਕ ਨਹੀਂ ਕਰਦੇ ਉਹਨਾਂ ਦੀ ਚੀਜ਼ਾਂ ਨੂੰ, ਉਹਨਾਂ ਦੇ ਖਿਡੌਣਿਆਂ ਨੂੰ ਕੋਈ ਛੇੜੇ, ਜਾਂ ਉਹਨਾਂ ਦੇ ਮਦਰ ਫਾਦਰ ਨਾਲ ਜੋ ਵੀ ਉਹਨਾਂ ਦਾ ਪਿਆਰ ਆ ਬੱਚਿਆਂ ਦਾ, ਉਹ ਬੱਚਾ ਨਹੀਂ ਸ਼ੇਅਰ ਕਰਨਾ ਚਾਹੁੰਦਾ। ਲੇਕਿਨ ਸਕੂਲ ਦੇ ਵਿੱਚ ਜਦੋਂ ਬੱਚਾ ਆਏਗਾ, ਉਹਨੂੰ ਟੀਮ ਵਰਕ ਦੇ ਵਿੱਚ ਕੰਮ ਕਰਨਾ ਸਿਖਾਵਾਂਗੇ, ਕੋਆਪਰੇਸ਼ਨ ਦੇ ਨਾਲ ਕਰਨਾ ਸਿਖਾਵਾਂਗੇ, ਤਾਂ ਕਿ ਬੱਚਿਆਂ ਦਾ ਦੂਸਰੇ ਬੱਚਿਆਂ ਨਾਲ ਪਿਆਰ ਬਣੇ। ਔਰ ਇੱਕ ਫੀਲਿੰਗ ਜਿਹੜੀ ਬੱਚਿਆਂ ਦੇ ਵਿੱਚ ਹੈਗੀ ਆ ਕਿ ਅਸੀਂ ਇੱਕ ਬੱਚਾ ਦੂਸਰੇ ਬੱਚੇ ਲਈ ਆਪਾਂ ਕੀ ਫੀਲ ਕਰਦੇ ਆ, ਆਪਣੀ ਕੀ ਰਿਸਪੌਂਸਿਬਿਲਿਟੀਜ਼
ਚੀਜ਼ ਬਣਦੇ ਮੀਨਸ ਆਪਾਂ ਸੈਲਫਿਸ਼ ਨਾ ਬਣੀਏ, ਆਪਾਂ ਸੈਲਫਲੈਸ ਹੋ ਕੇ ਹਰ ਇੱਕ ਨੂੰ ਪ੍ਰੋਪਰ ਕੇਅਰ ਔਰ ਹਰ ਇੱਕ ਨਾਲ ਪਿਆਰ ਨਾਲ ਰਹੀਏ। ਇਹ ਸ਼ੁਰੂ ਤੋਂ ਹੀ ਬੱਚਿਆਂ ਵਿੱਚ ਸਿਖਾਵਾਂਗੇ, ਅਦਰਵਾਈਜ਼ ਜਿਵੇਂ ਬੱਚੇ ਬੜੇ ਹੋ ਜਾਂਦੇ ਤਾਂ ਬੜੇ ਹੋ ਕੇ ਬੱਚੇ ਐਡਜਸਟ ਨਹੀਂ ਕਰ ਪਾਉਂਦੇ, ਉਹ ਇਕੱਲੇ ਰਹਿਣ ਗਿੱਜੇ ਹੁੰਦੇ ਆ, ਉਹ ਮਤਲਬ ਲਾਈਕ ਨਹੀਂ ਕਰਦੇ ਕਿ ਕੋਈ ਉਹਨਾਂ ਨੂੰ ਡਿਸਟਰਬ ਕਰੇ, ਚਾਹੇ ਉਹ ਫਿਰ ਸਕੂਲ ਹੈ ਚਾਹੇ ਉਹਨਾਂ ਦਾ ਘਰ ਹੈ। ਸੈਕਿੰਡ ਸਟੇਜ ਹੈਗੀ ਆਪਣੀ ਪ੍ਰੈਪਰੇਟਰੀ ਸਟੇਜ। ਪ੍ਰੈਪਰੇਟਰੀ ਜਿਹੜੀ ਹੈ ਫਾਊਂਡੇਸ਼ਨਲ ਸਟੇਜ ਹੈ, ਇਹ ਨਰਸਰੀ ਟੂ ਸੈਕਿੰਡ ਰਹੇਗੀ। ਦੈਨ ਪ੍ਰੈਪਰੇਟਰੀ ਸਟੇਜ ਜਿਹੜੀ ਹੈਗੀ ਹੈ ਇਹ 3rd ਕਲਾਸ ਤੋਂ ਲੈ ਕੇ 5th ਕਲਾਸ ਤੱਕ ਰਹੇਗੀ। ਇਸ ਦੇ ਵਿੱਚ 8 ਤੋਂ 11 ਸਾਲ ਦੇ ਬੱਚੇ ਹੋਣਗੇ। ਇਹਦੇ ਵਿੱਚ ਅਲੱਗ-ਅਲੱਗ ਹੋਰ rules ਦੱਸ ਰਹੇ ਨੇ ਕਰਕੇ ਨਾ ਫੰਡਾਮੈਂਟਲ ਸਟੇਜ, ਪ੍ਰੈਪਰੇਟਰੀ ਸਟੇਜ, ਮਤਲਬ ਇਹ ਫਰਸਟ ਪ੍ਰਾਇਮਰੀ ਪਤਾ ਨਹੀਂ ਲਾ ਇਹਨਾਂ ਦੇ ਰੂਲ ਬਣੇ ਹੋਣਗੇ ਨਾ ਸਿਗਨਲ ਹੀ ਨਹੀਂ ਆਇਆ। तेरा आ क्यों नहीं रहा? फिर आवाज नहीं आ रही। स्पीकर कहाँ है? आवाज सुन नहीं आ रही। एक फोन ऑन कर लिया ना सी भव्या दीदी, एक फोन कर लिया, वो सुन रहे हैं। सॉरी निधि मैडम को बाद में कॉल आएंगे ना। Excuse me, ma'am, please check it. आवाज नहीं आ रही। आ गई आवाज। ਹੈਲੋ, ਆਵਾਜ਼ ਆ ਰਹੀ ਹੈ ਸਾਰਿਆਂ ਨੂੰ? ਓਕੇ, ਜਿਹੜੀ ਪ੍ਰੈਪਰੇਟਰੀ ਸਟੇਜ ਹੈਗੀ ਹੈ ਇਹਦੇ ਚ ਆਪਾਂ ਜਿਵੇਂ ਸਬਜੈਕਟ ਇੰਟਰੋਡਿਊਸ ਕੀਤੇ, ਫਿਜ਼ੀਕਲ ਐਜੂਕੇਸ਼ਨ, ਆਰਟ ਐਜੂਕੇਸ਼ਨ, ਲੈਂਗੁਏਜ, ਸਾਇੰਸ ਐਂਡ ਮੈਥਮੈਟਿਕਸ। ਆਪਾਂ ਬੱਚਿਆਂ ਦੇ ਇੱਥੇ ਆ ਕੇ 3rd ਕਲਾਸ ਤੋਂ ਆਪਾਂ ਬੱਚਿਆਂ ਦੇ ਰੀਡਿੰਗ, ਰਾਈਟਿੰਗ, ਸਪੀਕਿੰਗ ਸਕਿੱਲਸ ਜਿਹੜੇ ਆ ਡਿਵੈਲਪ ਕਰਨੇ ਸ਼ੁਰੂ ਕਰਾਂਗੇ। ਜਿਹੜੇ ਆਪਾਂ ਪਹਿਲਾਂ ਫਰਸਟ ਆਨਵਰਡ ਹੀ ਸ਼ੁਰੂ ਕਰਦੇ ਸੀ, ਜੇ ਤੁਸੀਂ ਡਿਮਾਂਡ ਕਰਦੇ ਹੋ ਬੱਚੇ ਦੀ ਰਾਈਟਿੰਗ ਅੱਛੀ ਨਹੀਂ ਹੈਗੀ, ਬੱਚਾ ਰੀਡਿੰਗ ਨਹੀਂ ਕਰ ਪਾ ਰਿਹਾ, ਲੇਕਿਨ ਆਪਾਂ ਜਿਹੜੀ ਫਾਊਂਡੇਸ਼ਨਲ ਸਟੇਜ ਹੈਗੀ ਆ ਨਰਸਰੀ ਟੂ ਸੈਕਿੰਡ ਤੱਕ, ਉੱਥੇ ਆਪਾਂ ਕੋਈ ਸਬਜੈਕਟ ਨਹੀਂ ਕਰਾਵਾਂਗੇ ਬੱਚਿਆਂ ਨੂੰ, ਕੋਈ ਰੀਡਿੰਗ ਨਹੀਂ ਹੋਏਗੀ, ਕੋਈ ਰਾਈਟਿੰਗ ਨਹੀਂ ਹੋਊਗੀ, ਕੋਈ ਸਬਜੈਕਟ ਉਹਨਾਂ ਨੂੰ ਇੰਟਰੋਡਿਊਸ ਨਹੀਂ ਹੋਊਗਾ। ਉੱਥੇ ਜਸਟ ਜਿਹੜੀ ਲਰਨਿੰਗ ਹੋਏਗੀ ਉਹਨਾਂ ਦੀ ਪਲੇਵੇ ਮੈਥਡ ਨਾਲ ਹੋਏਗੀ, ਜਿੱਥੇ ਜਸਟ ਬੱਚੇ ਦੀ ਕੇਅਰ ਹੋਏਗੀ, ਬੱਚੇ ਦੇ ਇਮੋਸ਼ਨਲੀ ਜਿਹੜੇ ਬਿਹੇਵੀਅਰ ਆ ਉਹਨਾਂ ਦੇ ਸਾਰੇ ਐਸਪੈਕਟਸ ਨੂੰ ਆਪਾਂ ਡਿਵੈਲਪ ਕਰਾਂਗੇ। ਫਰਦਰ ਜਦੋਂ ਆਪਣੇ ਕੋਲ ਬੱਚਾ 3rd ਕਲਾਸ ਚ ਆਏਗਾ, ਇੱਥੇ ਹੀ ਇੰਟਰੋਡਕਸ਼ਨ ਹੋਊਗੀ ਸਾਰੇ ਸਬਜੈਕਟਸ ਦੀ, ਔਰ ਇੱਥੇ ਹੀ ਆਪਾਂ ਬੱਚਿਆਂ ਨੂੰ ਰੀਡਿੰਗ, ਰਾਈਟਿੰਗ ਔਰ ਸਪੀਕਿੰਗ ਦੇ ਸਕਿੱਲ ਜਿਹੜੇ ਆ ਡਿਵੈਲਪ ਕਰਾਂਗੇ। 3rd ਆਪਣੇ ਕੋਲ ਸਟੇਜ ਆ ਜਾਂਦੀ ਹੈ ਮਿਡਲ ਸਟੇਜ। ਇਹਦੇ ਵਿੱਚ 6th to 8th ਕਲਾਸਿਸ ਦੇ ਬੱਚੇ ਹੋਣਗੇ ਜਿਨ੍ਹਾਂ ਦਾ ਏਜ ਗਰੁੱਪ 11 ਤੋਂ 14 ਸਾਲ ਦਾ ਹੋਏਗਾ। ਇਹਦੇ ਵਿੱਚ ਆਪਾਂ ਬੱਚਿਆਂ ਨੂੰ ਸਬਜੈਕਟ ਓਰੀਐਂਟਡ ਪੈਡਾਗੋਜੀਕਲ ਐਂਡ ਕਰਿਕੂਲਮ ਮੈਥਡੋਲੋਜੀ ਨਾਲ ਬੱਚਿਆਂ ਨੂੰ ਪੜਾਵਾਂਗੇ, ਜਿਹਦੇ ਵਿੱਚ ਬੱਚਿਆਂ ਦੇ ਸਬਜੈਕਟ ਓਰੀਐਂਟਡ ਮੀਨਸ ਬੱਚਾ ਕਿਸ ਸਬਜੈਕਟ ਬੱਚੇ ਦਾ ਇੰਟਰਸਟ ਹੈ, ਉਹ ਸਬਜੈਕਟ ਵਾਈਜ਼ ਮਤਲਬ ਹਰ ਇੱਕ ਸਬਜੈਕਟ ਦੇ ਉੱਤੇ ਡਿਫਰੈਂਟਲੀ ਆਪਾਂ ਫੋਕਸ ਕਰਾਂਗੇ ਤਾਂ ਕਿ ਆਪਾਂ ਨੂੰ ਪਤਾ ਲੱਗ ਜਾਏ ਕਿਹੜੇ ਬੱਚੇ ਦਾ ਇੰਟਰਸਟ ਕਿੱਦਾਂ ਜਾ ਰਿਹਾ ਹੈ, ਕਿਹੜਾ ਬੱਚਾ ਸਾਇੰਸ ਲੈਣਾ ਚਾਹੁੰਦਾ ਫਰਦਰ ਜਾ ਕੇ, ਕਿਹੜਾ ਬੱਚਾ ਮੈਥਸ ਅੱਛਾ ਕਰਦਾ, ਕਿਹੜਾ ਬੱਚਾ ਲੈਂਗੁਏਜ ਵਿੱਚ ਅੱਛਾ ਹੈਗਾ। ਉਹ ਮੇਨ ਜਿਹੜਾ ਫੋਕਸ ਹੈਗਾ ਉਹ ਆਪਣਾ ਮਿਡਲ ਸਟੇਜ ਤੇ ਹੋਊਗਾ। Subject teachers for learning discussion of the more abstract concept in each subject across the sciences, mathematics, arts and social science and humanities। ਇਹ ਸਾਰੇ areas ਨੇ, ਇਹ ਆਪਾਂ different areas ਨੇ ਕਿ ਬੱਚੇ ਨੇ further medical ਕਰਨਾ, non medical ਕਰਨਾ, humanities ਕਰਨਾ ਜਾਂ ਫਿਰ vocational ਜਿਹੜੇ ਵੀ ਉਹਦੇ different areas ਆ। Subject orientation means ਇੱਕ particular subject ਬੱਚੇ ਦਾ interest ਕਿਹੜੇ ਚ ਹੈਗਾ, ਉਹ ਆਪਾਂ ਉਹਦੀ introduction ਆਪਾਂ middle stage ਦੇ ਵਿੱਚ ਕਰਾਂਗੇ।
ਜਦੋਂ 6 to 8th ਕਲਾਸ ਵਿੱਚ ਬੱਚਾ ਹੋਏਗਾ। ਲਾਸਟ ਸਟੇਜ ਜੋ ਆਪਣੀ ਹੈਗੀ ਆ ਉਹ ਰਹੇਗੀ ਹਾਈ ਸਕੂਲ ਸੈਕੰਡਰੀ ਐਜੂਕੇਸ਼ਨ, ਇਹ ਰਹੇਗੀ 9 to 12th। ਇਹਦੇ ਵਿੱਚ ਬੱਚੇ ਦੀ ਏਜ ਹੋਏਗੀ 14 ਤੋਂ 18 ਸਾਲ। ਇਹਦੇ ਵਿੱਚ ਆਪਾਂ ਕੀ ਕਰਾਂਗੇ, ਬੱਚੇ ਦਾ 4 years ਕਿਉਂ, ਕਿਉਂਕਿ 9th 10th +1 and +2 4 years of multidisciplinary study, ਗ੍ਰੇਟਰ ਡੈਪਥ, ਜ਼ਿਆਦਾ ਡੀਪ ਨੌਲੇਜ ਦੇਵਾਂਗੇ, ਕ੍ਰਿਟੀਕਲ ਥਿੰਕਿੰਗ ਹੋਏਗੀ ਬੱਚਿਆਂ ਦੀ, ਗ੍ਰੇਟਰ ਅਟੈਂਸ਼ਨ ਹੋਏਗੀ, ਸੈਲਫ ਐਸਪੀਰੇਸ਼ਨਸ ਹੋਣਗੀਆਂ, ਬੱਚੇ ਆਪਣੀ ਇੱਛਾ ਨਾਲ ਆਪਣੇ ਸ਼ੌਂਕ ਨਾਲ ਪੜ੍ਹਨਗੇ। ਕਿਉਂਕਿ ਬੱਚੇ ਨੂੰ ਆਪਾਂ ਜਦੋਂ ਇਸ ਮੈਥਡੋਲੋਜੀ ਨਾਲ ਕਰਾਵਾਂਗੇ ਤਾਂ ਪਹਿਲਾਂ ਬੱਚਿਆਂ ਦਾ ਸਕੂਲ ਦੇ ਵਿੱਚ ਇੰਜੋਇਮੈਂਟ, ਲਰਨਿੰਗ, ਪਲੇਵੇ ਮੈਥਡ ਸਾਰਾ ਹੋਇਆ, ਫਿਰ ਜਸਟ ਬੇਸਿਕ ਕਨਸੈਪਟ ਕਲੀਅਰ ਹੋਏ ਪ੍ਰੈਪਰੇਟਰੀ ਸਟੇਜ ਵਿੱਚ, ਫਿਰ ਮਿਡਲ ਸਟੇਜ 'ਚ ਬੱਚੇ ਨੂੰ ਪਾਰਟਿਕੂਲਰ ਸਬਜੈਕਟ ਓਰੀਐਂਟੇਸ਼ਨ ਦਿੱਤੀ, ਮਤਲਬ ਇੱਕ ਪਾਰਟਿਕੂਲਰ ਸਬਜੈਕਟ ਦੇ ਉੱਤੇ ਬੱਚੇ ਨੇ ਫੋਕਸ ਕੀਤਾ। ਜਦੋਂ ਬੱਚੇ ਨੂੰ ਇੱਕ ਪਾਰਟਿਕੂਲਰ ਸਬਜੈਕਟ ਕਲੀਅਰ ਹੋ ਗਿਆ, ਉਹਦਾ ਇੰਟਰਸਟ ਕਲੀਅਰ ਹੋ ਗਿਆ, ਫਿਰ ਆਪਾਂ ਬਹੁਤ ਹੀ ਅੱਛੇ ਤਰੀਕੇ ਨਾਲ ਹਾਈ ਸਕੂਲ ਦੇ ਵਿੱਚ ਉਹਨੂੰ ਪਾਰਟਿਕੂਲਰ ਜਿਹੜਾ ਉਹਦਾ ਇੰਟਰਸਟ ਵਾਲਾ ਸਬਜੈਕਟ ਆ ਉਹਨੂੰ ਗ੍ਰੇਟ ਡੀਪਰ ਨੌਲੇਜ ਦੇਵਾਂਗੇ, ਕ੍ਰਿਟੀਕਲ ਥਿੰਕਿੰਗ ਦੇਵਾਂਗੇ, ਜ਼ਿਆਦਾ ਅਟੈਂਸ਼ਨ ਪੇ ਕਰਾਂਗੇ ਤਾਂ ਕਿ ਬੱਚੇ ਦੇ ਅੰਦਰੋਂ ਆਪਣੇ ਸਬਜੈਕਟ ਲਈ ਰਿਸਪੈਕਟ ਪੈਦਾ ਹੋਵੇ, ਉਹਨੂੰ ਪਤਾ ਲੱਗੇ ਕਿ ਮੈਂ ਆ ਚੀਜ਼ ਪੜ੍ਹਨੀ ਹੈ ਔਰ ਕਿਉਂ ਪੜ੍ਹਨੀ ਹੈ। ਗ੍ਰੇਟਰ ਫਲੈਕਸੀਬਿਲਿਟੀ ਹੋਊਗੀ, ਸਟੂਡੈਂਟ ਦੀ ਆਪਣੀ ਚੋਇਸ ਹੋਊਗੀ। ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਬੱਚਾ ਇੱਥੇ ਆਪਣੇ ਸਬਜੈਕਟ ਓਰੀਐਂਟੇਸ਼ਨ ਤੋਂ ਬਾਅਦ ਇੰਟਰਸਟ ਦਿਖਾਏਗਾ ਕਿਹੜੇ ਸਬਜੈਕਟ ਵਿੱਚ ਜਾਣਾ, ਫਿਰ ਉਹ ਸਟੂਡੈਂਟ ਦੀ ਚੋਇਸ ਦੇ ਅਕੋਰਡਿੰਗ ਹੀ ਆਪਾਂ ਬੱਚੇ ਨੂੰ ਐਕਸਪੋਜ਼ਰ ਕਰਾਂਗੇ ਡਿਫਰੈਂਟ ਸਬਜੈਕਟਸ ਦੇ ਉੱਪਰ। ਔਰ ਜਿਹੜੀ ਕਲਾਸਰੂਮ ਜਿਹੜੀ ਅਸੈਸਮੈਂਟ ਹੈਗੀ ਆ ਇਹ ਵੀ ਬਹੁਤ ਡਿਫਰੈਂਟ ਏਰੀਆਜ਼ ਨਾਲ ਹੋਏਗੀ, ਕਿਉਂਕਿ ਪਹਿਲਾਂ ਆਪਾਂ ਹਰ ਸਾਲ ਬੱਚਿਆਂ ਦੇ ਪੇਪਰ ਲੈਂਦੇ ਆ, ਹੁਣ ਹਰ ਸਾਲ ਪੇਪਰ ਨਹੀਂ ਹੋਇਆ ਕਰਨਗੇ। ਹੁਣ ਜਿਹੜੇ ਬੱਚਿਆਂ ਦੇ ਪੇਪਰ ਨੇ ਉਹ ਆਪਣੇ ਹੋਇਆ ਕਰਨਗੇ ਜਸਟ ਉਹਨਾਂ ਦੇ ਜੋ ਕਲਾਸਿਸ ਹੈਗੀਆਂ, ਫਸਟ ਉਹਨਾਂ ਦੀ ਜਿਹੜੀ ਫਾਊਂਡੇਸ਼ਨਲ ਸਟੇਜ ਹੈਗੀ ਆ ਉਹਦੇ ਐਗਜ਼ਾਮ ਬੱਚਿਆਂ ਦੇ ਗ੍ਰੇਡ 3rd ਦੇ ਵਿੱਚ ਹੋਣਗੇ। 1 ਸਾਲ ਮਤਲਬ ਨਰਸਰੀ ਟੂ 2nd ਤੱਕ ਪੜ੍ਹਨਗੇ, 3rd 'ਚ ਜਾ ਕੇ ਬੱਚਿਆਂ ਦੇ ਗ੍ਰੇਡ 3rd ਦੇ ਵਿੱਚ ਪੇਪਰ ਹੋਣਗੇ। ਜੋ ਬੱਚੇ 3rd 4th 5th 'ਚ ਪੜ੍ਹਨਗੇ ਉਹ ਗ੍ਰੇਡ 5th 'ਚ ਐਗਜ਼ਾਮ ਹੋਣਗੇ। ਜੋ ਬੱਚੇ ਉਸ ਤੋਂ ਬਾਅਦ 6 7 8 ਕਰਨਗੇ ਉਹਦਾ ਐਗਜ਼ਾਮ, ਉਹਦੀ ਅਸੈਸਮੈਂਟ ਆਪਾਂ ਗ੍ਰੇਡ 8 ਵਿੱਚ ਕਰਾਂਗੇ, ਫਿਰ ਗ੍ਰੇਡ 10 ਵਿੱਚ ਕਰਾਂਗੇ ਐਂਡ ਸਿਮਿਲਰਲੀ ਆਪਾਂ ਗ੍ਰੇਡ 12 ਵਿੱਚ ਕਰਾਂਗੇ। ਮਤਲਬ ਹੁਣ ਬੱਚੇ ਨੇ ਨਰਸਰੀ ਤੋਂ 12th ਤੱਕ ਸਿਰਫ ਜਸਟ 5 ਵਾਰ ਪੇਪਰ ਦੇਣੇ ਨੇ, 3rd ਦੇ ਵਿੱਚ 5th ਦੇ ਵਿੱਚ, ਜਿਹਨੂੰ ਆਪਾਂ ਪਹਿਲਾਂ ਬਹੁਤ ਟਾਈਮ ਪਹਿਲਾਂ ਆਪਾਂ ਕਹਿੰਦੇ ਸੀ ਨਾ 5th ਕਲਾਸ ਬੋਰਡ ਦੀ ਹੈ, ਫਿਰ 8th ਬੋਰਡ ਦੀ ਆ, ਫਿਰ ਆਪਾਂ ਕਹਿੰਦੇ ਸੀ 10th ਬੋਰਡ ਦੀ ਆ, ਫਿਰ ਆਪਾਂ ਕਹਿੰਦੇ ਸੀ 12th ਬੋਰਡ ਦੀ ਹੈ। ਸੇਮ ਐਜ਼ ਇਟ ਇਜ਼ ਉਹਨਾਂ ਨੇ ਉਹੀ ਜਿਹੜਾ ਪੁਰਾਣਾ ਟ੍ਰੈਡੀਸ਼ਨਲ ਮੈਥਡ ਸੀਗਾ ਉਹਨੂੰ ਇਹਨਾਂ ਨੇ ਪਿਕ ਕੀਤਾ, ਜਸਟ ਉਹਨਾਂ ਨੇ 3rd ਇਹਦੇ ਵਿੱਚ ਨਵੀਂ ਇੰਟਰੋਡਿਊਸ ਕੀਤੀ, ਕਿਉਂਕਿ ਆਪਾਂ ਜਦੋਂ ਪੇਪਰ ਦਿੱਤੇ ਸੀ ਉਦੋਂ 5ਵੀਂ ਵੀ ਬੋਰਡ ਦੀ ਹੁੰਦੀ ਸੀ, 8th ਵੀ 10th ਵੀ ਔਰ 12th ਵੀ। ਹੁਣ ਇਹਨਾਂ ਨੇ ਨਾਲ 3rd ਵੀ ਕਰ ਦਿੱਤੀ, ਕਿਉਂਕਿ ਜਦੋਂ ਆਪਾਂ ਪੜ੍ਹਦੇ ਸੀ ਉਦੋਂ ਨਰਸਰੀ LKG UKG ਨਹੀਂ ਸੀਗਾ, ਆਪਣੇ ਟਾਈਮ ਜਸਟ ਆਪਾਂ ਫਸਟ ਤੋਂ ਹੀ ਸ਼ੁਰੂ ਕਰਦੇ ਸੀਗੇ, ਤਾਂ ਹੀ ਆਪਣੇ ਜਿਹੜੇ ਐਗਜ਼ਾਮ ਸੀਗੇ ਬੋਰਡ ਦੀ ਕਲਾਸ 5th ਹੁੰਦੀ ਸੀਗੀ। ਲੇਕਿਨ ਇਹਨਾਂ ਦੇ ਆਪਾਂ ਪ੍ਰੀ KG ਤੋਂ ਇੰਟਰੋਡਿਊਸ ਕਰਵਾ ਰਹੇ ਹਾਂ ਬੱਚਿਆਂ ਨੂੰ, ਤਾਂ ਕਰਕੇ ਇਹਨਾਂ ਨੇ ਇੱਕ ਗ੍ਰੇਡ ਵਧਾਤਾ ਜਿਹਦੇ ਵਿੱਚ ਗ੍ਰੇਡ 3rd ਦੇ ਵਿੱਚ ਐਗਜ਼ਾਮ ਹੋਣਗੇ। ਹੁਣ ਸਾਰਾ ਸਾਲ ਬੱਚਿਆਂ ਦੇ ਅਸੈਸਮੈਂਟ ਵੀ ਨਹੀਂ ਹੋਏਗੀ, ਪਾਰਟਿਕੂਲਰ ਡਿਫਰੈਂਟ ਸਾਲਾਂ ਦੇ ਵਿੱਚ ਡਿਫਰੈਂਟ ਸਟੇजेस ਦੇ ਵਿੱਚ ਆਪਾਂ ਬੱਚਿਆਂ ਨੂੰ ਨੌਲੇਜ ਇੰਪਾਰਟ ਕਰਾਂਗੇ, ਬਟ ਅਲਟੀਮੇਟਲੀ ਉਹਨਾਂ ਦੀ ਜਿਹੜੀ ਅਸੈਸਮੈਂਟ ਹੈ ਉਹ ਸਿਰਫ ਇਹਨਾਂ ਪਾਰਟਿਕੂਲਰ ਕਲਾਸਿਸ ਦੇ ਵਿੱਚ ਹੀ ਹੋਏਗੀ। ਫਿਰ ਆਪਾਂ ਕਰਦੇ ਹਾਂ ਅੱਗੇ ਗੱਲ। ਨੈਕਸਟ ਹੈਗਾ ਹਾਈਲਾਈਟਸ ਆਫ ਪੈਡਾਗੋਜੀਕਲ ਸਟਰਕਚਰ। ਜਿਹੜੀ ਪੈਡਾਗੋਜੀਕਲ ਹੁਣ ਇਹਨਾਂ ਨੇ ਐਜੂਕੇਸ਼ਨ ਦੀ ਪੈਡਾਗੋਜੀਜ਼ ਬਣਾਈਆਂ ਨੇ, ਉਹਦੇ ਸਟਰਕਚਰ ਕੀ ਰਹੇਗਾ, ਬੱਚਿਆਂ ਦੇ ਜਿਹੜੇ ਆਪਾਂ ਸਾਲਾਂ ਵਿੱਚ ਐਗਜ਼ਾਮ ਲੈਣੇ ਨੇ ਜਾਂ ਡਿਫਰੈਂਟ ਸਾਲਾਂ ਦੇ ਵਿੱਚ ਬੱਚਿਆਂ ਦੀ ਐਕਟੀਵਿਟੀਜ਼ ਹੋਣਗੀਆਂ, ਉਹਦੇ ਵਿੱਚ ਕੰਪੀਟੈਂਸੀ ਬੇਸਡ ਐਜੂਕੇਸ਼ਨ, ਬੱਚਿਆਂ ਦਾ ਕੰਪੀਟੀਸ਼ਨਸ, ਬੱਚੇ ਨੂੰ ਹਰ ਇੱਕ ਐਕਟੀਵਿਟੀ ਦੇ ਵਿੱਚ, ਹਰ ਇੱਕ ਵਰਕ ਦੇ ਵਿੱਚ ਕੰਪੀਟੀਸ਼ਨ ਦੀ ਫੀਲਿੰਗ ਹੋਏਗੀ, ਕਿਉਂਕਿ ਜਦੋਂ ਬੱਚਾ ਕੰਪੀਟ ਕਰਦਾ, ਬੱਚਾ ਕੰਪੀਟੀਸ਼ਨ ਦੀ ਫੀਲਿੰਗ ਲੈ ਕੇ ਚੱਲਦਾ ਤਾਂ ਬੱਚਾ ਆਪਣੇ ਆਪ ਨੂੰ ਚਾਹੁੰਦਾ ਮੈਂ ਆਪਣਾ 100%, ਹਰ ਇੱਕ ਬੱਚਾ ਆਪਣਾ 100% ਦੇਣ ਦਾ ਟਰਾਈ ਕਰਦਾ, ਕਿਉਂਕਿ ਉਹਦੇ ਅੰਦਰ ਫੀਲਿੰਗ ਹੁੰਦੀ ਹੈ ਕਿ ਮੈਂ ਜਿੱਤਣਾ, ਮੈਂ ਇੱਥੋਂ ਵਿਨ ਕਰਨਾ। ਠੀਕ ਹੈ, ਤਾਂ ਜਿਹੜੀ ਆਪਣੀ ਐਜੂਕੇਸ਼ਨ ਆ ਉਹ ਕੰਪੀਟੈਂਸੀ ਬੇਸਡ ਐਜੂਕੇਸ਼ਨ ਹੋਏਗੀ। ਇੰਟੀਗ੍ਰੇਸ਼ਨ ਆਫ ਸਬਜੈਕਟ, ਜਿਹੜੇ ਵੀ ਆਪਣੇ ਸਬਜੈਕਟਸ ਹੈਗੇ ਆ ਉਹਨਾਂ ਦੀ ਇੰਟੀਗ੍ਰੇਸ਼ਨ, ਫॉर ਐਗਜ਼ਾਮਪਲ ਆਪਾਂ ਸਪੋਰਟਸ ਦੀ ਗੱਲ, ਕਿਉਂਕਿ ਪਹਿਲਾਂ ਜ਼ਿਆਦਾ ਫੋਕਸ ਆਪਾਂ ਕਾਹਤੇ ਕਰਦੇ ਸੀਗੇ, ਸਾਇੰਸ, ਮੈਥਸ ਔਰ ਇੰਗਲਿਸ਼ ਤੇ, ਲੇਕਿਨ ਉਹ ਕਹਿੰਦੇ ਨਾਲ ਨਾਲ ਬੱਚਿਆਂ ਦਾ ਸਪੋਰਟਸ ਦਾ, ਆਰਟਸ ਦਾ, ਇਹ ਸਾਰੇ ਸਬਜੈਕਟਸ ਵੀ ਬਹੁਤ ਜ਼ਿਆਦਾ ਜ਼ਰੂਰੀ ਨੇ। ਤਾਂ ਇਹਨਾਂ ਨੇ ਇਹ ਜਿਹੜੇ ਇੰਟੀਗ੍ਰੇਸ਼ਨ ਆਫ ਸਬਜੈਕਟਸ ਨੇ ਉਹ ਸਾਰਿਆਂ ਨੂੰ ਅਲੱਗ-ਅਲੱਗ ਤਰੀਕੇ ਨਾਲ ਇੰਪਾਰਟ ਕਰਨਾ। ਸਪੋਰਟਸ ਆ, ਦੇਖੋ ਥਾਟਸ ਫॉर ਆਰਟ ਇੰਟੀਗ੍ਰੇਸ਼ਨ, ਸਪੋਰਟਸ ਇੰਟੀਗ੍ਰੇਸ਼ਨ, IT ਮੀਨਸ ਕੰਪਿਊਟਰ ਬੇਸਡ ਐਜੂਕੇਸ਼ਨ, ਜੋ ਅੱਜ ਕੱਲ੍ਹ ਦੇ ਟਾਈਮ ਦੀ ਬੇਸਿਕ ਨੀਡ ਹੈ। ਹੁਣ ਆਪਾਂ ਦੇਖਿਆ ਕਰੋਨਾ ਚੱਲ ਰਿਹਾ ਸੀ,
ਕਰੋਨਾ ਦੇ ਵਿੱਚ ਆਪਾਂ ਜਿਹੜੀ ਕਦੇ ਸੋਚੀ ਨਹੀਂ ਸੀਗੀ ਆਨਲਾਈਨ ਐਜੂਕੇਸ਼ਨ ਈ ਐਜੂਕੇਸ਼ਨ ਸਟਾਰਟ ਕਰਾਂਗੇ, ਤਾਂ ਹੀ ਉਹਨਾਂ ਨੇ ਇਸ IT ਐਜੂਕੇਸ਼ਨ ਇੰਟੀਗ੍ਰੇਟਿਡ ਨੂੰ ਇੱਕ ਮੇਨ ਇਹਦਾ ਪਾਰਟ ਬਣਾ ਕੇ ਹੀ ਕਰ ਦਿੱਤਾ। ਔਰ ਜੋ ਗਵਰਨਮੈਂਟ ਦੀ ਨਵੀਆਂ ਇੰਸਟਰਕਸ਼ਨਸ ਹੈਗੀਆਂ ਉਹਦੇ ਅਕੋਰਡਿੰਗ ਤਾਂ ਉਹ ਕਹਿ ਰਹੇ ਆ ਹਰ ਸੈਟਰਡੇ ਤੁਸੀਂ ਆਨਲਾਈਨ ਕਲਾਸਿਸ ਹੀ ਲਗਾਉਣੀਆਂ, ਤਾਂ ਕਿ ਬੱਚੇ ਨੂੰ ਰੈਗੂਲਰ ਕਲਾਸਿਸ ਦੇ ਨਾਲ ਨਾਲ ਆਨਲਾਈਨ ਕਲਾਸਿਸ ਦੀ ਵੀ ਹੈਬਿਟ ਐਵੇਂ ਸੇਮ ਰਵੇ, ਤਾਂ ਕਿ ਆਪਾਂ ਨੂੰ ਕਦੇ ਵੀ ਕੋਈ ਵੈਦਰ ਕੰਡੀਸ਼ਨਸ ਆਉਂਦੀਆਂ ਨੇ ਜਾਂ ਕੋਈ ਸਟ੍ਰਾਈਕਸ ਆਉਂਦੀਆਂ ਨੇ, ਕੋਈ ਵੀ ਇਦਾਂ ਦੀ ਪ੍ਰੋਬਲਮ ਆਉਂਦੀ ਆ ਜਾਂ ਕੋਈ ਪੈਂਡੈਮਿਕ ਹੀ ਆਂਦਾ, ਤਾਂ ਆਪਾਂ ਰੈਡੀ ਰਹੀਏ ਕਿ ਆਪਾਂ ਆਨਲਾਈਨ ਐਜੂਕੇਸ਼ਨ ਵੀ ਆਪਾਂ ਕਰ ਸਕਦੇ ਹਾਂ, ਤਾਂ ਕਿ ਬੱਚਿਆਂ ਦੀ ਸਟੱਡੀ ਸਫਰ ਨਾ ਹੋ। ਉਸ ਤੋਂ ਬਾਅਦ ਹੈਗਾ ਥਰਡ ਇਹਨਾਂ ਦਾ ਡਿਵੈਲਪਮੈਂਟ ਆਫ ਸਾਇੰਟਿਫਿਕ ਟੈਂਪਰ। ਬੱਚਿਆਂ ਦੇ ਵਿੱਚ ਸਾਇੰਟਿਫਿਕ ਟੈਂਪਰ ਦੀ ਡਿਵੈਲਪਮੈਂਟ ਕਰ ਰਹੇ ਆ, ਤਾਂ ਕਿ ਬੱਚੇ ਲੌਜੀਕਲੀ ਸੋਚਣ, ਥਿੰਕਿੰਗ ਉਹਨਾਂ ਦੀ ਰੀਜਨਲ ਹੋਵੇ, ਉਹਨਾਂ ਨੂੰ ਕ੍ਰਿਟੀਕਲ ਥਿੰਕਿੰਗ ਹੋਵੇ, ਤਾਂ ਕਿ ਉਹਨਾਂ ਨੂੰ ਪਤਾ ਹੋਵੇ ਅਸੀਂ ਕਿਹੜੀ ਚੀਜ਼ ਕਰ ਰਹੇ ਆ, ਕਿਉਂ ਕਰ ਰਹੇ ਆ, ਉਹਦੇ ਕੀ ਪੋਜ਼ਿਟਿਵਿਟੀ ਨੇ, ਕੀ ਨੈਗੇਟਿਵਿਟੀ ਨੇ। ਏਦਾਂ ਦਾ ਸਾਇੰਟਿਫਿਕ ਟੈਂਪਰ ਉਹਨਾਂ ਦਾ ਡਿਵੈਲਪ ਹੋਊਗਾ ਤਾਂ ਡੈਫੀਨੇਟਲੀ ਬੱਚੇ ਹਰ ਇੱਕ ਏਰੀਆ ਨੂੰ ਕੰਪਲੀਟ ਕਰਨਗੇ। ਇਹਦੇ ਵਿੱਚ ਪਾਰਟਿਕੂਲਰ ਡਿਵੈਲਪਮੈਂਟ ਆਫ ਸਾਇੰਟਿਫਿਕ ਟੈਂਪਰ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਇਨਕਲਕੇਸ਼ਨ ਆਫ ਨੌਲੇਜ, ਬੱਚਿਆਂ ਨੂੰ ਹਰ ਇੱਕ ਚੀਜ਼ ਦੀ, ਹਰ ਇੱਕ ਸਬਜੈਕਟ ਦੀ ਪ੍ਰੋਪਰ ਨੌਲੇਜ ਆਏਗੀ। ਪ੍ਰੈਕਟਿਸ ਆਫ ਹਿਊਮਨ ਐਂਡ ਕਨਸਟੀਟਿਊਸ਼ਨਲ ਵੈਲਿਊ, ਜਿਹੜੇ ਆਪਣੇ ਹਿਊਮਨਿਜ਼ਮ ਹੈਗਾ, ਆਪਣਾ ਸੰਵਿਧਾਨ ਹੈਗਾ, ਉਹਦੀਆਂ ਵੈਲਿਊਜ਼ ਹੋਣਗੀਆਂ। ਪੈਟਰੋਟਿਜ਼ਮ, ਸਾਇੰਟਿਫਿਕ ਨॉन ਵਾਇਲੈਂਸ, ਟਰੁਥ, ਓਨੈਸਟੀ, ਪੇਸ਼ੈਂਸ, ਪੀਸ, ਇਹ ਸਾਰੀਆਂ ਚੀਜ਼ਾਂ ਇੱਥੇ ਡਿਸਕਸ ਹੋਣਗੀਆਂ ਤਾਂ ਕਿ ਬੱਚੇ ਦੀ ਅੱਛੀ ਗਰੋਥ ਹੋ ਸਕੇ। फिर नेक्स्ट हैगा अपने को नो सिलोज अमंग सब्जेक्ट लर्निंग। वो कहते इत्थे हुण कोई नो हार्ड सैपरेशन बिटवीन द करिकुलर और करिकुलम, एक्स्ट्रा करिकुलर एक्टिविटीज एकेडैमिक जिहड़े हैगे ने इहदे विच वो कहंदे मतलब हर एक चीज नाल चलेगी अपनी। अगे आपां कहंदे मेन पढ़ना, बाकी चीज़ां नूं नहीं पढ़ना, पर वो कहंदे नो सिलोज हुण कोई वो नहीं हैगा, कोई सैपरेशन नहीं हैगी, हर एक चीज़ जरूरी है। आर्ट एजुकेशन जरूरी है, स्पोर्ट्स एजुकेशन जरूरी है, वोकेशनल एजुकेशन जरूरी है, एकेडैमिक जरूरी है, साइंस ह्यूमैनिटीज, ये सारिया चीज़ां ही जरूरी है। और सारिया चीज़ां नाल, क्योंकि बच्चे दे आपां सिर्फ एक आस्पेक्ट नूं डेवलप नहीं करना, बच्चे दी ऑल राउंड डेवलपमेंट करनी है, ताकि बच्चा जे अपना पढ़ाई विच अच्छा नहीं तो एक अच्छा खिडारी, अच्छा गेम्स विच जाके या अच्छा आर्टिस्ट बन सके, मतलब किसी एरिया विच तां बैटर होवे ना। ਆਪਾਂ ਨੂੰ ਕੱਲ ਨੂੰ ਬੱਚੇ ਦੀ ਇਹ ਫਿਕਰ ਤਾਂ ਨਾ ਹੋਵੇ ਸਾਡਾ ਬੱਚਾ ਪੜਿਆ ਨਹੀਂ, ਉਹਦੇ ਨੰਬਰ ਘੱਟ ਆ, ਅਸੀਂ ਬੱਚੇ ਨੂੰ ਕਿੱਥੇ ਲੈ ਕੇ ਜਾਈਏ, ਕੀ ਕਰੀਏ। ਆਪਣੇ ਕੋਲੇ ਬਹੁਤ ਸਾਰੀ ਨੰਬਰ ਆਫ ਚੋਇਸਿਸ ਹੋਣਗੀਆਂ ਕਿ ਬੱਚਾ ਜੇ ਪੜ੍ਹਾਈ ਦੇ ਵਿੱਚ ਵੀਕ ਹੈਗਾ ਤਾਂ ਪਾਰਟਿਕੂਲਰ ਆਹ ਵਾਲਾ ਏਰੀਆ ਸਕੂਲ ਨੇ ਇਹਦਾ ਅੱਛਾ ਡਿਵੈਲਪ ਕੀਤਾ ਹੋਇਆ, ਅੱਛੀ ਬੱਚੇ ਦੀ ਗਰੋਥ ਹੋਈ ਹੈ, ਤਾਂ ਕਿਉਂ ਨਹੀਂ ਆਪਾਂ ਇਸ ਵੱਲ ਚੱਲਦੇ ਆ, ਤਾਂ ਕਿ ਆਪਣਾ ਹੁਣ ਕੋਈ ਵੀ ਬੱਚਾ ਹੈਗਾ ਮੈਂਟਲੀ ਉਹ ਸਫਰ ਨਹੀਂ ਕਰੇਗਾ ਕਿ ਮੈਂ ਪੜ੍ਹਾਈ ਦੇ ਵਿੱਚ ਵੀਕ ਆ ਤਾਂ ਮੈਂ ਕੁਝ ਨਹੀਂ। कोई बच्चा पढ़ाई दे विच एक पर्टिकुलर सबजैक्ट विच वीक है तो कोई प्रॉब्लम नहीं, तुसी बच्चे नूं जे साइंस नहीं बच्चे नूं अच्छी आ रही तो बच्चे नूं लैंग्वेज अच्छी आंदी होएगी, आपां ओहदे ते वर्क करांगे। जे बच्चे नूं लैंग्वेज नहीं अच्छी आ रही, बच्चे दा मैथ्स करांगे। मतलब हुण इत्थे मतलब वो कहंदे तुसी बच्चे दा कोई भी एक आस्पेक्ट है जिथे बच्चे दा इंटरस्ट है ओही करो, ताकि बच्चा उस एरिया विच तां 100% होवे ना। अपना बच्चा नकारा और एक ऐदां दा बच्चा कंसीडर करके कि कुछ नहीं कर सकदा, उहनूं आपां डिस्कार्ड कर दिंदे आ स्कूल तो, आपां सोसाइटी तो कट ऑफ कर दिंदे आ। बच्चा डे बाय डे टीचर्स कई बार कह दिंदे आ ये कुछ नहीं कर सकदा, ये तां ऐदां, ये तां कुछ नहीं पढ़दा, ये बच्चा वीक आ। वो बच्चा मैंटली इन्ना कि डिप्रैशन च चला जाता, इन्ना मैंटली रिटार्डेड हो जाता कि वो किसी एरिए नूं भी वर्क नहीं कर पाता। वो सारे कुछ ही, क्योंकि देखो परमात्मा ने सारे गुण सारिਆਂ ਨੂੰ नहीं बख्शे हुए, लेकिन हर एक विच यूनीकनेस हैगी आ, आपां उसे यूनीकनेस नूं पकड़ना, उसनूं कैच करना और बच्चे दी ग्रोथ करनी। दैन हैगा एम्फेसाइज ऑन डिजिटल लिटरेसी। ये आपां नूं पहले पता कि हुण डिजिटली वर्क चल रहा है तो आपां उहदे ते वर्क करांगे। साइड बाय साइड बच्चों दे जिहड़े ऐदां दी डिजिटल नॉलेज हैगी आ, लिटरेचर आ, कोडिंग आ, कंप्यूटर दे रिलेटेड हैगा, थिंकिंग आ, एथिकल आ, मॉरल आ, ये सारे जिहड़े रीजनिंग हैगी है बच्चे दी, आपां इहनूं अलग अलग एरिया ते पॉलिश करांगे। नैक्सट हैगा अपने कोले प्रमोशन ऑफ द मल्टीलिंगुअल टीचिंग। मल्टीलिंगुअल टीचिंग देखो पहला इस पॉइंट नूं डिस्कस करना बहुत जरूरी है। जे सारे पेरेंट्स सुन रहे तो प्लीज ध्यान नाल सुनो। आपां ज़्यादा मेन फोकस करते हैं कि मैडम साडा बच्चे नूं बस इंग्लिश ही आनी चाहिए है। देखो एक सब्जेक्ट की नॉलेज होना बहुत जरूरी है, रैदर दैन टू नो हाउ टू स्पीक इंग्लिश।
ਇੰਗਲਿਸ਼। ਇਹ ਚੀਜ਼ਾਂ ਜ਼ਰੂਰੀ ਨਹੀਂ ਹੈਗੀਆਂ ਕਿ ਇੰਗਲਿਸ਼ ਕਿਵੇਂ ਬੋਲਣੀ ਆ। ਦੇਖੋ ਇੰਗਲਿਸ਼ ਇੱਕ ਲੈਂਗੁਏਜ ਆ, ਪੰਜਾਬੀ ਇੱਕ ਲੈਂਗੁਏਜ ਆ, ਹਿੰਦੀ ਇੱਕ ਲੈਂਗੁਏਜ ਆ, ਬੰਗਲਾ ਇੱਕ ਲੈਂਗੁਏਜ ਆ, ਗੁਜਰਾਤੀ ਇੱਕ, ਹਰ ਇੱਕ ਲੈਂਗੁਏਜ ਤੇ ਆਪਣੀ ਰਿਸਪੈਕਟ ਆ। ਦੇਖੋ ਆਪਾਂ ਮੈਂ ਸਿਰਫ ਆਪਣੇ ਪੰਜਾਬ 'ਚ ਹੀ ਦੇਖਿਆ ਕਿ ਆਪਾਂ ਸਿਰਫ ਇੰਗਲਿਸ਼ ਨੂੰ ਮੇਨ ਕਰਦੇ ਹਾਂ, ਬਾਕੀ ਸਾਰੀਆਂ ਲੈਂਗੁਏਜਸ ਈਵਨ ਕਿ ਪੰਜਾਬੀ ਨੂੰ ਤਾਂ ਆਪਾਂ ਬਿਲਕੁਲ ਹੀ ਕ੍ਰਾਸ ਕਰ ਦਿੰਦੇ ਹਾਂ ਨਾ। ਪੰਜਾਬੀ ਤਾਂ ਹੋਣੀ ਨਹੀਂ ਚਾਹੀਦੀ, ਕਿਉਂ? ਕਿਉਂਕਿ ਇਹ ਆਪਣੀ ਮਦਰ ਲੈਂਗੁਏਜ ਆ। ਬੱਚਾ ਆਪਣੇ ਬਾਏ ਬਰਥ ਬਾਏ ਮਦਰ ਦੀ ਫੀਡ ਤੋਂ ਹੀ ਇਹ ਲੈਂਗੁਏਜ ਲੈਣਾ ਸ਼ੁਰੂ ਕਰ ਦਿੰਦਾ, ਆਪਾਂ ਇਹਨੂੰ ਬਿਲਕੁਲ ਖਤਮ ਕਰ ਦਿੰਦੇ ਆ। ਔਰ ਜਿਹੜੇ ਇਮੋਸ਼ਨਸ ਨੇ, ਵੈਲਿਊਜ਼ ਨੇ, ਕਲਚਰਲ ਐਥੀਕਲਸ ਨੋਰਮਸ ਨੇ, ਉਹ ਸਾਰੇ ਬੱਚਾ ਆਪਣੇ ਮਾਂ ਦੇ, ਜਦੋਂ ਬੱਚਾ ਫੀਡ ਲੈਂਦਾ ਜਾਂ ਮਾਂ ਦੇ ਜਾਂ ਆਪਣੀ ਫੈਮਿਲੀ ਦੇ ਕੰਟੈਕਟ ਵਿੱਚ ਹੁੰਦਾ, ਉਦੋਂ ਤਾਂ ਬੱਚਾ ਸਿੱਖਦਾ। ਔਰ ਜਦੋਂ ਆਪਾਂ ਇਹ ਲੈਂਗੁਏਜ ਨੂੰ ਬਿਲਕੁਲ ਟੋਟਲੀ ਖਤਮ ਕਰ ਦਿੰਦੇ ਆ, ਬੱਚਾ ਸੁਣਦਾ ਹੀ ਨਹੀਂ, ਤਾਂ ਬੱਚੇ ਦਾ ਇੱਕ ਏਰੀਆ ਆਪਾਂ ਪਹਿਲਾਂ ਹੀ ਕ੍ਰਾਸ ਕਰ ਦਿੰਦੇ ਆ, ਬੱਚੇ ਦੀ ਸੋਚ ਹੀ ਖਤਮ ਕਰ ਦਿੰਦੇ ਆ। ਆਪਾਂ ਬੱਚੇ ਕੋਲ ਇੰਗਲਿਸ਼ ਹੀ ਬੋਲੀ ਜਾ ਰਹੇ ਆ, ਉਹ ਜਿਹੜੀ ਇੰਗਲਿਸ਼ ਬੋਲ ਰਹੇ ਆ ਉਹ ਬੱਚੇ ਦੇ ਉੱਪਰੋਂ ਲੰਘੀ ਜਾ ਰਹੀ ਆ। ਹੋ ਸਕਦਾ ਜੇ ਆਪਾਂ ਉਹਨੂੰ ਉਹਦੀ ਲੋਕਲ ਲੈਂਗੁਏਜ ਦੇ ਵਿੱਚ ਉਹ ਚੀਜ਼ ਸਮਝਾਈਏ ਤਾਂ ਬੱਚਾ ਬਹੁਤ ਅੱਛੇ ਤਰੀਕੇ ਨਾਲ ਸਮਝ ਜਾਵੇ, ਲੇਕਿਨ ਆਪਾਂ ਕਹਿੰਦੇ ਨਹੀਂ ਮੈਡਮ ਇਹਨੂੰ ਸਿਰਫ ਇੰਗਲਿਸ਼ ਹੀ ਕਰਾਓ। ਨੋ ਡਾਊਟ ਇੰਗਲਿਸ਼ ਬਹੁਤ ਜ਼ਰੂਰੀ ਆ। ਅੱਜ ਕੱਲ ਦੇ ਟਾਈਮ ਦੇ ਵਿੱਚ ਸਰਵਾਈਵ ਕਰਨ ਲਈ ਆਪਾਂ ਨੂੰ ਪਤਾ ਇੰਗਲਿਸ਼ ਜ਼ਰੂਰੀ ਹੈ, ਹੋਣੀ ਚਾਹੀਦੀ ਹੈ, ਬਟ ਉਹਦਾ ਇੱਕ ਮਾਹੌਲ ਬਣਾਉਣਾ ਪੈਂਦਾ। ਕਿਉਂਕਿ ਹਰ ਇੱਕ ਲੈਂਗੁਏਜ ਸਿੱਖਣ ਲਈ ਆਪਾਂ ਪਹਿਲਾਂ ਸਿਚੁਏਸ਼ਨ, ਐਟਮੋਸਫੇਅਰ ਕ੍ਰੀਏਟ ਕਰਦੇ ਆ। ਜਦੋਂ ਇੱਕ ਬੱਚਾ ਛੋਟਾ ਜਿਹਾ ਜਨਮ ਲੈਂਦਾ, ਉਹਨੂੰ ਪਤਾ ਨਹੀਂ ਹੁੰਦਾ ਇੰਗਲਿਸ਼ ਕੀ ਆ, ਪੰਜਾਬੀ ਕੀ ਆ, ਹਿੰਦੀ ਕੀ ਆ। ਜਦੋਂ ਘਰ ਦੇ ਵਿੱਚ ਮੰਮੀ ਪਾਪਾ ਜਾਂ ਘਰ ਦੇ ਦਾਦਾ ਦਾਦੀ ਜਿਹੜੀ ਲੈਂਗੁਏਜ ਯੂਜ਼ ਕਰਦੇ ਆ, ਬੱਚਾ ਆਪਣੇ ਆਪ ਹੌਲੀ ਹੌਲੀ ਉਹੀ ਬੋਲਣਾ ਸਿੱਖਦਾ ਨਾ। ਬੱਚੇ ਨੂੰ ਤੁਸੀਂ ਮਾਂ ਕਹੋਗੇ ਤਾਂ ਬੱਚਾ ਹੌਲੀ ਹੌਲੀ ਮਾਂ ਕਹਿਣਾ ਸਿੱਖਦਾ। ਅਦਰਵਾਈਜ਼ ਬੱਚਾ ਜਦੋਂ ਬਰਥ ਹੁੰਦਾ, ਬੱਚੇ ਦਾ ਤਾਂ ਜਿਹੜਾ ਵਿਜ਼ਨ ਹੈਗਾ ਉਹ ਵੀ ਕਲੀਅਰ ਨਹੀਂ ਹੁੰਦਾ। ਬੱਚਾ ਪਹਿਲਾਂ ਛੋਟਾ ਹੁੰਦਾ, ਸਭ ਕੁਝ ਚਲਾ ਜਾਂਦਾ, ਕਿਉਂਕਿ ਉਹਨੂੰ ਵਿਜ਼ਨ ਪ੍ਰੋਪਰ ਬਣਿਆ ਨਹੀਂ ਹੁੰਦਾ, ਉਹਨੂੰ ਪਤਾ ਨਹੀਂ ਹੁੰਦਾ। ਉਹਦੇ ਜਿਹੜਾ ਅੱਖਾਂ ਦੇ ਮੂਹਰੇ ਨਾ ਧੁੰਦਲਾ ਹੁੰਦਾ, ਉਹਨੂੰ ਇੱਕ ਫੇਸ ਦੇ ਤਿੰਨ ਟ੍ਰਿਪਲ ਫੇਸਿਸ ਦਿੰਦੇ ਆ, ਤਾਂ ਕਰਕੇ ਹਰ ਇੱਕ ਕੋਲ ਹੀ ਚਲਾ ਜਾਂਦਾ। ਜਦੋਂ ਬੱਚੇ ਦਾ ਹੌਲੀ ਹੌਲੀ ਵਿਜ਼ਨ ਜਿਹੜਾ ਇਕੱਠਾ ਹੋਣਾ ਸ਼ੁਰੂ ਹੁੰਦਾ, ਜਦੋਂ ਉਹਨੂੰ ਇੱਕ ਪਾਰਟਿਕੂਲਰ ਇਮੇਜ ਕਲੀਅਰ ਹੋਣੀ ਸ਼ੁਰੂ ਹੁੰਦੀ ਹੈ, ਫਿਰ ਉਹਨੂੰ ਪਤਾ ਚੱਲਦਾ ਇਹ ਪਿਕਚਰ ਮੇਰੀ ਮੰਮੀ ਦੀ ਆ, ਫਿਰ ਉਹ ਭੱਜ ਕੇ ਮੰਮੀ ਕੋਲ ਹੀ ਜਾਏਗਾ, ਕਿਸੇ ਹੋਰ ਕੋਲ ਨਹੀਂ ਜਾਂਦਾ। ਤਾਂ ਇਹੀ ਰੀਜ਼ਨ ਹੈ ਕਿ ਦੇਖੋ ਬੱਚਾ ਜਦੋਂ ਬਚਪਨ ਦੇ ਵਿੱਚ ਬੱਚੇ ਦਾ ਬਰਥ ਹੁੰਦਾ ਨਾ, ਜਦੋਂ ਆਪਾਂ ਉਹ ਬਿਲਕੁਲ ਦੇਖੋ ਕੋਰਾ ਕਾਗਜ਼ ਹੁੰਦਾ ਆਪਣੇ ਕੋਲੇ, ਆਪਾਂ ਹੀ ਸਾਰਾ ਕੁਝ ਲਿਖਦੇ ਆ ਨਾ ਉਹਦੇ ਤੇ। ਤਾਂ ਫਿਰ ਦੇਖੋ ਜਿਹੜੀ ਲੈਂਗੁਏਜ ਆਪਾਂ ਸਿਖਾਈ, ਆਪਣਾ ਜਿਹੜਾ ਕਲਚਰ ਹੈਗਾ, ਹੁਣ ਉਹੀ ਜੇ ਸੇਮ ਲੈਂਗੁਏਜ ਦੇ ਵਿੱਚ ਆਪਾਂ ਉਹਨਾਂ ਨੂੰ ਇੱਕ ਪਾਰਟਿਕੂਲਰ ਨੌਲੇਜ ਦੇ ਰਹੇ ਆ, ਜਾਂ ਬੱਚਾ ਕੋਈ ਸ਼ਰਾਰਤੀ ਆ, ਉਹਨੂੰ ਆਪਾਂ ਡਿਸਿਪਲਿਨ ਜਾਂ ਕੋਈ ਵੈਲਿਊਜ਼ ਨੇ ਜਾਂ ਮੋਰਲ ਵੈਲਿਊਜ਼ ਨੇ, ਉਹਨੂੰ ਆਪਾਂ ਉਹ ਲੈਂਗੁਏਜ ਦਿੰਦੇ ਆ, ਤਾਂ ਉਹ ਬੱਚੇ ਦੇ ਅੰਦਰ ਤੱਕ ਜਾ ਕੇ ਫੀਲ ਕਰਦਾ, ਬੱਚਾ ਅਹਿਸਾਸ ਕਰਦਾ, ਹਾਂ ਮੈਡਮ ਨੇ ਕਿਹਾ ਬੇਟਾ ਡੋਂਟ ਡੂ ਦਿਸ, ਮੈਡਮ ਨੇ ਕਿਹਾ ਬੇਟਾ ਇਹ ਗਲਤ ਗੱਲ ਹੈ, ਬੇਟਾ ਏਦਾਂ ਨਹੀਂ ਕਰਨਾ। ਉਹ ਜਦੋਂ ਮੈਡਮ ਨੇ ਇਹ ਲੈਂਗੁਏਜ ਨੂੰ ਬੱਚੇ ਦੀ ਲੋਕਲ ਲੈਂਗੁਏਜ 'ਚ ਕਿਹਾ ਨਾ, ਬੱਚੇ ਦੇ ਦਿਮਾਗ ਤੇ ਅਸਰ ਕਰੇਗਾ, ਉਹਨੂੰ ਲੱਗੇਗਾ ਨਹੀਂ ਮੇਰੇ ਮੈਡਮ ਨੇ ਮਨਾ ਕੀਤਾ, ਮੈਂ ਇਹ ਕੰਮ ਨਹੀਂ ਕਰਨਾ, ਤਾਂ ਹੀ ਕਰੇਗਾ। ਜਦੋਂ ਆਪਾਂ ਨੂੰ ਇੰਗਲਿਸ਼ 'ਚ ਬੋਲ ਦਿੰਦੇ ਆ, ਬੱਚੇ ਨੂੰ ਉਹਦਾ ਮੀਨਿੰਗ ਹੀ ਨਹੀਂ ਕਲੀਅਰ, ਤਾਂ ਬੱਚਾ ਤੁਹਾਨੂੰ ਕੈਚ ਨਹੀਂ ਕਰੇਗਾ ਤੁਸੀਂ ਕੀ ਕਹਿ ਰਹੇ ਹੋ। ਤਾਂ ਮਤਲਬ ਲੈਂਗੁਏਜ ਹੋਣੀ ਚਾਹੀਦੀ ਆ, ਬਟ ਉਹ ਕਹਿੰਦਾ ਜਿਹੜਾ ਬੇਸਿਕ ਫੰਡਾ ਮੈਂ ਆਪਣੀ ਜਿਹੜੀ ਮੇਨ ਆਪਣੀ ਫਾਊਂਡੇਸ਼ਨਲ ਸਟੇਜ ਹੈਗੀ ਆ, ਉਹਦੇ ਵਿੱਚ ਤਾਂ ਆਪਾਂ ਬੱਚੇ ਨੂੰ ਪਿਆਰ ਨਾਲ, ਪਲੇਵੇ ਮੈਥਡ ਨਾਲ, ਉਹਦੀ ਲੋਕਲ ਲੈਂਗੁਏਜ ਨਾਲ ਹੀ ਚੱਲੀਏ ਤਾਂ ਜ਼ਿਆਦਾ ਬੈਟਰ ਆ, ਤਾਂ ਕਿ ਬੱਚੇ ਨੂੰ ਅੰਡਰਸਟੈਂਡਿੰਗ, ਬੱਚਾ ਤੁਹਾਡਾ ਤੋਤੇ ਵਾਂਗੂ ਬੋਲੇ ਰੱਟੇ, ਬੱਚੇ ਨੂੰ ਹਰ ਚੀਜ਼ ਦੀ ਨੌਲੇਜ ਹੋਵੇ। ਤੁਸੀਂ ਕੋਲ ਖੜੇ ਕਹੋ ਵੀ ਸਾਨੂੰ ਤਾਂ ਇਹ ਚੀਜ਼ ਪਤਾ ਨਹੀਂ, ਲੇਕਿਨ ਬੱਚਾ ਬੋਲੂਗਾ, ਕਿਉਂਕਿ ਬੱਚੇ ਦੇ ਆਪਾਂ ਡਿਵੈਲਪਮੈਂਟ ਹੀ ਉਸ ਤਰੀਕੇ ਨਾਲ ਕਰ ਰਹੇ ਹਾਂ। ਤਾਂ ਇਹ ਬਹੁਤ ਜ਼ਰੂਰੀ ਹੈ। ਜਿਵੇਂ ਜਿਵੇਂ ਬੱਚੇ ਦਾ ਪਾਰਟਿਕੂਲਰ ਸਬਜੈਕਟ ਆ ਜਾਏਗਾ, ਪਾਰਟਿਕੂਲਰ ਸਟੇਜਿਸ ਆ ਜਾਣਗੀਆਂ, ਆਪਾਂ ਬੱਚੇ ਦਾ ਜਿਹੜਾ ਇੰਟਰਸਟ ਹੋਇਆ ਉਹਨੂੰ ਉਸੇ ਸਬਜੈਕਟ ਵੱਲ ਉਹਨੂੰ ਆਪਾਂ ਪਰਫੈਕਟ ਕਰ ਦਾਂਗੇ। ਠੀਕ ਹੈ, ਇੰਗਲਿਸ਼ ਹੁਣ ਚੱਲ ਰਹੀ ਹੈ ਤੇ ਇੰਗਲਿਸ਼ ਦੇ ਵਿੱਚ ਨਾਲ ਨਾਲ ਬੱਚੇ ਦਾ ਆਪਾਂ ਪਲੇਵੇ ਇੰਗਲਿਸ਼ ਐਕਸਪਲੇਨ ਇੰਗਲਿਸ਼ 'ਚ ਵੀ ਕਰੋ, ਲੇਕਿਨ ਨਾਲ ਨਾਲ ਉਹਨੂੰ ਜਦੋਂ ਆਪਾਂ ਟ੍ਰਾਂਸਲੇਟ ਕਰਨਾ ਤਾਂ ਆਪਾਂ ਟਰਾਈ ਕਰੀਏ ਕਿ ਲੋਕਲ ਲੈਂਗੁਏਜ ਲਈਏ, ਤਾਂ ਕਿ ਬੱਚਾ ਉਹਨੂੰ ਸਮਝੇ, ਅੰਡਰਸਟੈਂਡ ਕਰੇ ਔਰ ਆਪਣਾ ਬੱਚਾ ਆਲ ਰਾਊਂਡਰ ਬਣੇ। ਨੈਕਸਟ ਆ ਜਾਂਦੇ ਹਾਂ ਆਪਾਂ encouraging 21st century skills in classroom। ਹੁਣ ਆਪਾਂ ਕਲਾਸਰੂਮ ਦੇ ਵਿੱਚ 21st century ਦੇ ਵਿੱਚ ਆਪਾਂ ਕਲਾਸਰੂਮ ਦੇ ਵਿੱਚ ਕੀ ਚਾਹੁੰਦੇ ਆ ਕਿ ਬੱਚਾ ਕਿੱਦਾਂ ਆਪਣੇ ਆਪ ਨੂੰ ਪੋਲਿਸ਼ ਕਰੇ, ਔਰ ਕਿਹੜੇ ਕਿਹੜੇ ਬੱਚੇ ਦੇ ਏਰੀਆ ਜਿਹੜੇ ਕਿ ਬਹੁਤ ਅੱਛੇ ਸ਼ਾਨਦਾਰ ਡਿਵੈਲਪ ਹੋਣ। ਸਭ ਤੋਂ ਪਹਿਲਾਂ ਡਿਜੀਟਲ ਲਿਟਰੇਸੀ, ਆਪਾਂ ਆਨਲਾਈਨ ਐਜੂਕੇਸ਼ਨ ਨਾਲ ਲੈ ਕੇ ਚੱਲਦੇ ਆ। ਫਿਰ ਬੱਚੇ ਦੀ ਕੋਈ ਪ੍ਰੋਬਲਮ ਆ ਰਹੀ ਆ, ਉਹਨੂੰ ਲੈ ਕੇ, ਜਾਂ ਪਜ਼ਲਸ ਨੇ, ਕੋਈ ਚੀਜ਼ ਬੱਚਾ ਬਣਾ ਰਿਹਾ, ਪ੍ਰੋਬਲਮ ਸੋਲਵਿੰਗ ਮੈਥਡ ਨਾਲ ਆਪਾਂ ਉਹ ਬੱਚੇ ਦੀ ਹੈਲਪ ਕਰ ਰਹੇ ਆ। ਥਰਡ ਆ ਜਾਂਦਾ ਆਪਣਾ ਕਮਿਊਨੀਕੇਸ਼ਨ, ਆਪਾਂ ਕਮਿਊਨੀਕੇਟ, ਦੇਖੋ ਬੱਚੇ ਨੂੰ ਕੋਈ ਪ੍ਰੋਬਲਮ ਆਈ ਹੈ, ਜਿੰਨੀ ਦੇਰ ਉਹ ਬੱਚਾ ਟੀਚਰ ਪਿਆਰ ਨਾਲ ਇੱਕ ਅੱਛਾ ਹੈਲਦੀ ਰਿਲੇਸ਼ਨ ਬਣਾ ਕੇ ਬੱਚੇ ਨੂੰ ਇਹ ਅਹਿਸਾਸ ਨਹੀਂ ਕਰਾਊਗਾ ਬੇਟਾ ਤੈਨੂੰ ਕੋਈ ਚੀਜ਼ ਨਹੀਂ ਸਮਝ ਆਈ ਤਾਂ ਮੈਨੂੰ ਪੁੱਛਣੀ ਆ, ਜਦੋਂ ਬੱਚੇ ਦੇ ਅੰਦਰੋਂ ਫੀਲਿੰਗ ਨਹੀਂ ਨਾ ਆਉਂਦੀ ਕਿ ਮੈਂ ਮੈਡਮ ਨੂੰ ਖੜਾ ਹੋ ਕੇ ਪੁੱਛਾਂ, ਓਨੀ ਦੇਰ ਬੱਚੇ ਦੀ ਜਿਹੜੀ ਲਰਨਿੰਗ ਆ ਉਹ ਸਕਸੈਸਫੁਲ ਨਹੀਂ ਹੋ ਰਹੀ। ਤਾਂ ਕਰਕੇ ਆਪਾਂ ਨੂੰ ਇੱਥੇ ਜ਼ਿਆਦਾ ਸਟ੍ਰੈਸ ਦੇਣਾ ਪਏਗਾ ਕਿ ਬੱਚੇ ਦੇ ਵਿੱਚ ਸਭ ਤੋਂ ਪਹਿਲਾਂ
ਇਹ ਫੀਲਿੰਗ ਕ੍ਰੀਏਟ ਕਰਨੀ ਹੈ ਕਿ ਬੱਚੇ ਨੂੰ ਕੋਈ ਪ੍ਰੋਬਲਮ ਆ ਰਹੀ ਆ ਤਾਂ ਉਹ ਕਮਿਊਨੀਕੇਟ ਕਰਨਾ ਸਿੱਖੇ, ਉਹਨੂੰ ਪ੍ਰੋਬਲਮ ਨੂੰ ਦੱਸਣਾ ਸਿੱਖੇ। ਕਮਿਊਨੀਕੇਸ਼ਨ ਬੱਚੇ ਦੀ ਅੱਛੀ ਹੋਣੀ ਚਾਹੀਦੀ ਹੈ, ਹੈਲਦੀ ਟੀਚਰ ਸਟੂਡੈਂਟ ਟਾਕ ਹੋਣੀ ਚਾਹੀਦੀ ਹੈ, ਬੱਚੇ ਵਿੱਚ ਕ੍ਰਿਟੀਕਲ ਥਿੰਕਿੰਗ ਨੌਲੇਜ ਆ ਉਹ ਡਿਵੈਲਪ ਹੋਣੀ ਚਾਹੀਦੀ ਹੈ, ਬੱਚੇ ਦੀ ਕ੍ਰੀਏਟੀਵਿਟੀ, ਹਰ ਇੱਕ ਬੱਚਾ ਅਲੱਗ-ਅਲੱਗ ਹੁੰਦਾ, ਇੰਡੀਵਿਜੂਅਲ ਵੇਰੀਏਸ਼ਨ ਹੁੰਦੀ ਆ, ਤਾਂ ਹਰ ਇੱਕ ਦੀ ਯੂਨੀਕ ਕੈਪੇਬਿਲਿਟੀਜ਼ ਔਰ ਕ੍ਰੀਏਟੀਵਿਟੀਜ਼ ਹੁੰਦੀਆਂ, ਆਪਾਂ ਉਹਨਾਂ ਨੂੰ ਪੋਲਿਸ਼ ਕਰਨਾ। ਬੱਚੇ ਦੀ ਸਾਰਾ ਕੁਝ ਕਰਨ ਲਈ, ਬੱਚੇ ਦੀ ਨੌਲੇਜ ਲਈ, ਬੱਚੇ ਦੀ ਪ੍ਰੋਬਲਮ ਲਈ, ਕਮਿਊਨੀਕੇਸ਼ਨ ਲਈ, ਕ੍ਰੀਏਟੀਵਿਟੀ ਲਈ ਸਭ ਤੋਂ ਪਹਿਲਾਂ ਹੈਲਥ ਬਹੁਤ ਜ਼ਰੂਰੀ ਹੈ। ਜੇ ਬੱਚਾ ਹੈਲਦੀ ਨਹੀਂ ਹੋਊਗਾ, ਬੱਚਾ ਫਿਟਨੈਸ ਬੱਚੇ ਦੀ ਅੱਛੀ ਨਹੀਂ ਹੋਊਗੀ ਤਾਂ ਆਪਾਂ ਕਿੱਦਾਂ ਸੋਚ ਸਕਦੇ ਕਿ ਬੱਚੇ ਦਾ ਦਿਮਾਗ ਅੱਛਾ ਚੱਲੂਗਾ। ਸਭ ਤੋਂ ਪਹਿਲਾਂ ਹੈਲਦੀ, ਤਾਂ ਹੀ ਸਵੇਰੇ ਸਵੇਰੇ ਸਾਰੇ ਪੈਰੈਂਟਸ ਨੂੰ ਇਹੀ ਰਿਕੁਐਸਟ ਕਰਦੇ ਹੁੰਦੇ ਆ ਕਿ ਬੱਚੇ ਨੂੰ ਖਾਲੀ ਪੇਟ ਨਾ ਭੇਜਿਆ ਕਰੋ, ਬੱਚੇ ਨੂੰ ਬ੍ਰੇਕਫਾਸਟ ਵਿੱਚ ਕੁਛ ਨਾ ਕੁਛ ਕਰਵਾ ਕੇ ਭੇਜਿਆ ਕਰੋ। ਅਸੈਂਬਲੀ ਹੁੰਦੀ ਹੈ, ਬੱਚੇ ਗਰਮੀ ਦੇ ਵਿੱਚ ਥੋੜੀ ਜਿਹੀ ਧੁੱਪ ਨਹੀਂ ਬਰਦਾਸ਼ਤ ਕਰਦੇ, ਨੀਚੇ ਗਿਰਨੇ, ਚੱਕਰ ਖਾ ਕੇ ਗਿਰਨੇ ਸ਼ੁਰੂ ਕਰ ਦਿੰਦੇ ਨੇ। ਤਾਂ ਜ਼ਰੂਰੀ ਹੈ ਕਿ ਆਪਾਂ ਬੱਚਿਆਂ ਦੀ ਹੈਲਥ ਵੱਲ ਪਹਿਲਾਂ ਧਿਆਨ ਕਰੀਏ ਤਾਂ ਕਿ ਬੱਚੇ ਹੈਲਦੀ ਹੋਣ, ਉਹਨਾਂ ਦਾ ਮਾਈਂਡ ਹੈਲਦੀ ਹੋਵੇ। ਜਿਹੜਾ ਹੈਲਦੀ ਮਾਈਂਡ ਆ that survive in healthy body, body healthy ਨਹੀਂ ਹੋਊਗੀ ਤਾਂ how we can say that mind will be healthy or mind will work properly। ਸੋ ਨੈਕਸਟ ਹੈਗਾ ਆਪਣਾ ਸੋਸ਼ਲ ਰਿਸਪੌਂਸਿਬਿਲਿਟੀ। ਦੇਖੋ ਸਿਰਫ ਆਪਣਾ ਘਰ ਹੀ ਆਪਣਾ ਨਹੀਂ ਹੁੰਦਾ, ਆਪਣੀ ਸੋਸ਼ਲ ਰਿਸਪੌਂਸਿਬਿਲਿਟੀ ਕੀ ਆ। ਜੇ ਮੈਂ ਘਰੇ ਆ ਤਾਂ ਮੈਂ ਆਪਣੇ ਰੂਮ ਨੂੰ ਕਿੱਦਾਂ ਸਾਫ਼ ਰੱਖਣਾ, ਆਪਣੇ ਘਰੇ ਕਿੱਦਾਂ ਧਿਆਨ ਰੱਖਣਾ, ਸਕੂਲ ਆ ਤਾਂ ਮੇਰੀ ਕਲਾਸਰੂਮ ਕਿੱਦਾਂ ਸਾਫ਼ ਰਹਿਣੀ ਚਾਹੀਦੀ ਹੈ, ਮੇਰੀ ਸੁਸਾਇਟੀ ਕਿੱਦਾਂ, ਮੇਰਾ ਨੇਬਰਹੁੱਡ ਕਿੱਦਾਂ, ਇਹ ਸਾਰੀਆਂ ਫੀਲਿੰਗਸ ਆਪਾਂ ਹੀ ਇਨਕਲਕੇਟ ਕਰਨੀਆਂ ਨੇ। ਬੱਚੇ ਦੇ ਐਥਿਕਸ ਨੇ, ਵੈਲਿਊਜ਼ ਨੇ, ਉਹ ਇਨਕਲਕੇਟ ਕਰਨੀ ਹੈ। ਬੱਚੇ ਨੂੰ ਪਤਾ ਹੋਣਾ ਚਾਹੀਦਾ ਕਿਹੜੀ ਚੀਜ਼ ਅੱਛੀ ਹੈ, ਕਿਹੜੀ ਬੁਰੀ ਹੈ, ਕਿਹੜੀ ਚੀਜ਼ ਅਸੀਂ ਨਹੀਂ ਕਰਨੀ, ਕਿਸੇ ਨੂੰ ਦੁੱਖ ਨਾ ਹੋਵੇ, ਕੋਈ ਹਾਰਮ ਨਾ ਹੋਵੇ, ਠੀਕ ਹੈ। ਉਸ ਤੋਂ ਬਾਅਦ ਆਏਗਾ ਸਾਇੰਟਿਫਿਕ ਟੈਂਪਰ। ਫਿਰ ਆਪਾਂ ਸਾਇੰਟਿਫਿਕ ਬੱਚੇ ਦਾ ਟੈਂਪਰ, ਰੀਜ਼ਨਿੰਗ, ਉਹੀ ਲੌਜੀਕਲ ਥਿੰਕਿੰਗ ਨੂੰ ਡਿਵੈਲਪ ਕਰਦੇ ਹਾਂ। ਔਰ ਫਿਰ ਹੈਗਾ ਕੋਲੈਬੋਰੇਸ਼ਨ, ਮਤਲਬ ਮਿਲ ਕੇ ਚੱਲਣਾ, ਬੱਚੇ ਨੂੰ ਟੀਮ ਵਰਕ ਦੇ ਵਿੱਚ ਕੰਮ ਕਰਨਾ ਆ ਜਾਵੇ, ਤਾਂ ਕਿ ਜਦੋਂ ਇੱਕ ਬੰਦਾ ਕਰਦਾ, ਆਪਾਂ ਬੱਚਿਆਂ ਨੂੰ ਟੀਮ ਵਰਕ ਦੀ ਸਭ ਤੋਂ ਅੱਛੀ ਸਟੋਰੀ ਸੁਣਾਉਂਦੇ ਆ ਕਿ ਕਿਸਾਨ ਦੇ 4 ਪੁੱਤਰ ਹੁੰਦੇ ਆ, ਲੜਦੇ ਝਗੜਦੇ ਰਹਿੰਦੇ ਆ। ਫਿਰ ਕਿਸਾਨ ਜਦੋਂ ਮਰਦਾ ਹੈ, ਉਹ ਆਪਾਂ ਸੁਣਾਉਂਦੇ ਆ ਨਾ ਸਟੋਰੀ, ਇਹ ਜਦੋਂ ਕਿਸਾਨ ਮਰਨ ਵਾਲਾ ਹੁੰਦਾ ਫਿਰ ਉਹ ਕਹਿੰਦਾ ਵੀ ਮੇਰੇ ਬੱਚੇ ਤਾਂ ਇਕੱਲੇ ਇਕੱਲੇ ਲੜਦੇ ਰਹਿੰਦੇ, ਇਹਨਾਂ ਨੂੰ ਤਾਂ ਕੋਈ ਵੀ ਖਤਮ ਕਰ ਦੇਗਾ। ਫਿਰ ਉਹ ਸਾਰਿਆਂ ਤੋਂ ਇੱਕ ਸਟਿੱਕ ਮੰਗਾਉਂਦਾ, ਤੋੜਨ ਲਈ ਕਹਿੰਦਾ, ਫਿਰ ਉਹ ਤੋੜ ਦਿੰਦੇ ਆ, ਫਿਰ ਉਹਨਾਂ ਨੂੰ ਬੰਡਲ ਦਿੰਦਾ, ਫਿਰ ਕੋਈ ਨਹੀਂ ਤੋੜ ਪਾਉਂਦਾ। ਫਿਰ ਉਹਦਾ ਮੈਸੇਜ ਕੀ ਹੁੰਦਾ ਵੀ ਏਕਤਾ, ਜਿਹੜੀ ਯੂਨਿਟੀ ਹੈ, ਯੂਨਿਟੀ ਇਜ਼ ਸਟਰੈਂਥ, ਮੀਨਸ ਆਪਾਂ ਇਕੱਠੇ ਰਵਾਂਗੇ, ਕੋਲੈਬੋਰੇਸ਼ਨ ਨਾਲ, ਟੀਮ ਵਰਕ ਨਾਲ ਚੱਲਾਂਗੇ ਤਾਂ ਕੋਈ ਆਪਾਂ ਨੂੰ ਹਰਾ ਨਹੀਂ ਸਕੂਗਾ ਔਰ ਆਪਣਾ ਜਿਹੜਾ ਕੰਮ ਆ ਉਹ ਵੀ 100% ਬੈਟਰ ਹੋਊਗਾ। ਨੈਕਸਟ ਆ ਜਾਂਦੇ ਆ ਆਪਾਂ ਮੈਥਮੈਟਿਕਸ ਐਂਡ ਕੰਪਿਊਟੇਸ਼ਨਲ ਥਿੰਕਿੰਗ। ਮੈਥਮੈਟਿਕਸ ਐਂਡ ਇਹਦੇ ਵਿੱਚ ਦੇਖੋ ਬੱਚਿਆਂ ਦਾ ਆਪਾਂ ਡਿਫਰੈਂਟ ਏਰੀਆ, ਮੈਥਮੈਟੀਕਲ ਐਂਡ ਕੰਪਿਊਟੇਸ਼ਨਲ ਮੀਨਸ ਕੰਪਿਊਟਰ ਰਿਲੇਟਡ ਜਿਹੜੀ ਆਪਾਂ ਲੌਜੀਕਲੀ ਡਿਜੀਟਲ ਆਪਾਂ ਕਰ ਰਹੇ ਹਾਂ, ਥਿੰਕਿੰਗ ਕਰ ਰਹੇ ਹਾਂ, ਉਹ ਬੱਚਿਆਂ ਨੇ ਕਿੱਦਾਂ ਇੰਪਰੂਵ ਕਰਨੀ ਹੈ। ਇਨਕਰੀਜ਼ਡ ਐਮਫੇਸਾਈਜ਼ ਥਰੂ ਆਊਟ ਦਾ ਸੋਸ਼ਲ ਈਅਰ, throughout the school year starting with the foundational। ਸਭ ਤੋਂ ਪਹਿਲਾਂ ਆਪਾਂ ਜਿਹੜੀ ਬੱਚਿਆਂ ਦੀ ਫਾਊਂਡੇਸ਼ਨਲ ਸਟੇਜ ਆ ਉੱਥੋਂ ਹੀ ਸ਼ੁਰੂ ਹੋਵਾਂਗੇ। ਉੱਥੇ ਆਪਾਂ ਬੱਚਿਆਂ ਦਾ ਕੀ ਸਕੂਲਸ ਦੇ ਵਿੱਚ ਬੱਚਿਆਂ ਦੀ ਜਿਹੜੀ ਫਾਊਂਡੇਸ਼ਨਲ ਸਟੇਜ ਆ ਆਪਾਂ ਉੱਥੋਂ ਹੀ ਲੇਬਰ ਆਪਾਂ ਆਪਣੀ ਸਟਾਰਟ ਕਰ ਦੇਣੀ ਆ। ਕਿਹੜੇ ਕਿਹੜੇ ਪਾਰਟਿਕੂਲਰ ਏਰੀਆਜ਼ ਆ ਆਪਾਂ ਉਹਨਾਂ ਨੂੰ ਹਾਈਲਾਈਟ ਕਰਕੇ ਉਹਨਾਂ ਤੇ ਵਰਕ ਕਰਨਾ ਸ਼ੁਰੂ ਕਰਨਾ। ਦੈਨ ਯੂਜ਼ ਆਫ ਵੈਰਾਈਟੀ ਆਫ ਇਨੋਵੇਟਿਵ ਮੈਥਡਸ, ਡਿਫਰੈਂਟ ਮੈਥਡਸ ਹੋਣੇ ਚਾਹੀਦੇ ਆ, ਇਨਕਲੂਡਿੰਗ ਦਾ ਰੈਗੂਲਰ ਯੂਜ਼ ਆਫ ਪਜ਼ਲਸ। ਕਈ ਗੇਮਸ, ਪਜ਼ਲ ਗੇਮਸ ਹੁੰਦੀਆਂ ਨੇ, ਹੌਟ ਪੋਟੈਟੋਜ਼ ਹੁੰਦੀਆਂ ਨੇ, ਡਿਫਰੈਂਟ ਬਹੁਤ ਸਾਰੀਆਂ ਇੱਦਾਂ ਦੀਆਂ ਬ੍ਰੇਨਸਟੋਰਮਿੰਗ ਗੇਮਸ ਹੁੰਦੀਆਂ ਨੇ ਜਿਹੜੀਆਂ ਕਿ ਆਪਾਂ ਬੱਚਿਆਂ ਨੂੰ ਇਨੀਸ਼ੀਅਲ ਸਟੇਜ ਤੇ ਕਰਵਾ ਸਕਦੇ ਆ। ਦੈਟ ਮੇਕ ਦਾ ਮੈਥਮੈਟੀਕਲ ਥਿੰਕਿੰਗ ਮੋਰ ਇੰਜੋਏਬਲ ਐਂਡ ਇੰਗੇਜਿੰਗ, ਤਾਂ ਕਿ ਬੱਚੇ ਇੰਗੇਜ ਮਤਲਬ ਜ਼ਿਆਦਾ ਇਨਵੋਲਵਮੈਂਟ ਕਰਨ। ਬੱਚਿਆਂ ਦੀ ਇੱਦਾਂ ਦੀਆਂ ਐਕਟੀਵਿਟੀਜ਼, ਇੱਦਾਂ ਦੀਆਂ ਗੇਮਸ ਹੋਣੀ ਚਾਹੀਦੀਆਂ ਨੇ ਤਾਂ ਕਿ ਬੱਚੇ ਉਹਦੇ ਵਿੱਚ ਇੰਟਰਸਟ ਨਾਲ ਆਪਣੀ ਥਿੰਕਿੰਗ ਦੇ ਨਾਲ ਇੰਜੋਏ ਵੀ ਕਰਨ ਔਰ ਬੱਚੇ ਪਾਰਟਿਸਿਪੇਟ ਵੀ ਕਰਨ। ਕਿਉਂਕਿ ਜਿਹੜਾ ਬੱਚਾ ਪਾਰਟਿਸਿਪੇਟ ਕਰੂਗਾ ਡੈਫੀਨੇਟਲੀ ਉਹਦਾ ਏਰੀਆ ਡਿਵੈਲਪ ਹੋਊਗਾ। ਜਿਹੜਾ ਬੱਚਾ ਪਾਰਟਿਸਿਪੇਟ ਹੀ ਨਹੀਂ ਕਰ ਰਿਹਾ ਉਹਦੇ ਲਈ ਫਿਰ ਥੋੜਾ ਜਿਹਾ ਮੁਸ਼ਕਿਲ ਆ ਜਾਂਦੀ ਹੈ। ਨੈਕਸਟ ਹੈਗਾ ਆਪਣਾ ਇੰਟਰੋਡਕਸ਼ਨ ਆਫ ਐਕਟੀਵਿਟੀਜ਼ ਇਨਵੋਲਵਿੰਗ ਕੋਡਿੰਗ ਐਂਡ ਕੋਡਿੰਗ ਇਨ ਮਿਡਲ ਸਟੇਜ। ਜਿਹੜੀ ਆਪਾਂ ਕੋਡਿੰਗ ਐਜੂਕੇਸ਼ਨ ਮਿਡਲ ਸਟੇਜ ਦੇ ਵਿੱਚ ਕੀਤੀ ਹੈ, ਡਿਸਕਸ ਕੀਤੀ ਪਿੱਛੇ, ਉਹ ਸਾਰੀ ਐਕਟੀਵਿਟੀਜ਼ ਜਿਹੜੀਆਂ ਹੈਗੀਆਂ ਕਿ ਆਪਾਂ ਇਹਨਾਂ ਨੂੰ ਸ਼ੁਰੂ ਕਰਵਾ ਦਿੰਦੇ ਤਾਂ ਕਿ ਬੱਚੇ ਦੀ ਅੱਛੀ ਰੀਜ਼ਨਿੰਗ ਔਰ ਅੱਛੀ ਥਿੰਕਿੰਗ ਡਿਵੈਲਪ ਹੋ ਸਕੇ। ਦੈਨ ਹੈਗੇ ਨੈਕਸਟ ਐਮਫੇਸਾਈਜ਼ ਔਨ ਵੋਕੇਸ਼ਨਲ। ਵੋਕੇਸ਼ਨ ਕੀ ਹੈ, ਬੱਚੇ ਨੇ ਫਰਦਰ ਆਪਣੀ ਸਟੱਡੀ ਤੋਂ ਬਾਅਦ ਕਿਸ ਏਰੀਏ ਵੱਲ, ਕਿਸ ਫੀਲਡ ਵੱਲ ਬੱਚੇ ਨੇ ਜਾਣਾ, ਬੱਚੇ ਦਾ ਕਿਹੜਾ ਇੰਟਰਸਟ ਆ, ਉਹਨੂੰ ਆਪਾਂ ਲੈਂਦੇ ਆ ਵੋਕੇਸ਼ਨਲ ਐਜੂਕੇਸ਼ਨ। ਹੁਣ ਵੋਕੇਸ਼ਨਲ ਐਜੂਕੇਸ਼ਨ ਦੇ ਵਿੱਚ ਉਹ ਕਹਿੰਦਾ 10 day ਬੈਗਲੈਸ ਪੀਰੀਅਡ, ਉਹ ਕਹਿੰਦਾ 10 ਦਿਨ ਬੈਗਲੈਸ ਪੀਰੀਅਡ ਹੋਣਾ ਚਾਹੀਦਾ ਗ੍ਰੇਡ 6 to 8 ਦੇ ਵਿੱਚ, 6th ਦੇ ਵਿੱਚ, 7th ਦੇ ਵਿੱਚ, 8th ਦੇ ਵਿੱਚ। 10 ਦਿਨ ਏਦਾਂ ਦੇ ਹੋਣੇ ਚਾਹੀਦੇ ਸਕੂਲ ਦੇ ਵਿੱਚ ਜਿਹੜੇ ਕਿ ਬੱਚੇ ਬੈਗ ਨਹੀਂ ਲੈ ਕੇ ਆਣਗੇ, ਆਪਣੇ ਬੈਗ ਕਿਤਾਬਾਂ ਤੋਂ ਬਿਨਾਂ ਆਣਗੇ। ਉੱਥੇ ਆਪਾਂ ਬੱਚਿਆਂ ਨੂੰ ਕੀ ਨੌਲੇਜ ਦੇਵਾਂਗੇ,
ਉਹਦੇ ਚ ਆਪਾਂ intern with the local vocational experts such as the carpenter, gardener, potters, artist, ਇਹ ਸਾਰੇ different ਚੀਜ਼ਾਂ ਜਿਹੜੀਆਂ ਆਪਣੀਆਂ class ਬਣ ਸਕਦੀਆਂ। अनम्यूट तो हो जाओ। Yes. प्लीज अपना माइक फोन बेटा बंद करो। हाँ तो आप ਇਹਦੇ ਚ ਕੀ ਕਰਦੇ ਆ ਗ੍ਰੇਡ 6 to 8 ਦੇ ਵਿੱਚ ਉਹ ਕਹਿੰਦੇ 10 ਦਿਨ ਬੈਗਲੈਸ ਪੀਰੀਅਡ ਹੋਊਗਾ ਜਿਹਦੇ ਵਿੱਚ ਬੱਚੇ ਬੈਗ ਨਹੀਂ ਲੈ ਕੇ ਆਣਗੇ ਜਿੱਥੇ ਆਪਾਂ ਬੱਚਿਆਂ ਨੂੰ ਜਿਹੜਾ ਆਪਣੇ ਲੋਕਲ ਵੋਕੇਸ਼ਨਲ ਆਪਣੇ ਲੋਕਲ ਮੀਨਸ ਆਪਣਾ ਲੋਕਲ ਤਾਂ ਜ਼ਿਆਦਾ ਖੇਤੀਬਾੜੀ ਚੱਲ ਰਿਹਾ ਗਾਰਡਨਿੰਗ ਚੱਲ ਰਿਹਾ ਜਾਂ ਫਿਰ ਕਾਰਪੈਂਟਰ ਦਾ ਜਿਹੜਾ ਵੀ ਪੋਟਰ ਦਾ ਆਰਟਿਸਟ ਆ ਕੋਈ ਇਹ ਚੀਜ਼ਾਂ ਦੀ ਬੱਚਿਆਂ ਨੂੰ ਨੌਲੇਜ ਦਈਏ ਤਾਂ ਕਿ ਬੱਚਾ ਜੇ ਪਾਰਟਿਕੂਲਰ ਏਰੀਆ ਨੂੰ ਆਪਣਾ ਐਜ਼ ਅ ਵੋਕੇਸ਼ਨ ਚੂਜ਼ ਕਰਨਾ ਚਾਹੁੰਦਾ ਬੱਚੇ ਦਾ ਇੰਟਰਸਟ ਆ ਤਾਂ ਕਰ ਸਕੇ ਕਿਉਂਕਿ ਇਹ ਕੰਮ ਕੋਈ ਵੀ ਮਾੜਾ ਨਹੀਂ ਹੁੰਦਾ ਦੇਖੋ ਕੰਮ ਹਰ ਇੱਕ ਦੀ ਉਨੀ ਵੈਲਿਊ ਹੁੰਦੀ ਆ ਪੁਰਾਣੇ ਸਮਿਆਂ ਵਿੱਚ ਜੇ ਆਪਾਂ ਗੱਲ ਕਰੀਏ ਕਿ ਆਪਾਂ ਕਹਿੰਦੇ ਆ ਖੇਤੀ ਕਰਨਾ ਬਹੁਤ ਮਤਲਬ ਪੜ੍ਹੇ ਲਿਖੇ ਬੰਦਾ ਖੇਤੀ ਨਹੀਂ ਕਰਦਾ ਕਿਉਂ ਨਹੀਂ ਕਰਦਾ ਜੇ ਖੇਤੀ ਨਹੀਂ ਬੰਦਾ ਕਰੇਗਾ ਤਾਂ ਆਪਾਂ ਖਾਵਾਂਗੇ ਕਿੱਥੋਂ ਆਪਾਂ ਜੀਵਾਂਗੇ ਕਿਵੇਂ ਪੜਾਂਗੇ ਤਾਂ ਕਿ ਹਰ ਇੱਕ ਸਬਜੈਕਟ ਦੀ ਹਰ ਇੱਕ ਵੋਕੇਸ਼ਨ ਦੀ ਆਪਣੀ ਇੱਕ ਵੈਲਿਊ ਹੈਗੀ ਆ ਆਪਣੀ ਇੰਪੋਰਟੈਂਸ ਹੈਗੀ ਆ ਜੇ ਬੱਚੇ ਦਾ ਇੰਟਰਸਟ ਹੈਗਾ ਬੱਚਾ ਗਾਰਡਨਰ ਬਣਨਾ ਚਾਹੁੰਦਾ ਬੱਚਾ ਕਾਰਪੈਂਟਰ ਬਣਨਾ ਚਾਹੁੰਦਾ ਬੱਚਾ ਕੋਈ ਆਰਟਿਸਟ ਬਣਨਾ ਚਾਹੁੰਦਾ ਬੱਚਾ ਪੋਟਰ ਬਣਨਾ ਚਾਹੁੰਦਾ ਤਾਂ ਬੱਚੇ ਨੂੰ ਆਪਾਂ ਇਨਕਰੇਜ ਕਰੀਏ ਕਿਉਂਕਿ ਬੱਚੇ ਨੇ ਇੰਡੀਵਿਜੂਅਲੀ ਜਦੋਂ ਬਰਥ ਲਿੱਤਾ ਤਾਂ ਬੱਚੇ ਦੇ ਆਪਣੀ ਯੂਨੀਕਨੈਸ ਹੈਗੀ ਆ ਤੇ ਆਪਾਂ ਉਹ ਯੂਨੀਕਨੈਸ ਖਤਮ ਨਹੀਂ ਕਰਨੀ ਸੈਕੰਡ ਹੈ internship opportunities to learn vocational subject throughout grade 6 to 12 ਉਸ ਤੋਂ ਬਾਅਦ ਜਦੋਂ ਆਪਾਂ 6 to 8 ਆਪਾਂ ਬੈਗਲੈਸ ਪੀਰੀਅਡ ਮੰਗਾਉਂਦੇ ਆ ਬੱਚਿਆਂ ਨੂੰ ਇੱਥੇ ਆਪਾਂ ਇੰਟਰੋਡਕਸ਼ਨ ਦਿੱਤੀ ਫਰਦਰ ਫਿਰ 9 to 12 ਫਿਰ ਆਪਾਂ 6 to 10 12th ਹੋ ਜਾਏਗਾ ਕਿ ਆਪਾਂ ਬੱਚਿਆਂ ਨੂੰ ਪਾਰਟਿਕੂਲਰ ਥਰੂ ਆਊਟ ਦਾ ਗ੍ਰੇਡ 6 to 12th ਆਪਾਂ ਉਹ ਬੱਚਿਆਂ ਨੂੰ ਉਸੇ ਚੀਜ਼ ਦੀ ਨੌਲੇਜ ਦਈਏ ਜਿਹੜਾ ਬੱਚੇ ਦਾ ਜਿਸ ਸਾਈਡ ਵੱਲ ਇੰਟਰਸਟ ਹੈਗਾ ਵੋਕੇਸ਼ਨਲ ਕੋਰਸਿਸ ਨੇ ਥਰੂ ਆਨਲਾਈਨ ਮੋਡ ਵੀ ਹੋਣਗੇ ਰੈਗੂਲਰ ਵੀ ਹੋਣਗੇ ਉਹਦੇ CBSE ਨੇ ਬਹੁਤ ਸਾਰੇ ਟੀਚਰਸ ਲਈ ਹੁਣ ਬਹੁਤ ਜ਼ਿਆਦਾ ਇੱਕ ਟੀਚਰ ਲਈ ਸਾਲ ਦੇ ਵਿੱਚ 50 ਸੈਮੀਨਾਰਸ ਜਿਹੜੇ ਆ ਕੰਪਲਸਰੀ ਕੀਤੇ ਹੋਏ ਨੇ CBSE ਨੇ ਉਹ ਹਰ ਇੱਕ ਟੀਚਰ ਨੇ ਆਪਣੇ ਸੈਮੀਨਾਰ ਅਟੈਂਡ ਕਰਨੇ ਜਿਹਦੇ ਸੈਮੀਨਾਰ 50 ਨਹੀਂ ਹੋਣਗੇ ਉਹਨੂੰ ਜੋ ਵੀ ਪਨਿਸ਼ਮੈਂਟ ਹੋਏਗੀ ਪੈਨਲਟੀ ਹੋਏਗੀ ਉਹ ਉਹਨਾਂ ਨੂੰ ਲੱਗੇਗੀ ਸੋ ਜੇ ਟੀਚਰ ਏਦਾਂ ਦੇ ਸੈਮੀਨਾਰ ਅਟੈਂਡ ਕਰੇਗਾ ਡੈਫੀਨੇਟਲੀ ਆਪਣੇ ਬੱਚਿਆਂ ਤੇ ਵਰਕ ਕਰੇਗਾ ਤਾਂ ਉਹਦੇ ਵਿੱਚ ਜਿਹੜੀ ਪੈਰੈਂਟਸ ਦੀ ਕੋਆਪਰੇਸ਼ਨ ਉਹ ਵੀ ਬਹੁਤ ਜ਼ਰੂਰੀ ਹੈ ਨੈਕਸਟ ਆਪਾਂ ਗੱਲ ਕਰਦੇ ਹਾਂ ਪੀਰੀਓਡਿਕ ਐਕਸਪੋਜ਼ਰ ਟੂ ਐਕਟੀਵਿਟੀਜ਼ ਆਊਟਸਾਈਡ ਸਕੂਲ ਦੇ ਬਾਹਰ ਵੀ ਆਪਾਂ ਬੱਚਿਆਂ ਨੂੰ ਦੂਸਰੀ ਐਕਟੀਵਿਟੀਜ਼ ਦਾ ਐਕਸਪੋਜ਼ਰ ਜਿਵੇਂ ਦੇਖੋ ਆਪਣੇ ਫੋਰ ਐਗਜ਼ਾਮਪਲ ਲੁਧਿਆਣਾ ਇੱਥੇ ਐਕਸੈਪਸ਼ਨਲ ਸਕੂਲ ਹੈ ਇੱਕ ਉੱਥੇ ਜਿਹੜੇ ਬੱਚੇ ਬਲਾਈਂਡ ਨੇ ਜਾਂ ਜਿਹੜੇ ਸੈਮੀ ਬਲਾਈਂਡ ਹੈਗੇ ਆ ਜਿਹੜੇ ਪ੍ਰੋਪਰ ਨਹੀਂ ਦੇਖਦੇ ਉਹ ਬ੍ਰੇਲ ਰਾਈਟਿੰਗ ਨੂੰ ਟੱਚ ਕਰਕੇ ਦੇਖੋ ਉੱਥੇ ਜਾ ਕੇ ਬੱਚੇ ਇੰਨੇ ਭਰੇ ਪਏ ਨੇ ਉੱਥੇ ਮਤਲਬ ਇੰਨੇ ਇੰਟੈਲੀਜੈਂਟ ਬੱਚੇ ਆ ਤੁਸੀਂ ਉਹਨਾਂ ਦੇ ਸਾਹਮਣੇ ਖੜੇ ਹੋ ਜਾਓਗੇ ਉਹਨਾਂ ਦੀ ਆਈਸਾਈਟ ਪ੍ਰੋਪਰ ਨਹੀਂ ਤੁਹਾਨੂੰ ਫੀਲ ਹੋਊਗਾ ਵੀ ਇਹ ਸਾਡੇ ਨਾਲੋਂ ਜ਼ਿਆਦਾ ਬੈਟਰ ਨੇ ਇਹਨਾਂ ਦੀਆਂ ਅੱਖਾਂ ਦੀ ਰੋਸ਼ਨੀ ਘੱਟ ਆ ਪਰ ਅਸੀਂ ਤਾਂ ਸਭ ਕੁਝ ਹੁੰਦੇ ਹੋਏ ਉਹਨੇ ਇੰਟੈਲੀਜੈਂਟ ਨਹੀਂ ਅਸੀਂ ਤਾਂ ਇਹਨਾਂ ਮੂਰੇ ਜ਼ੀਰੋ ਆ ਕਿਉਂਕਿ ਉਹਨਾਂ ਦੀ ਉੱਥੇ ਪਾਰਟਿਕੂਲਰ ਏਰੀਆ ਦੇ ਉੱਤੇ ਡਿਵੈਲਪਮੈਂਟ ਹੋਈ ਹੈ ਉਹ ਆਪਣੇ ਨਾਲ ਜ਼ਿਆਦਾ ਉਹ ਬ੍ਰੇਲ ਨੂੰ ਟੱਚ ਕਰਕੇ ਬ੍ਰੇਲ ਰਾਈਟਿੰਗ ਜਿਹੜੀ 6 ਡਾਟਸ ਦੇ ਉੱਪਰ ਲਿਖੀ ਜਾਂਦੀ ਹੈ ਉਹਨੂੰ ਟੱਚ ਕਰਕੇ ਤੁਸੀਂ ਨਾਲ ਕਿਤਾਬ ਲੈ ਕੇ ਪੜ੍ਹੋ ਤੇ ਉਹ ਤੁਹਾਨੂੰ ਬ੍ਰੇਲ ਪੜ੍ਹ ਕੇ ਦਿਖਾਣਗੇ ਤੇ ਉਹ ਤੁਹਾਡੇ ਨਾਲੋਂ ਕਈ ਗੁਣਾ ਜ਼ਿਆਦਾ ਅੱਗੇ ਹੋਣਗੇ ਕਿਉਂਕਿ ਉਹਨਾਂ ਦੇ ਉੱਥੇ ਪਾਰਟਿਕੂਲਰ ਸਕਿੱਲ ਨੂੰ ਪਾਲਿਸ਼ ਕੀਤਾ ਗਿਆ ਆਪਾਂ ਇੱਥੇ ਕੀ ਕਰਦੇ ਆ ਕੰਮ ਸਾਰਾ ਹੀ ਕਰਾ ਦਿੰਨੇ ਆ ਆਪਣਾ 100% ਕਰਤਾ ਪਰ ਉਹ ਤੁਹਾਡਾ 100% ਕੀਤਾ ਹੋਇਆ ਬੱਚੇ ਨੇ ਕਿੰਨਾ ਕੀਤਾ ਬੱਚੇ ਨੇ ਹੋ ਸਕਦਾ ਕਿਸੇ ਨੇ 5% ਰਿਸੀਵ ਕੀਤਾ ਤਾਂ ਉਹ ਤਾਂ ਯੂਜ਼ਲੈਸ ਹੋ ਗਿਆ ਉਹੀ ਤਾਂ ਵੈਲਿਊ ਨਹੀਂ ਰਹੀ ਕੋਈ ਤਾਂ ਬੱਚਾ ਤੁਸੀਂ ਕਰਾਇਆ ਨਹੀਂ ਕਰਾਇਆ ਇੱਕ ਬਰਾਬਰ ਹੋ ਗਿਆ ਤਾਂ ਹੀ ਉਹ ਕਹਿੰਦੇ ਕਿ ਬੱਚੇ ਦੇ ਪਾਰਟਿਕੂਲਰ ਸਕਿੱਲ ਨੂੰ ਚੱਕੋ ਉਹਨੂੰ ਡਿਵੈਲਪ ਕਰੋ ਤਾਂ ਕਿ ਬੱਚਾ ਇੱਕ ਅੱਛਾ ਸੁਸਾਇਟੀ 'ਚ ਐਜ਼ ਅ ਹਿਊਮਨ ਬੀਇੰਗ ਅੱਛੇ ਤਰੀਕੇ ਨਾਲ ਸਰਵਾਈਵ ਕਰ ਸਕੇ ਤਾਂ ਬੱਚਿਆਂ ਦਾ ਐਕਸਪੋਜ਼ਰ ਹੋਣਾ ਚਾਹੀਦਾ ਐਕਟੀਵਿਟੀ ਸਕੂਲ ਦੇ ਆਊਟਸਾਈਡ ਆਫ ਦਾ ਸਕੂਲ ਥਰੂ ਲਾਈਕ ਮੀਟਿੰਗ ਹੋਣੀ ਚਾਹੀਦੀ ਆ ਲੋਕਲ ਆਰਟਿਸਟ ਨੂੰ ਮਿਲਾਈਏ ਕੋਈ ਕਰਾਫਟਮੈਨ ਨੇ ਸਕੂਲ ਦੇ ਵਿੱਚ ਕਿਸੇ ਨੂੰ ਬੁਲਾ ਲੈਂਦੇ ਆ ਕੋਈ ਪਾਰਟਿਕੂਲਰ ਸੈਮੀਨਾਰਸ ਕਰਵਾ ਲੈਂਦੇ ਆ ਜਾਂ ਬੱਚਿਆਂ ਨੂੰ ਪਾਰਟਿਕੂਲਰ ਏਰੀਆ ਤੇ ਲੈ ਜਾਂਦੇ ਆ ਉਹਦੇ ਨਾਲ ਕੀ ਬੱਚਿਆਂ ਨੂੰ ਐਕਸਪੋਜ਼ਰ ਹੁੰਦਾ then ਹੈਗਾ ਆਪਣੇ ਕੋਲੇ vocational courses to be offered through open and distance learning ਹੁੰਦੀ ਹੈ ਜਿਹੜੀ ਆਪਾਂ ਘਰੇ ਬੈਠੇ ਆਨਲਾਈਨ ਮੋਡ ਕਰਦੇ ਆ ਆਪਾਂ ਘਰੇ ਬੈਠ ਕੇ ਆਨਲਾਈਨ ਜਿਹੜੀ ਐਜੂਕੇਸ਼ਨ ਲੈਂਦੇ ਆ ਜਾਂ ਦੂਰ ਬੈਠ ਕੇ ਲੈਂਦੇ ਆ ਉਹਨੂੰ ਆਪਾਂ ਡਿਸਟੈਂਸ ਲਰਨਿੰਗ ਕਹਿ ਦਿੰਦੇ ਆ ਬੱਚਿਆਂ ਦੀ ਲਰਨਿੰਗ ਹੋਣੀ ਚਾਹੀਦੀ ਆ then by 2025 at least ਉਹ ਕਹਿੰਦੇ 50% of the learners ਜਿਹੜੇ ਲਰਨਰਸ ਹੈਗੇ shall have exposure to vocational education ਜਿਹੜੀ ਇਹ ਪਾਲਿਸੀ ਆਪਣੀ ਨਈ ਬਣੀ ਆ ਐਜੂਕੇਸ਼ਨ ਪਾਲਿਸੀ ਇਹਨੂੰ
ਪੂਰੀ ਤਰ੍ਹਾਂ ਪ੍ਰੋਪਰ ਇੰਪਲੀਮੈਂਟ ਹੋਣ ਤੱਕ 2025 ਦੇ ਵਿੱਚ ਜਾ ਕੇ ਪ੍ਰੋਪਰ ਵੇ ਨਾਲ ਇੰਪਲੀਮੈਂਟ ਹੋਏਗੀ। ਉਹ ਕਹਿੰਦੇ ਉਦੋਂ ਤੱਕ ਆਪਾਂ ਐਟਲੀਸਟ ਆਹ ਸਾਲ ਤੋਂ ਸ਼ੁਰੂ ਕਰਾਂਗੇ ਕਿ ਉਦੋਂ ਤੱਕ ਆਪਾਂ ਐਟਲੀਸਟ 50% ਜਿਹੜੇ ਲਰਨਰਸ ਹੈਗੇ ਉਹਨਾਂ ਨੂੰ ਵੋਕੇਸ਼ਨ ਦੀ ਐਜੂਕੇਸ਼ਨ ਜ਼ਰੂਰ ਦੇਈਏ। ਹੁਣ ਦੇਖੋ ਸਾਡੇ ਕੋਲ ਟੀਚਰਸ ਆਉਂਦੇ ਨੇ, ਕਈ ਕਹਿੰਦੇ ਜੀ ਅਸੀਂ MA ਇੰਗਲਿਸ਼ ਕਰ ਲਈ, ਫਿਰ ਅਸੀਂ ਪੰਜਾਬੀ ਕਰ ਲਈ, ਫਿਰ ਅਸੀਂ ਪੋਲੀਟੀਕਲ ਕਰ ਲਈ। ਫਿਰ ਉਹਨਾਂ ਨੂੰ ਮੈਂ ਕਹਿੰਦੀ ਹਾਂ ਤੁਸੀਂ ਪੰਜਾਬੀ ਦੀ ਜੇ ਮਾਸਟਰਸ ਕੀਤੀ ਸੀ ਤਾਂ ਤੁਸੀਂ ਫਿਰ ਪੋਲੀਟੀਕਲ ਸਾਇੰਸ ਦੀ ਕਿਉਂ ਕੀਤੀ? ਮੈਡਮ ਅਸੀਂ ਕਰ ਲਈ ਸੀ, ਉਸ ਤੋਂ ਬਾਅਦ ਵਿੱਚ ਨਾ ਸਾਨੂੰ ਪਤਾ ਲੱਗਿਆ ਕਿ ਇਹਦੀ ਤਾਂ ਵੈਲਿਊ ਘੱਟ ਆ। ਵੈਲਿਊ ਕਿਉਂ ਘੱਟ ਆ? ਤੁਸੀਂ ਆਪਣੇ ਸਬਜੈਕਟ ਦੀ ਵੈਲਿਊ ਆਪ ਹੀ ਘਟਾ ਰਹੇ ਹੋ। ਤੁਸੀਂ ਆਪ ਹੀ ਕਹਿ ਰਹੇ ਹੋ ਮੇਰਾ ਸਬਜੈਕਟ ਜ਼ਿਆਦਾ ਵੈਲਿਊਏਬਲ ਨਹੀਂ ਹੈਗਾ। ਜਦੋਂ ਤੁਸੀਂ ਆਪਣੇ ਆਪ ਨੂੰ ਖੁਦ ਹੀ ਡੀਗ੍ਰੇਡ ਕਰਨਾ ਸ਼ੁਰੂ ਕਰ ਦਿੰਦੇ ਹੋ ਨਾ, ਖੁਦ ਹੀ ਕ੍ਰਿਟੀਸਾਈਜ਼ ਕਰਨਾ ਸ਼ੁਰੂ ਕਰ ਦਿੰਦੇ, ਸੋਸਾਇਟੀ ਤਾਂ ਰੈਡੀ ਹੈ, ਦੇ ਆਰ ਰੈਡੀ ਟੂ ਕ੍ਰਿਟੀਸਾਈਜ਼ ਯੂ। ਲੇਕਿਨ ਆਪਾਂ ਬੀਇੰਗ ਪਰਸਨ, ਆਪਾਂ ਜਿਹੜਾ ਕੰਮ ਕੀਤਾ ਆਪਾਂ ਨੂੰ ਪੂਰਾ ਫਖਰ ਹੋਣਾ ਚਾਹੀਦਾ ਕਿ ਹਾਂ ਮੈਂ ਆ ਪਾਰਟਿਕੂਲਰ ਡਿਗਰੀ ਜਾਂ ਪਾਰਟਿਕੂਲਰ ਸਕਿੱਲ ਮੈਂ ਕੀਤਾ ਤਾਂ ਮੈਨੂੰ ਇਹਦੀ ਬਹੁਤ ਇੰਪੋਰਟੈਂਟ, ਮੇਰੇ ਲਈ ਬਹੁਤ ਇੰਪੋਰਟੈਂਸ ਹੈਗੀ ਔਰ ਮੈਂ ਇਹਦੀ ਰਿਸਪੈਕਟ ਕਰਦਾ। ਕੰਮ ਕੋਈ ਵੀ ਛੋਟਾ ਬੜਾ ਨਹੀਂ ਹੁੰਦਾ, ਬੰਦੇ ਦੀ ਸੋਚ ਛੋਟੀ ਬੜੀ ਹੁੰਦੀ ਹੈ। ਤਾਂ ਆਪਣੀ ਸੋਚ ਨੂੰ ਬਦਲਣ ਦਾ ਟਾਈਮ ਆ ਕਿ ਆਪਾਂ ਸੋਚੀਏ। ਬੱਚਾ ਇੱਕ ਬੱਚੇ ਨੂੰ ਆਪਾਂ, ਜੇ ਤੁਹਾਡੇ ਗੁਆਂਢੀਆਂ ਦਾ ਬੱਚਾ ਕੈਨੇਡਾ ਚਲਾ ਗਿਆ, ਜ਼ਰੂਰੀ ਨਹੀਂ ਆਪਣਾ ਬੱਚਾ ਕੈਨੇਡਾ, ਆਪਣਾ ਬੱਚਾ ਆਰਮੀ ਵਿੱਚ ਜਾ ਸਕਦਾ, ਆਪਣਾ ਬੱਚਾ ਨੇਵੀ 'ਚ ਜਾ ਸਕਦਾ, ਆਪਣਾ ਬੱਚਾ ਡਾਕਟਰ ਬਣ ਸਕਦਾ। ਆਪਾਂ ਕਿਸੇ ਦੀ ਰੀਸ ਕਿਉਂ ਕਰਨੀ ਆ? ਉਹਨਾਂ ਦੇ ਬੱਚੇ ਨੇ ਸਕਿੱਲ ਉਹਨਾਂ ਦੇ ਤਰ੍ਹਾਂ ਹੈਗੇ ਆ, ਉਹਨਾਂ ਦੀ ਪਾਕਟ ਜੋ ਅਲਾਓ ਕਰਦੀ ਉਹ ਕਰਨਗੇ, ਸਾਨੂੰ ਜੋ ਠੀਕ ਲੱਗਦਾ ਅਸੀਂ ਕਰਾਂਗੇ। ਆਪਾਂ ਕਿਸੇ ਨੂੰ ਕਾਪੀ ਨਹੀਂ ਕਰਨਾ ਇੱਥੇ। ਸੋ ਨੈਕਸਟ ਆਪਾਂ ਗੱਲ ਕਰਦੇ ਆ ਨੌਲੇਜ ਆਫ ਇੰਡੀਆ। ਹੁਣ ਦੇਖੋ ਬੱਚੇ ਨੂੰ ਸਕੂਲ ਦੇ ਵਿੱਚ ਆਪਾਂ ਬੱਚੇ ਨੂੰ ਪੂਰੇ ਵਰਲਡ ਦੀ ਨੌਲੇਜ ਦਿੰਦੇ। ਪਲੀਜ਼ ਆਪਣੇ ਮਾਈਕਰੋਫੋਨਸ ਆਫ ਕਰੋ ਪਲੀਜ਼, ਥੋੜਾ ਜਿਹਾ ਸੈਸ਼ਨ ਰਹਿੰਦਾ, ਪਲੀਜ਼ ਕੋਆਪਰੇਟ ਕਰੋ। ਅੱਛੇ ਕਲਰ ਖਲਾ ਦੇਣੇ ਸ਼ੀਸ਼ੇ ਤੇ ਚਿਪਕ ਜਾਂਦੇ ਆ। ਪਲੀਜ਼ ਆਪਣਾ ਮਾਈਕਰੋਫੋਨ ਆਫ ਕਰੋ ਪਲੀਜ਼, ਥੋੜਾ ਜਿਹਾ ਸੈਸ਼ਨ ਰਹਿੰਦਾ 10-15 ਮਿੰਟ, ਪਲੀਜ਼ ਸੁਣੋ ਪੇਸ਼ੈਂਸ ਨਾਲ। ਨੌਲੇਜ ਆਫ ਇੰਡੀਆ ਆਪਾਂ ਦੇਖੋ ਬੱਚੇ, ਆਪਣੀ ਬੁੱਕਸ ਹੈਗੀਆਂ ਨੇ, ਆਪਾਂ ਪੂਰੇ ਵਰਲਡ ਦੀ ਨੌਲੇਜ ਦਿੰਦੇ ਆ, ਸਾਰੇ ਡਿਫਰੈਂਟ ਕੰਟੀਨੈਂਟਸ ਦੀ ਨੌਲੇਜ ਦਿੰਦੇ ਆ, ਡਿਫਰੈਂਟ ਕੰਟਰੀਜ਼ ਦੀ ਨੌਲੇਜ ਦਿੰਦੇ ਆ। ਉਹ ਕਹਿੰਦੇ ਸਾਰੀ ਨੌਲੇਜ ਠੀਕ ਆ ਕਰਾਓ, ਲੇਕਿਨ ਸਭ ਤੋਂ ਪਹਿਲਾਂ ਬੱਚਾ ਜਿਹੜੀ ਕੰਟਰੀ ਦਾ ਪਾਰਟ ਹੈਗਾ ਉਹਨੂੰ, ਬੱਚੇ ਨੂੰ ਉਹ ਤਾਂ ਪਤਾ ਹੋਣਾ ਚਾਹੀਦਾ ਨਾ। ਬੱਚੇ ਨੂੰ ਆਪਣੀ ਕੰਟਰੀ ਦੀ ਤਾਂ ਪੂਰੀ ਨੌਲੇਜ ਹੋਵੇ, ਮੇਰੀ ਕੰਟਰੀ 'ਚ ਕਿੰਨੀ ਲੈਂਡ ਹੈਗੀ ਆ, ਕਿੰਨੀ ਸਟੇਟਸ ਹੈਗੀਆਂ ਨੇ, ਕਿੰਨੇ ਮੇਰੇ ਕੰਟਰੀ ਵਿੱਚ ਯੂਨੀਅਨ ਟੈਰੀਟਰੀਜ਼ ਆ, ਮੇਰੀ ਕੰਟਰੀ ਕਿਸ ਚੀਜ਼ ਲਈ ਫੇਮਸ ਆ, ਮੇਰੀ ਕੰਟਰੀ ਲਈ ਕੀ, ਮੇਰੀ ਕੰਟਰੀ ਵਿੱਚ ਕੀ ਕਲਚਰ ਆ, ਕਿੱਦਾਂ ਦੇ ਲੋਕ ਆ, ਕਿੱਦਾਂ ਦੀ ਡਾਇਵਰਸਿਟੀ ਆ, ਕਿੱਦਾਂ ਦੀ ਨੌਲੇਜ ਆ, ਕਿਹੜਾ ਏਰੀਆ ਕਿੱਥੇ ਲੋਕੇਟ ਕਰਦੀ ਆ। ਮਤਲਬ ਆਪਣੀ ਕੰਟਰੀ ਦਾ ਤਾਂ ਪੂਰੀ ਨੌਲੇਜ ਹੋਣੀ ਚਾਹੀਦੀ ਹੈ ਨਾ। ਫਿਰ ਉਹ ਆਪਣੇ ਕਹਿੰਦੇ ਨੌਲੇਜ ਆਫ ਇੰਡੀਆ, ਸਭ ਤੋਂ ਪਹਿਲਾਂ ਕਹਿੰਦੇ ਆਪਣੀ ਕੰਟਰੀ ਦੀ ਨੌਲੇਜ ਦਵੋ। ਨੌਲੇਜ ਫਰੋਮ ਦਾ ਐਂਸ਼ੀਐਂਟ ਇੰਡੀਆ ਐਂਡ ਇਟਸ ਕੰਟਰੀਬਿਊਸ਼ਨਸ to modern India and its successes and challenges। ਆਪਣੀ ਜਿਹੜੀ ancient ਪੁਰਾਣਾ ਇੰਡੀਆ ਸੀਗਾ ਤੇ ਆਪਣਾ ਜਿਹੜਾ ਨਵਾਂ ਇੰਡੀਆ, ਉਹਦੇ ਨਵਾਂ ਜਿਹੜਾ ਆਪਣਾ ਮਾਡਰਨਾਈਜੇਸ਼ਨ ਇੰਡੀਆ ਹੈਗਾ, ਉਹਦੇ 'ਚ ਕਿੰਨਾ ਦੀ ਕੰਟਰੀਬਿਊਸ਼ਨ ਆ, ਪੁਰਾਣੇ ਟਾਈਮ ਤੋਂ ਹੁਣ ਤੱਕ ਕੀ ਚੇਂਜਸ ਆਏ ਔਰ ਕਿੱਦਾਂ ਸਕਸੈਸ ਹੋਈ, ਕਿੱਦਾਂ ਦੇ ਚੈਲੰਜਸ। ਜੇ ਆਪਾਂ ਆਜ਼ਾਦੀ ਦੀ ਗੱਲ ਕਰੀਏ, freedom ਦੀ ਗੱਲ ਕਰੀਏ, ਪਲੀਜ਼ ਆਪਣਾ ਮਾਈਕ ਬੰਦ ਕਰੋ ਪਲੀਜ਼। ਜੇ ਆਪਾਂ ਆਜ਼ਾਦੀ ਦੀ ਗੱਲ ਕਰੀਏ, ਫਰੀडम ਦੀ ਗੱਲ ਕਰੀਏ, ਜਦੋਂ ਫਰੀडम ਸਾਰੀ ਕੰਟਰੀ ਆਪਣੀ ਸਲੇਵ ਸੀਗੀ, ਜਦੋਂ ਕਿ ਆਪਾਂ ਗੁਲਾਮ ਸੀ ਅੰਗਰੇਜ਼ਾਂ ਦੇ, ਆਪਣੇ ਕੋਲ ਇੱਥੇ ਆਪਣਾ ਕੁਝ ਵੀ ਨਹੀਂ ਸੀਗਾ। ਆਪਾਂ ਜੋ ਕਰਦੇ ਸੀ, ਜੋ ਮਤਲਬ ਕੰਮ ਸੀ ਸਾਰਾ ਵਿੱਚ ਉਹ ਹੀ ਲੈ ਜਾਂਦੇ ਸੀ। ਆਪਾਂ ਤਾਂ ਜਸਟ ਹੈਂਡ ਟੂ ਮਾਊਥ ਸੀਗੇ ਕਿ ਜਿੰਨਾ ਆਪਾਂ ਨੂੰ ਉਹ ਦਿੰਦੇ ਸੀ ਸ਼ੇਅਰ, ਕੰਮ ਕਰਨ ਨੌਕਰਾਂ ਵਾਂਗੂ ਕੰਮ ਕਰਾਉਂਦੇ ਸੀ ਔਰ ਜੋ ਆਪਣਾ ਸ਼ੇਅਰ ਹੁੰਦਾ ਸੀ ਉਹ ਮਿਲਦਾ ਸੀ। ਲੇਕਿਨ ਉਹ ਟਾਈਮ ਦੇ ਵਿੱਚ ਕਿੱਦਾਂ ਉਹਨਾਂ ਨੇ ਸਕਸੈਸ ਲਿੱਤੀ, ਕਿੱਦਾਂ ਕਿਹੜੇ ਚੈਲੰਜਸ ਉਹਨਾਂ ਨੇ ਫੇਸ ਕੀਤੇ, ਇਹ ਨੌਲੇਜ ਬੱਚਿਆਂ ਨੂੰ ਆਪਾਂ ਹੀ ਦੇਵਾਂਗੇ ਨਾ। ਬੱਚਿਆਂ ਨੂੰ ਜੇ ਉਹ ਚੀਜ਼ ਦੀ ਨੌਲੇਜ ਪ੍ਰੈਕਟੀਕਲੀ ਪ੍ਰੋਪਰ ਵੇ ਨਾਲ ਇੰਪਾਰਟ ਕਰਾਂਗੇ, ਉਹਨਾਂ ਨੂੰ ਅਹਿਸਾਸ ਹੋਊਗਾ ਕਿ ਅਸੀਂ ਫ੍ਰੀ ਡੈਮੋਕ੍ਰੈਟਿਕ ਕੰਟਰੀ ਵਿੱਚ ਰਹਿ ਰਹੇ ਹਾਂ, ਉਹ ਕਿਸ ਤਰ੍ਹਾਂ ਸਾਨੂੰ ਮਿਲੀ ਹੈ ਔਰ ਉਹਦੀ ਕੀ ਇੰਪੋਰਟੈਂਸ ਹੈਗੀ ਆ। ਕਿਉਂਕਿ ਉਹ ਇੰਨੀ ਈਜ਼ੀਲੀ ਤਾਂ ਆਪਾਂ ਨੂੰ ਸਕਸੈਸ ਨਹੀਂ ਮਿਲੀ। ਆਪਾਂ ਬਹੁਤ ਟਫ ਟਾਈਮ, ਆਪਣੇ ਜਿਹੜੇ ਐਂਸੈਸਟਰਸ ਹੈਗੇ ਉਹਨਾਂ ਨੇ ਬਹੁਤ ਟਫ ਟਾਈਮ ਦੇਖਿਆ। ਤਾਂ ਉਹ ਸਾਰੀਆਂ ਚੀਜ਼ਾਂ ਬੱਚੇ ਨੂੰ ਏਦਾਂ ਦੀਆਂ ਸਟੋਰੀਜ਼, ਏਦਾਂ ਦੀਆਂ ਸਟੋਰੀ ਟੈਲਿੰਗ ਮੈਥਡ ਜਿਹੜਾ ਇਹਨਾਂ ਨੇ ਹੁਣ ਨਵਾਂ ਇੰਟਰੋਡਿਊਸ ਕੀਤਾ, ਜਿਹਦੇ ਚੋਂ ਕਹਿੰਦੇ ਬੱਚਿਆਂ ਨੂੰ ਸਟੋਰੀ ਟੈਲਿੰਗ ਮੈਥਡ ਨਾਲ ਇੰਟਰੋਡਿਊਸ ਕਰਾਓ ਤਾਂ ਕਿ ਬੱਚੇ ਨੂੰ ਫੀਲ ਹੋਵੇ, ਬੱਚਾ ਆਪਣੇ ਆਪ ਨੂੰ ਸੈਲਫ ਅਫੇਸਮੈਂਟ ਕਰਕੇ ਉਹ ਪਰਟੀਕੂਲਰ ਪੀਰੀਅਡ ਵਿੱਚ ਚਲਾ ਜਾਏ। ਉਹ ਜਾ ਕੇ ਬੱਚਾ ਫੀਲ, ਦੇਖੋ ਦੋ ਤਰ੍ਹਾਂ ਦੀ ਫੀਲਿੰਗਸ ਹੁੰਦੀ ਹੈ, ਇੱਕ ਹੁੰਦੀ ਹੈ ਸਿੰਪਥੀ, ਇੱਕ ਹੁੰਦੀ ਹੈ ਇੰਪਥੀ। ਸਿੰਪਥੀ ਹੁੰਦੀ ਹੈ ਜਿਹੜੀ ਕਿ ਆਪਾਂ ਕਿਸੇ ਨਾਲ ਬੁਰਾ ਹੋਇਆ ਤੇ ਆਪਾਂ ਸੋਚਦੇ ਹਾਂ ਵੀ ਬਹੁਤ ਮਾੜਾ ਹੋਇਆ। ਇੰਪਥੀ ਹੁੰਦੀ ਆ ਆਪਾਂ ਕਿਸੇ ਦੀ ਜਗ੍ਹਾ ਤੇ ਆਪਣੇ ਆਪ ਨੂੰ ਰੱਖ ਕੇ ਸੋਚਦੇ ਆ, ਜੇ ਇਹਦੇ ਨਾਲ ਹੁੰਦਾ, ਜੇ ਮੈਂ ਇਹਦੀ ਜਗ੍ਹਾ ਤੇ ਹੁੰਦੇ ਹੈ ਕੀ ਹੁੰਦਾ। ਮਤਲਬ ਜੇ ਏਦਾਂ ਦੀ ਫੀਲਿੰਗ ਬੱਚੇ ਚ ਆਊਗੀ ਤਾਂ ਡੈਫੀਨੇਟਲੀ ਆਪਣੇ ਬੱਚਿਆਂ ਦਾ ਫਿਊਚਰ ਦੇਖੋ ਕਿੱਥੇ ਚਲਾ ਜਾਏਗਾ। ਬੱਚੇ ਬਹੁਤ ਸ਼ਾਰਪ, ਬਹੁਤ ਇੰਟੈਲੈਕਚੁਅਲੀ ਬਹੁਤ ਜ਼ਿਆਦਾ ਇੰਟੈਲੀਜੈਂਟ ਔਰ ਬਹੁਤ ਅੱਛੇ ਕ੍ਰੀਏਟਿਵ ਬਣਨਗੇ, ਲਰਨਰ ਬਣਨਗੇ ਜੇ ਆਪਾਂ ਸਾਰੇ ਮਿਲ ਕੇ ਵਰਕ ਕਰਦੇ ਹਾਂ।
नेक्स्ट हैगा इंडियाज फ्यूचर एस्पिरेशंस विद रिगार्ड टू एजुकेशन हेल्थ एंड इन्वायरमेंट। आपने जड़ा इंडिया का जड़ा है अपना एजुकेशन का अपनी इंडिया दे लोकां दी हेल्थ हैगी है इन्वायरमेंट हैगा ओनू किद्दां आपां साफ सुथरा रखना किद्दां और पहला की सीगा उन्हां दी एजुकेशन लई पहला की सीगा और हुण की चल रहा है वो सारी चीज़ां नूं आपां कोरिलेट टाइम टू टाइम मीनस नॉलेज पुरानी नॉलेज नूं ट्रेडिशनल एंशिएंट नॉलेज नूं आपां नवें मॉडर्नाइज टाइम नाल कोरिलेट करके चलिए ओदे की पहला नालों पॉजिटिविटी आई है ओनू आपां स्टडी करिए ते की नैगेटिविटीज आईयां ने ओनां नूं स्टडी करिए। ठीक है फर्दर आ जाता इंडियन नॉलेज सिस्टम इंडिया की नॉलेज अन्य आपां ऋग्वेद ने वेद ने उन्हां दी नॉलेज सिस्टम की सिस्टम है इनकलूडिंग द ट्राइब जदों पहला ट्राइब्स हुंदियां सीगियां अलग अलग एरिए आपां ट्राइबल्स डिवाइड कीते होए सीगे तां उन्हां दा ओ पर्टिकुलर नॉलेज बच्चों नूं होनी चाहिदी है। then after that indigenous मतलब native जो उत्थों दे particular native ने traditional ways of the learning and specific courses in the tribal then ethno medicinal practices forest management and traditional organic crop cultivation natural farming etc will be made available ये सारी चीज़ां बच्चे लिए ये सारी चीज़ां दी knowledge हैगी है होनी चाहिए उन्होंने पता होना चाहिए फॉरेस्ट ਜਿਹੜੇ ਉਹਨਾਂ ਨੂੰ ਕਿੱਦਾਂ ਮੈਨੇਜ ਕਰਨਾ ट्रेडिशनल ਜਿਹੜੀ क्रॉप कल्टीवेशन ਸੀਗੀ ਉਹ ਕਿੱਦਾਂ ਹੁੰਦੀ ਸੀਗੀ मतलब ਬੱਚੇ ਨੂੰ ਹਰ ਇੱਕ ਚੀਜ਼ ਦੀ ਨੌਲੇਜ ਦੇਣੀ ਆ ਕੋਰਿਲੇਟ ਕਰਕੇ एंशिएंट नॉलेज ਨਾਲ then and engaging मतलब बच्चों ਨੂੰ ਇਨਵੋਲਵ ਕਰਨਾ ਬੱਚਿਆਂ ਦੀ ਇਨਵੋਲਵਮੈਂਟ ਹੋਣਾ and engaging courses on Indian knowledge ਜਿਹੜੀ ਆਪਣੀ ਇੰਡੀਆ ਦੀ ਨੌਲੇਜ ਹੈਗੀ ਆ ਉਦਾਂ ਦੇ ਕੋਰਸਿਸ ਹੋਣੇ ਚਾਹੀਦੇ ਆ ਕਿ ਬੱਚੇ ਨੂੰ ਨੌਲੇਜ ਹੋਵੇ। ਪਹਿਲਾਂ ਦੇਖੋ ਜਦੋਂ ਸਮਾਰਟ ਕਲਾਸਿਸ ਨਹੀਂ ਸੀਗੀਆਂ ਜਦੋਂ ਇੰਟਰਨੈਟ ਨਹੀਂ ਸੀਗਾ ਆਪਾਂ ਬੱਚਿਆਂ ਨੂੰ ਹਿਸਟਰੀ ਦੀ ਨੌਲੇਜ ਦੇਣ ਵਾਸਤੇ ਆਪਣੇ ਟ੍ਰਿਪ ਜਾਂਦੇ ਹੁੰਦੇ ਸੀ ਆਪਣੇ ਟੂਰ ਜਾਂਦੇ ਹੁੰਦੇ ਸੀ ਜਿਹੜੀ ਚੀਜ਼ ਦੀ ਨੌਲੇਜ ਦੇਣੀ ਹੁੰਦੀ ਸੀ ਨਾ ਬੱਚੇ ਨੂੰ ਉਹ ਪਾਰਟਿਕੂਲਰ ਜਗ੍ਹਾ ਤੇ ਵਿਜ਼ਿਟ ਕਰਵਾਉਂਦੇ ਸੀ ਉੱਥੇ ਟੀਚਰ ਹੀ ਗਾਈਡ ਹੁੰਦਾ ਸੀ ਕਿਉਂਕਿ ਹੋਰ ਤਾਂ ਕੋਈ ਸੋਰਸ ਹੈ ਨਹੀਂ ਸੀ ਨੌਲੇਜ ਦਾ ਟੀਚਰ ਪੂਰਾ ਐਕਸਪਲੇਨ ਕਰਦਾ ਸੀ ਬੇਟਾ ਆ ਚੀਜ਼ ਆ ਇਹਦਾ ਇਹਦੀ ਹਿਸਟਰੀ ਆ ਐਦਾਂ ਹੋਇਆ ਉਦਾਂ ਹੋਇਆ ਉਹ ਸਾਰੀ ਚੀਜ਼ਾਂ ਨੂੰ ਅੱਜ ਕੱਲ ਤਾਂ ਆਪਣੇ ਕੋਲ ਬਹੁਤ ਸਿਸਟਮ ਸੌਖਾ ਹੈਗਾ ਕਿ ਆਪਾਂ ਨੂੰ ਜਾਣ ਦੀ ਲੋੜ ਨਹੀਂ ਪੈਂਦੀ ਆਪਾਂ ਉਹਨੂੰ ਸਵਿਚ ਔਨ ਕਰਦੇ ਆ ਇੰਟਰਨੈਟ ਚਲਾਉਂਦੇ ਆ ਆਪਾਂ ਫੋਨ ਤੇ ਦੇਖਦੇ ਆ ਆਪਾਂ ਲੈਪਟਾਪ ਤੇ ਪ੍ਰੋਜੈਕਟਰ ਤੇ ਆਪਾਂ ਨੂੰ ਪੂਰੀ A to Z ਹਿਸਟਰੀ ਮਿਲ ਜਾਂਦੀ ਹੈ ਉਹ ਕਿਉਂ ਕਰਾਉਂਦੇ ਆ ਕਿਉਂਕਿ ਸਿਰਫ ਜਿਹੜੀ ਆਡੀਓ ਹੈਗੀ ਆ ਸੁਣੀਆਂ ਹੋਈਆਂ ਗੱਲਾਂ ਆਪਾਂ ਨੂੰ ਭੁੱਲ ਜਾਂਦੀਆਂ ਬਟ ਜਦੋਂ ਆਪਾਂ ਆਡੀਓ ਵਿਜ਼ੂਅਲ ਦੋਨੋਂ ਚੀਜ਼ਾਂ ਨਾਲ ਸਟੱਡੀ ਕਰਦੇ ਆ ਉਹ ਜ਼ਿਆਦਾ ਇਫੈਕਟ ਕਰਦੀ ਆ ਔਰ ਉਹ ਜਿਹੜੀ ਲਰਨਿੰਗ ਹੁੰਦੀ ਆ ਨੌਲੇਜ ਹੁੰਦੀ ਆ ਉਹ ਫੋਰਐਵਰ ਹੁੰਦੀ ਆ ਹਮੇਸ਼ਾ ਆਪਣੇ ਦਿਮਾਗ ਤੇ ਬੈਠ ਜਾਂਦੀ ਆ। then after that है गया competitions in schools for learning various topics schools ਦੇ ਵਿੱਚ ਅਲੱਗ-ਅਲੱਗ ਟੌਪਿਕ ਦੇ ਉੱਤੇ competitions ਹੋਣੇ ਚਾਹੀਦੇ ਆ different subjects ਦੇ through fun and indigenous games ਜਿਹੜੀਆਂ ਬੱਚੇ ਦੇ native games ਹੈਗੀਆਂ ਹੁਣ ਬਹੁਤ ਸਾਰੀਆਂ games ਹੈਗੀਆਂ ਆਪਣੀਆਂ ਜਿਹੜੀਆਂ ਪਰਸਨਲ ਆਪਾਂ ਛੋਟੇ ਹੁੰਦੇ ਆਪਾਂ ਖੇਲਦੇ ਸੀ ਜਾਂ ਅੱਜ ਵੀ ਬੱਚੇ ਖੇਲਦੇ ਨੇ ਉਹਦੇ ਚ ਦੇਖੋ ਜਿਹੜੀਆਂ ਨਾਰਮਲ ਗੇਮਸ ਆਪਾਂ ਖੇਲਦੇ ਆ ਜੇ ਉਹ ਗੇਮਸ ਆਪਾਂ ਬੱਚੇ ਨੂੰ ਕਰਵਾਉਂਦੇ ਅੱਜ ਕੱਲ ਕੀ ਕਰਦੇ ਆ ਆਪਾਂ ਬੱਚਿਆਂ ਨੂੰ ਖੁੱਲੇ ਮੈਦਾਨ ਦੇ ਵਿੱਚ ਤਾਂ ਜਾਣ ਹੀ ਨਹੀਂ ਦਿੰਦੇ ਨਾ ਹੀ ਟਾਈਮ ਹੁੰਦਾ ਬੱਚਾ ਸਕੂਲ ਦੇ ਵਿੱਚ ਪਹਿਲਾਂ ਸਟ੍ਰੈਸਫੁਲ ਆਉਂਦਾ ਪੜ੍ਹਦਾ ਇੰਨਾ ਸਾਰਾ ਦਿਨ ਟੀਚਰ ਆਏ ਡਾਂਟਦਾ ਉਹ ਟੀਚਰ ਨੇ ਕਿਹਾ ਮੇਰੀ ਕਾਪੀ ਨਹੀਂ ਕੰਪਲੀਟ ਕੀਤੀ ਬੱਚਾ ਤਾਂ ਉੱਥੇ ਹੀ ਸਾਰਾ ਫਸ ਕੇ ਦੇਖੋ ਇੱਕ ਬੰਦੇ ਨੂੰ ਜੇ ਮੈਂ ਆਪਣੀ ਕਿਸੇ ਦੀ ਵੀ ਆਪਾਂ ਗੱਲ ਕਰੀਏ ਜੇ ਆਪਾਂ ਇੱਕ ਬੰਦੇ ਦੀ ਗੱਲ ਕਰੀਏ ਉਹਨੂੰ ਤੁਸੀਂ 4 ਸਬਜੈਕਟ ਪੁੱਛ ਲਓ ਉਹਨੂੰ ਨੌਲੇਜ ਨਹੀਂ ਹੋਣੀ ਤੇ ਫਿਰ ਆਪਾਂ ਬੱਚੇ ਤੋਂ ਕਿਵੇਂ ਐਕਸਪੈਕਟ ਕਰਦੇ ਆ ਕਿ ਛੋਟਾ ਜਿਹਾ ਬੱਚਾ ਜਿਹਦੀ ਜ਼ਿਆਦਾ ਡਿਵੈਲਪਮੈਂਟ ਨਹੀਂ ਹੋਈ ਜਿਹੜਾ ਤੁਹਾਡੇ ਕੋਲ ਸਿੱਖਣ ਨਹੀਂ ਆਇਆ ਉਹਨੂੰ ਤੁਸੀਂ 8 ਸਬਜੈਕਟ ਅਲੱਗ-ਅਲੱਗ ਟਾਈਮ ਤੇ ਆ ਕੇ ਟੈਸਟ ਕਰਦੇ ਹੋ ਬੱਚੇ ਨੂੰ ਬੇਟਾ ਮੈਥ ਦਾ ਸੁਣਾ ਦੇ ਉਹ ਮੈਥ ਵਾਲਾ ਟੀਚਰ ਜਾਏਗਾ ਇੰਗਲਿਸ਼ ਵਾਲਾ ਕਹੇਗਾ ਬੇਟਾ ਮੇਰਾ ਸੁਣਾ ਦੇ ਵੀ ਉਹ ਵੀ ਛੋਟਾ ਜਿਹਾ ਬ੍ਰੇਨ ਆ ਉਹ ਬੱਚਾ ਸਾਰੀ ਇਨਫੋਰਮੇਸ਼ਨ ਨੂੰ ਨੌਲੇਜ ਨੂੰ ਕਿੱਦਾਂ ਸਾਰੀ ਸਟੋਰ ਕਰਕੇ ਕਿੱਦਾਂ ਇਮੀਡੀਏਟਲੀ ਤੁਹਾਨੂੰ ਕਰੇਗਾ ਕਿਉਂਕਿ ਬੱਚਾ ਵੀ ਤਾਂ ਟਾਈਮ ਲੈਂਦਾ ਨਾ ਬੱਚੇ ਨੂੰ ਦੇਖੋ ਜਿਹੜੀ ਲਰਨਿੰਗ ਹੋਈ ਹੈ ਸਿੱਖਿਆ ਜੇ ਤੁਸੀਂ ਉਹਨੂੰ ਪਲੇਵੇ ਮੈਥਡ ਨਾਲ ਅਲੱਗ-ਅਲੱਗ ਵੇਰੀਅਸ ਡਿਫਰੈਂਟ ਐਕਟੀਵਿਟੀਜ਼ ਨਾ ਕਰਾਓਗੇ ਤਾਂ ਡੈਫੀਨਿਟਲੀ ਉਹਨੂੰ ਕਦੇ ਨਹੀਂ ਭੁੱਲੇਗਾ ਲੇਕਿਨ ਜੇ ਆਪਾਂ ਇਹੀ ਬੱਚੇ ਦੇ ਦਿਮਾਗ ਨੂੰ ਇੱਕ ਇਨਸਾਨ ਬੜੇ ਪਰਸਨ ਦੇ ਮੈਚੁਰ ਪਰਸਨ ਦੇ ਦਿਮਾਗ ਨਾਲ ਕੋਰਿਲੇਟ ਕਰੀਏ ਤਾਂ ਦੇਖੋ ਉੱਥੇ ਆਪਣੇ ਵਰਗੇ ਵੀ ਫੇਲ ਹੋ ਜਾਂਦੇ ਆ ਆਪਾਂ ਇੱਕ ਹੀ ਸਕਿੱਲ ਆਪਾਂ ਇੱਕ ਹੀ ਸਬਜੈਕਟ ਵਿੱਚ ਪਰਫੈਕਟ ਆ ਨਾ ਜੇ ਮੈਂ ਆਪਣੀ ਗੱਲ ਕਰਾਂ ਮੈਂ ਐਸਐਸ ਔਰ ਇੰਗਲਿਸ਼ ਵਿੱਚ ਪਰਫੈਕਟ ਆ ਠੀਕ ਹੈ ਜੇ ਮੈਨੂੰ ਕਹੇਗਾ ਤੁਸੀਂ ਮੈਡਮ ਤੁਸੀਂ ਸਾਇੰਸ ਕਰਵਾ ਦਿਓ ਮੈਥ ਕਰਾਓ ਮੇਰੇ ਬਸ ਦਾ ਨਹੀਂ ਹੈਗਾ ਮੈਂ ਨਹੀਂ ਪੜਿਆ ਹੋਇਆ ਮੈਂ 10th ਤੱਕ ਪੜਿਆ ਮੈਂ ਫਿਰ ਵੀ 10th ਦੇ ਲੈਵਲ ਦਾ ਜਿੰਨਾ ਉਹ ਕਰਵਾ ਦੂੰ ਹਾਂ ਮੇਰਾ ਇੰਟਰਸਟ ਆ ਮੈਂ ਉਹਨੂੰ ਸਟੱਡੀ ਕਰਾਂ ਰਾਤ ਨੂੰ 12 ਵਜੇ ਤੱਕ ਕਰਾਂ ਮੈਂ ਸਵੇਰੇ ਜਾ ਕੇ ਬੱਚਿਆਂ ਨੂੰ ਕਰਾਵਾਂ ਉਹ ਮੇਰੀ ਆਪਣੀ ਕੰਟਰੀਬਿਊਸ਼ਨ ਆ ਲੇਕਿਨ ਕੋਈ ਫੋਰਸ ਤਾਂ ਨਹੀਂ ਨਾ ਕਰ ਸਕਦਾ ਟੀਚਰ ਨੂੰ ਸਬਜੈਕਟ ਦੇ ਅਕੋਰਡਿੰਗ ਹੀ ਆਪਾਂ ਕਲਾਸਿਸ ਦਿੰਦੇ ਆ ਨਾ ਜਿਹੜਾ ਉਹਦਾ ਸਬਜੈਕਟ ਆ ਤੇ ਬੱਚੇ ਤੋਂ ਫਿਰ ਆਪਾਂ ਕਿਵੇਂ ਐਕਸਪੈਕਟ ਕਰਦੇ ਆ ਕਿ ਬੱਚਾ ਹਰ ਚੀਜ਼ ਹੀ ਬੋਲੇ ਹਨਾ ਤਾਂ ਇੱਥੇ ਆਪਾਂ ਨੂੰ ਸਾਰਿਆਂ ਨੂੰ ਬੱਚੇ ਦੇ ਦਿਮਾਗ ਦੇ ਨਾਲ ਚੱਲਣ ਦੀ ਬੱਚੇ ਦੇ ਦਿਮਾਗ ਕਿਵੇਂ ਚੱਲਦਾ ਉਹਦੇ ਅਕੋਰਡਿੰਗ ਆਪਾਂ ਨੂੰ ਚੱਲਣ ਦੀ ਲੋੜ ਆ ਆਪਾਂ ਇੰਨਾ ਸਟ੍ਰੈਸ ਨਹੀਂ ਪਾਣਾ ਕਿ ਬੱਚੇ ਨੂੰ ਦਿਮਾਗ ਦੇ ਦੇਖੋ ਜਿਹੜੇ ਬੱਚੇ ਦੇ 80% ਨੰਬਰ ਆਏ ਨਾ
ਮੰਮੀ ਜੇ ਨਾਲ ਦੇ ਗੁਆਂਢੀ ਦੇ ਕਿਤੇ ਦੇ 85% ਆਏ ਤਾਂ 5% ਤੁਹਾਨੂੰ ਰੜਕਦੇ ਰਹਿਣੇ ਆ, ਤੁਸੀਂ ਬੱਚੇ ਦੇ ਦਿਮਾਗ ਦੀ ਖਿਚੜੀ ਕਰ ਦੇਣੀ ਆ ਕਿ ਉਹਦੇ ਤਾਂ 5% ਵੱਧ ਆ ਗਏ, ਤੇਰੇ ਤਾਂ 5% ਘੱਟ ਆਏ। ਵੀ ਤੁਸੀਂ ਇਹ ਦੇਖੋ ਜਿਹੜੇ ਬੱਚੇ ਦੇ 80% ਆਇਆ ਉਹਨੂੰ ਪ੍ਰੋਪਰ ਵੇ ਨਾਲ ਮੋਟੀਵੇਟ ਕਰੋ, ਉਹਨੂੰ ਇਨਕਰੇਜ ਕਰੋ, ਉਹਨੂੰ ਕਹੋ ਬੇਟਾ ਵੀ ਉਹ ਤਾਂ ਹੋ ਸਕਦਾ ਉਹਦੇ ਕੰਸੈਪਟ ਨਹੀਂ, ਤੇਰੇ ਤੇ ਕੰਸੈਪਟ ਬਹੁਤ ਕਲੀਅਰ ਹੈ ਨਾ, ਤੇਰੇ ਹੁਣ ਇੰਨੇ ਆਏ ਆ, ਅਗਲੀ ਵਾਰ ਬੇਟਾ ਹੋਰ ਐਫਰਟਸ ਕਰੀ ਤੇਰੇ ਵੱਧ ਜਾਣਗੇ। ਲੇਕਿਨ ਜਦੋਂ ਆਪਾਂ ਕੰਪੈਰੀਜ਼ਨ ਕਰਨਾ ਸ਼ੁਰੂ ਕਰ ਦਿੰਦੇ ਨਾ, ਉੱਥੇ ਫਿਰ ਕੰਮ ਖਰਾਬ ਹੋ ਜਾਂਦਾ, ਉੱਥੇ ਬੱਚੇ ਫਿਰ ਆਪਣੇ ਆਪ ਨੂੰ ਇਨਫੀਰੀਅਰ ਫੀਲ ਕਰਨਾ ਸ਼ੁਰੂ ਕਰ ਦਿੰਦੇ ਆ। ਇਹ ਚੀਜ਼ਾਂ ਦੇਖੋ ਆਪਣੇ ਟੀਚਰਾਂ ਦੇ ਵਿੱਚ ਵੀ ਆ ਜਾਂਦੀਆਂ ਨੇ, ਪੈਰੈਂਟਸ ਦੇ ਵਿੱਚ ਵੀ, ਇਹ ਸਾਰੇ ਕਿਉਂਕਿ ਹਿਊਮਨ ਬੀਇੰਗਸ ਨੇ, ਸਾਰੇ ਸੇਮ ਹੀ ਨੇ। ਮੈਂ ਨਹੀਂ ਕਹੂੰਗੀ ਵੀ ਟੀਚਰ ਕੋਈ ਸਪੈਸ਼ਲ ਹੁੰਦੇ ਨੇ, ਉਹ ਵੀ ਤੁਹਾਡੇ ਵਰਗੇ ਹਿਊਮਨ ਬੀਇੰਗਸ ਨੇ। ਲੇਕਿਨ ਸੋਚ ਹੈ ਕਿ ਆਪਾਂ ਇੱਥੇ ਆਪਣੀ ਸੋਚ ਨੂੰ ਚੇਂਜ ਕਿਵੇਂ ਕਰਨਾ। ਆਪਾਂ ਬੱਚਿਆਂ ਲਈ ਜਿਹੜਾ ਹੁਣ ਐਜੂਕੇਸ਼ਨ ਪਾਲਿਸੀ ਉਹ ਚਾਈਲਡ ਸੈਂਟਰਡ ਹੈ, ਉਹ ਲੋਕਾਂ ਲਈ ਜਾਂ ਟੀਚਰਸ ਲਈ ਨਹੀਂ, ਉਹਨਾਂ ਦੇ ਦਿਮਾਗ ਲਈ ਨਹੀਂ, ਬੱਚੇ ਦੇ ਦਿਮਾਗ ਦੇ ਅਕੋਰਡਿੰਗ ਚੱਲੀ ਆ, ਆਪਾਂ ਉਹਦੇ ਅਕੋਰਡਿੰਗ ਵਰਕ ਕਰਨਾ। ਨੈਕਸਟ ਹੈਗਾ ਵੀਡੀਓ ਡਾਕੂਮੈਂਟਰੀਜ਼ ਹੈਗੀਆਂ, ਜਿਹੜਾ ਤੁਹਾਨੂੰ ਆਪਾਂ ਪਹਿਲਾਂ ਗੱਲ ਕੀਤੀ ਆ, ਬੱਚੇ ਨੂੰ ਜਸਟ ਔਰਲ ਲੈਂਗੁਏਜ ਦਓਗੇ, ਔਰਲੀ ਵਰਬਲੀ ਬੋਲ ਕੇ ਕਰਵਾਓਗੇ, ਉਹਦਾ ਓਨਾ ਇੰਪੈਕਟ ਨਹੀਂ ਰਹੂਗਾ ਜਿੰਨੀ ਦੇਰ ਬੱਚਾ ਉਹਨੂੰ ਵੀਡੀਓ ਤੇ ਦੇਖ ਨਹੀਂ ਲੈਂਦਾ, ਚਾਹੇ ਪਰਟੀਕੂਲਰ ਜਾ ਕੇ ਵਿਜ਼ਿਟ ਕਰੇ ਜਾਂ ਫਿਰ ਆਪਾਂ ਜੋ ਵੀ ਵੀਡੀਓ ਲੈਕਚਰਸ ਹੈਗੇ ਇੰਟਰਨੈਟ ਆ ਉਹਨਾਂ ਤੇ ਕਰਵਾਉਂਦੇ ਤੇ, ਤਾਂ ਕਿ ਬੱਚੇ ਨੂੰ ਇੱਕ ਜੇ ਬੱਚੇ ਨੂੰ ਆਪਾਂ ਇੱਕ ਹਾਰਟ ਜਾਂ ਕਿਡਨੀ ਦੀ ਨੌਲੇਜ ਦੇ ਰਹੇ ਆ ਨਾ, ਜੇ ਉਹ ਨਾਲ ਉਹਦੀ ਪਿਕਚਰ ਆਡੀਓ ਵੀਡੀਓ ਚੱਲ ਰਹੀ ਹੈ ਨਾ, ਉਹ ਪਿਕਚਰ ਦੇ ਵਿੱਚ ਉਹਦੀ ਮੂਵਮੈਂਟ ਚੱਲ ਰਹੀ ਹੈ, ਉਹਦੀ ਵਰਕ ਚੱਲ ਰਿਹਾ, ਉਹਦੀ ਫੰਕਸ਼ਨਿੰਗ ਚੱਲ ਰਹੀ ਹੈ, ਤਾਂ ਉਹਨੂੰ ਐਕਸਪਲੇਨ ਕਰਨਾ ਬਹੁਤ ਈਜ਼ੀ ਹੋ ਜਾਂਦਾ, ਔਰ ਬੱਚਾ ਕਦੇ ਵੀ ਨਹੀਂ ਭੁੱਲਦਾ ਉਹ ਚੀਜ਼ ਨੂੰ। ਨੈਕਸਟ ਹੈਗਾ ਸਟੂਡੈਂਟ ਟੂ ਵਿਜ਼ਿਟ ਦਾ ਡਿਫਰੈਂਟ ਸਟੇਟਸ ਐਜ਼ ਪਾਰਟ ਆਫ ਕਲਚਰਲ ਐਕਸਚੇਂਜ। ਦੇਖੋ ਆਪਾਂ ਆਪਣਾ ਹੀ ਕਲਚਰ ਲੈ ਕੇ ਬੈਠ ਜਾਂਦੇ ਹਾਂ, ਲੇਕਿਨ ਉਹ ਕਹਿੰਦੇ ਬੱਚੇ ਦਾ ਡਿਫਰੈਂਟ ਸਟੇਟਸ ਦੇ ਉੱਪਰ ਟ੍ਰਿਪ ਹੋਣਾ ਚਾਹੀਦਾ, ਟੂਰਸ ਹੋਣੇ ਚਾਹੀਦੇ, ਤਾਂ ਕਿ ਬੱਚਾ ਦੇਖੇ ਬੰਬੇ ਵਿੱਚ ਕਿਹੜਾ ਕਲਚਰ ਚੱਲ ਰਿਹਾ, ਉਹਨਾਂ ਦੀ ਲੋਕਲ ਲੈਂਗੁਏਜ ਕੀ ਆ, ਉਹਨਾਂ ਦਾ ਕਲਚਰ ਕੀ ਆ, ਉਹਨਾਂ ਦੀ ਡਰੈਸਿੰਗ ਕੀ ਆ, ਉਹਨਾਂ ਦੀ ਫੂਡ ਹੈਬਿਟਸ ਕੀ ਆ, ਬੰਗਾਲ ਦੇ ਵਿੱਚ ਕੀ ਚੱਲ ਰਿਹਾ, ਹਿਮਾਚਲ 'ਚ ਕੀ ਚੱਲ ਰਿਹਾ, ਹਰ ਇੱਕ ਦਾ ਅਲੱਗ-ਅਲੱਗ ਦੇਖੋ ਡਾਂਸ ਆਈਟਮਸ ਹੈਗੀਆਂ, ਸਿੰਗਿੰਗ ਹੈਗੇ ਆ, ਫੂਡ ਐਕਟੀਵਿਟੀਜ਼ ਆ, ਹਰ ਇੱਕ ਚੀਜ਼ ਉਹਨਾਂ ਦੀ ਕਲਚਰ ਟੂ ਕਲਚਰ, ਸਟੇਟ ਟੂ ਸਟੇਟ ਵੇਰੀ ਕਰਦੀ ਹੈ, ਤਾਂ ਕਿ ਆਪਾਂ ਬੱਚਿਆਂ ਨੂੰ ਕਲਚਰਲ ਐਕਸਚੇਂਜ ਲਈ ਲੈ ਕੇ ਜਾਈਏ, ਵਿਜ਼ਿਟ ਕਰਵਾਈਏ, ਤਾਂ ਕਿ ਬੱਚੇ ਨੂੰ ਹਰ ਚੀਜ਼ ਦੀ ਨੌਲੇਜ ਅੱਛੇ ਤਰੀਕੇ ਨਾਲ ਹੋਵੇ। ਹੁਣ ਬੱਚੇ ਜੀਕੇ ਵਿੱਚ ਹਵਾ ਮਹਿਲ ਪੜ੍ਹਦੇ ਆ, ਜੇ ਆਪਾਂ ਵਾਕਈ ਬੱਚੇ ਨੂੰ ਹਵਾ ਮਹਿਲ ਜਾ ਕੇ ਵਿਜ਼ਿਟ ਕਰਵਾ ਦਿੰਦੇ ਹਾਂ, ਫਿਰ ਕਰਵਾਉਂਦੇ ਹਾਂ, ਤਾਂ ਬੱਚਾ ਦੇਖਦਾ ਇੱਕ ਬਹੁਤ ਬੜੀ ਬਿਲਡਿੰਗ ਆ, ਉਹਦੀ ਬਿਲਡਿੰਗ 'ਚ ਬਹੁਤ ਜ਼ਿਆਦਾ ਖਿੜਕੀਆਂ ਨੇ, ਉੱਥੇ ਸਾਰੀ ਜਗ੍ਹਾ ਇੱਧਰੋਂ ਇੱਧਰੋਂ ਹਵਾ ਆ ਰਹੀ ਹੈ, ਤਾਂ ਹੀ ਉਹਨੂੰ ਹਵਾ ਮਹਿਲ ਕਹਿੰਦੇ ਆ। ਮਤਲਬ ਇਹ ਚੀਜ਼ਾਂ ਬਹੁਤ ਇੰਪੋਰਟੈਂਟ ਨੇ ਜੇ ਆਪਾਂ ਬੱਚਿਆਂ ਦੇ ਪਰਸਪੈਕਟਿਵ ਤੋਂ ਦੇਖਦੇ ਹਾਂ। ਨੈਕਸਟ ਹੈਗਾ ਆਪਣਾ constitutional values will be developed in the students experts from the Indian constitution। ਆਪਾਂ ਕਹਿੰਦੇ ਜਿਹੜੇ ਬੱਚਿਆਂ ਨੂੰ constitutional ਸਾਰੀਆਂ ਵੈਲਿਊਜ਼ ਹੀ ਦੇਣੀ ਚਾਹੀਦੀਆਂ excerpts from the Indian culture। ਇਹ ਨਹੀਂ ਕਿ ਸਿਰਫ ਆਪਣਾ ਇੰਡੀਆ ਦਾ ਕਲਚਰ ਉਹਨੂੰ ਹੀ ਲੈ ਕੇ ਚੱਲੇ ਆ, ਬੱਚੇ ਨੂੰ ਓਵਰਆਲ ਸਾਰੀ ਨੌਲੇਜ ਆਪਣੇ ਇੰਡੀਆ ਦੀ ਤਾਂ ਐਟਲੀਸਟ ਹੋਣੀ ਚਾਹੀਦੀ ਹੈ। ਦੈਨ ਨੌਲੇਜ ਆਫ ਦਾ ਕ੍ਰਿਟੀਕਲ ਇਸ਼ੂਜ਼ ਜਿਹੜੇ ਹੈਗੇ ਨੇ ਆਪਾਂ ਫੇਸ ਕਰ ਰਹੇ ਆ ਕਮਿਊਨਿਟੀਜ਼ ਦੇ, ਸਟੇਟਸ ਦੇ, ਬੱਚਿਆਂ ਨੂੰ ਉਹਦੀ ਨੌਲੇਜ ਹੋਣੀ ਚਾਹੀਦੀ ਹੈ। ਜਿਵੇਂ ਹੁਣ ਪੈਂਡੈਮਿਕ ਆਇਆ ਜਾਂ ਫਾਰਮਰਸ ਦਾ ਪ੍ਰੋਟੈਸਟ ਚੱਲ ਰਿਹਾ, ਬੱਚੇ ਨੂੰ ਇਸ ਚੀਜ਼ ਦੀ ਨੌਲੇਜ ਹੋਣੀ ਚਾਹੀਦੀ ਹੈ, ਸਾਡੀ ਕੰਟਰੀ ਦੇ ਵਿੱਚ, ਸਾਡੀ ਸਟੇਟ ਦੇ ਵਿੱਚ ਫਾਰਮਰਸ ਆਹ ਵਾਲੀ ਕਮਿਊਨਿਟੀ ਨੂੰ ਆਹ ਪ੍ਰੋਬਲਮਸ ਆ ਰਹੀਆਂ ਨੇ, ਉਹ ਜਾ ਕੇ ਦਿੱਲੀ ਉੱਥੇ ਬੈਠੇ ਹੋਏ ਨੇ, ਤਾਂ ਉਹਨਾਂ ਨੇ ਐਜੀਟੇਸ਼ਨ ਕਰ ਰਹੇ ਨੇ, ਉਹਨਾਂ ਨੇ ਆਪਣੇ ਜਿਹੜੇ ਰਾਈਟਸ ਨੇ, ਆਪਣੇ ਜਿਹੜੇ ਉਹਨਾਂ ਦੇ ਫੀਲਡ ਰਿਲੇਟਿਡ ਉਹਨਾਂ ਦੀ ਪ੍ਰੋਬਲਮਸ ਹੈਗੀਆਂ, ਉਹਨਾਂ ਦੇ ਹੱਕਾਂ ਲਈ ਖੜੇ ਹੋਏ ਨੇ। ਤਾਂ ਬੱਚਿਆਂ ਨੂੰ ਸਾਰੀ ਚੀਜ਼ ਦੀ ਨੌਲੇਜ ਆਪਾਂ ਪ੍ਰੋਪਰ ਵੇ ਨਾਲ ਦੇਣੀ ਆ। ਇਹ ਨਹੀਂ ਦੇਖੋ ਕਿਸੇ ਦੇ ਮਤਲਬ ਘਰੇ ਕੋਈ ਫਾਰਮਰਸ ਬੈਠੇ ਹੋਏ ਨੇ, ਉਹਨਾਂ ਦਾ ਇਹ ਜੇ ਉਹ ਆਪਣੀ ਟੋਨ ਯੂਜ਼ ਕਰਦੇ ਆ ਨਾ ਕਿ ਅਸੀਂ ਤਾਂ ਆਹ ਕੰਮ ਕਰਵਾ ਹੀ ਲਵਾਂਗੇ, ਅਸੀਂ ਤਾਂ ਕਰਵਾ ਕੇ ਹੀ ਮੁੜਾਂਗੇ। ਦੇਖੋ ਜਦੋਂ ਤੁਸੀਂ ਥੋੜੇ ਜਿਹੇ ਅਗਰੈਸਿਵ ਐਰੋਗੈਂਟ ਹੋ ਜਾਂਦੇ ਆ ਨਾ, ਜੋ ਤੁਸੀਂ ਕਰਦੇ ਹੋ ਤੁਹਾਡੇ ਬੱਚੇ ਸੁਣ ਵੀ ਰਹੇ ਆ ਨਾ, ਦੇਖ ਵੀ ਰਹੇ ਤਾਂ ਉਹਨੂੰ ਕਾਪੀ ਕਰਨਗੇ। ਆਪਣੀ ਬੋਲਣ ਦੀ ਟੋਨ ਆਪਾਂ, ਤੁਸੀਂ ਦੇਖੋ ਤੁਹਾਨੂੰ ਕਿਸੇ ਟੀਚਰ ਦਾ ਫੋਨ ਆਇਆ, ਤੁਸੀਂ ਇੱਕ ਫॉर ਐਗਜ਼ਾਮਪਲ ਇੱਕ ਟੀਚਰ ਨੇ ਬੱਚੇ ਨੂੰ ਮਾਰਿਆ, ਪਾਪਾ ਉਸੇ ਵੇਲੇ ਕਹਿਣ ਅੱਛਾ ਮੈਡਮ ਦੀ ਇੰਨੀ ਹਿੰਮਤ ਹੋਈ, ਮੈਡਮ ਨੇ ਹੱਥ ਕਿੱਦਾਂ ਲਾਇਆ, ਮੈਂ ਕਰਦਾ ਗੱਲ। ਉਹਨੇ ਫੋਨ ਚੱਕਿਆ, ਬੱਚੇ ਦੇ ਅੰਦਰ ਇੱਕ ਅਲੱਗ ਜੀ ਪਿਕਚਰ ਚਲੀ ਗਈ ਕਿ ਮੇਰੀ ਮੈਡਮ ਦੀ ਕੋਈ ਔਕਾਤ ਨਹੀਂ, ਮੈਡਮ ਦੀ ਕੋਈ ਵੈਲਿਊ ਨਹੀਂ, ਮੇਰੇ ਪਾਪਾ ਸੈੱਟ ਕਰ ਲੈਣਗੇ ਸਾਰਾ ਕੁਝ। ਜਦੋਂ ਕਹਿਣਗੇ ਬੇਟਾ ਟੀਚਰ ਤਾਂ ਆਪਾਂ, ਤੁਸੀਂ ਜੇ ਕਹੋਗੇ ਬੇਟਾ ਟੀਚਰ ਤਾਂ ਪੜ੍ਹਾਉਂਦੇ ਨੇ, ਗੁਰੂ ਹੁੰਦੇ ਨੇ, ਟੀਚਰ ਹਮੇਸ਼ਾ ਬੱਚਿਆਂ ਦਾ ਅੱਛਾ ਹੀ ਕਰਦੇ ਆ, ਬੱਚੇ ਮੂਹਰੇ ਇਹ ਕਹਿ ਤਾ, ਬਾਅਦ ਚ ਤੁਸੀਂ ਪਰਸਨਲੀ ਜਾ ਕੇ ਟੀਚਰ ਨੂੰ ਪੁੱਛੋ ਮੈਡਮ ਕੀ ਪ੍ਰੋਬਲਮ ਸੀ, ਤੁਹਾਨੂੰ ਦੱਸਣਗੇ ਵਾਕਈ ਹੋ ਸਕਦਾ ਉਹ ਪ੍ਰੋਬਲਮ ਕਿਸੇ ਟੀਚਰ ਦੀ ਹੋਵੇ, ਹੋ ਸਕਦਾ ਬੱਚੇ ਦੀ ਹੋਵੇ। ਲੇਕਿਨ ਆਪਾਂ ਇਮੀਡੀਏਟਲੀ ਆਪਾਂ ਏਦਾਂ ਰਿਐਕਸ਼ਨ ਕਰਦੇ ਆ ਤੇ ਆਪਾਂ ਕਨਕਲੂਡ ਕਰਕੇ ਕਨਕਲੂਜਨ ਦੇ ਦਿੰਦੇ ਆ। ਉਹ ਚੀਜ਼ਾਂ ਕਈ ਵਾਰ ਕੀ ਹੁੰਦੀਆਂ, ਆਪਾਂ ਤਾਂ ਨਾਰਮਲੀ ਕਰਦੇ ਆ। ਬੱਚੇ ਦੇਖੋ, ਬੱਚਿਆਂ ਦੇ ਲਈ ਟੀਚਰ ਔਰ ਪੈਰੈਂਟ, ਸੁਸਾਇਟੀ ਦੇ ਜਿਹੜੇ ਐਲਡਰ ਲੋਕ ਨੇ ਉਹ ਰੋਲ ਮਾਡਲ ਹੁੰਦੇ ਆ। ਬੱਚੇ ਜੋ ਦੇਖਦੇ ਆ ਉਹੀ ਕਾਪੀ ਕਰਦੇ ਆ। ਜੇ ਆਪਾਂ ਸਿੱਖ ਕਮਿਊਨਿਟੀ ਦੇ ਵਿੱਚ ਹੈਗੇ ਆ, ਅਸੀਂ
ਸਾਡੇ ਕਲਚਰ ਦੇ ਵਿੱਚ ਸਾਡੇ ਮਾਪੇ ਨੇ ਸਾਨੂੰ ਸੰਸਕਾਰ ਦਿੱਤੇ ਕਿ ਜਦੋਂ ਅਸੀਂ ਗੁਰਦੁਆਰਾ ਸਾਹਿਬ ਦੇ ਬਾਹਰ ਦੀ ਲੰਘਦੇ ਆ ਸਾਡੇ ਸਿਰ ਆਟੋਮੈਟਿਕਲੀ ਝੁਕ ਜਾਂਦੇ ਆ। ਅਸੀਂ ਆਪਣੇ ਬੱਚਿਆਂ ਨੂੰ ਨਹੀਂ ਸਿਖਾਇਆ ਕਿ ਬੇਟਾ ਗੁਰਦੁਆਰਾ ਆ ਗਿਆ ਸਿਰ ਝੁਕਾ, ਨਹੀਂ, ਉਹ ਬੱਚਾ ਜਦੋਂ ਤੁਸੀਂ ਕਰੋਗੇ ਤੁਹਾਨੂੰ ਦੇਖ ਕੇ ਸਿੱਖ ਜੂਗਾ ਕਿ ਮੇਰੇ ਮੰਮੀ ਪਾਪਾ ਗੁਰਦੁਆਰੇ ਦੇ ਮੂਹਰ ਦੀ ਲੰਘਦੇ ਆ ਤਾਂ ਸਿਰ ਥੋੜਾ ਜਿਹਾ ਝੁਕਾਉਂਦੇ ਆ, ਤਾਂ ਫਿਰ ਬੱਚਾ ਆਪਣੇ ਆਪ ਹੀ ਉਹ ਚੀਜ਼ਾਂ ਨੂੰ ਕਾਪੀ ਕਰਦਾ। ਇਹ ਅੰਦਰੋਂ ਬਹੁਤ ਖੁਸ਼ੀ ਦਿੰਦੀਆਂ ਇਹ ਚੀਜ਼ਾਂ ਕਿ ਸਾਡੇ ਬੱਚੇ ਸਾਡੀ ਨੌਲੇਜ ਨੂੰ, ਸਾਡੀ ਐਜੂਕੇਸ਼ਨ ਨੂੰ, ਸਾਡੇ ਵੈਲਿਊਜ਼ ਨੂੰ ਆਪਣੇ ਆਪ ਹੌਲੀ ਹੌਲੀ ਬਿਨਾਂ ਦੱਸੇ ਹੀ ਕੈਪਚਰ ਕਰਨਾ ਸ਼ੁਰੂ ਕਰ ਦਿੰਦੇ ਆ। ਕਿਉਂਕਿ ਬੱਚੇ ਲਈ ਦੇਖੋ, ਬੱਚੇ ਨੇ ਨੈਗੇਟਿਵ ਪੋਜ਼ਿਟਿਵ ਦੋਨੋਂ ਚੀਜ਼ਾਂ ਸਾਰੀਆਂ ਸੁਸਾਇਟੀ ਤੋਂ ਸਿੱਖਣੀਆਂ ਨੇ, ਜਾਂ ਸਕੂਲ ਚੋਂ ਸਿੱਖੇਗਾ, ਫਰੈਂਡਸ ਤੋਂ ਸਿੱਖੇਗਾ, ਟੀਚਰਸ ਤੋਂ ਸਿੱਖੇਗਾ, ਜਾਂ ਫਿਰ ਪੈਰੈਂਟਸ ਤੋਂ ਸਿੱਖੇਗਾ। ਤਾਂ ਆਪਾਂ ਦੇਖਣਾ ਕਿ ਆਪਣੇ ਬੱਚੇ ਦੀ ਸੁਸਾਇਟੀ ਕਿੱਦਾਂ ਦੀ ਹੈ। ਜੇ ਫਰੈਂਡ ਸਰਕਲ ਖੇਲ ਰਹੇ ਆ ਤਾਂ ਕਿਹੜੇ ਬੱਚੇ ਨਾਲ ਖੇਲ ਰਹੇ ਆ, ਨੌਲੇਜ ਆ ਰਹੀ ਹੈ ਤਾਂ ਕਿੱਥੋਂ ਆ ਰਹੀ ਹੈ, ਬੱਚੇ ਨੂੰ ਕੀ ਸਿੱਖ ਰਿਹਾ ਬੱਚਾ। ਨੈਕਸਟ ਆਪਾਂ ਆ ਰਹੇ ਹਾਂ ਹੈਲਥ ਐਜੂਕੇਸ਼ਨ ਤੇ। ਆਲਮੋਸਟ ਲਾਸਟ ਹੀ ਰਹਿ ਗਿਆ ਇਹ। ਹੈਲਥ ਐਜੂਕੇਸ਼ਨ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਆ। ਹੈਲਦੀ ਮਾਈਂਡ ਤਦ ਹੀ ਹੋਏਗਾ ਜਦੋਂ ਬੱਚੇ ਦੀ ਹੈਲਥ ਐਜੂਕੇਸ਼ਨ, ਜਿਹੜੀ ਬੱਚੇ ਦੀ ਫਿਟਨੈਸ ਹੈ, ਹੈਲਥ ਆ, ਬੱਚਾ ਬਹੁਤ ਸਾਊਂਡ ਆ। ਬੇਸਿਕ ਟ੍ਰੇਨਿੰਗ ਇਨ ਹੈਲਥ ਇਨਕਲੂਡਿੰਗ ਦਾ ਪ੍ਰੀਵੈਂਟਿਵ ਹੈਲਥ, ਜਿਹੜੀ ਆਪਣੀ ਹੈਲਥ ਜਿਹੜੀ ਬੇਸਿਕ ਟ੍ਰੇਨਿੰਗ ਆ ਉਹ ਕਹਿੰਦੇ ਪ੍ਰੀਵੈਂਸ਼ਨ। ਆਪਾਂ ਮੈਡੀਸਿਨਸ ਲੈਣੇ ਆ ਲੇਕਿਨ ਪ੍ਰੀਵੈਂਸ਼ਨ ਜ਼ਿਆਦਾ, ਜਿਹੜੇ ਆਪਾਂ ਪ੍ਰੀਕਾਸ਼ਨਸ ਨੇ ਉਹ ਜ਼ਿਆਦਾ ਬੈਟਰ ਨੇ, ਕਿਉਂਕਿ ਆਪਾਂ ਬਿਮਾਰ ਹੋ ਕੇ ਮੈਡੀਸਿਨ ਲੈਣ ਤੋਂ ਜ਼ਿਆਦਾ ਬੈਟਰ ਹੈ ਕਿ ਪਹਿਲਾਂ ਹੀ ਆਪਾਂ ਆਪਣੇ ਆਪ ਨੂੰ ਉਹਨਾਂ ਬੈਲੈਂਸ ਡਾਈਟ ਲਈਏ, ਉਹਨਾਂ ਹੈਲਦੀ ਸਟਰੋਂਗ ਰੱਖੀਏ ਕਿ ਆਪਾਂ ਨੂੰ ਕੋਈ ਬਿਮਾਰੀ ਹੋ ਹੀ ਨਾ ਪਾਏ, ਆਪਣੇ ਆਪ ਨੂੰ ਆਪਾਂ ਇੰਨਾ ਫਿਟ ਰੱਖੀਏ। then ਫਿਰ mental health and well being, proper ਆਪਣੀ mental health ਹੋਣੀ ਚਾਹੀਦੀ ਹੈ proper। ਜੇ ਆਪਣੀ physical health ਅੱਛੀ ਹੋਏਗੀ ਤਾਂ definitely mentally ਵੀ ਆਪਾਂ healthy strong ਹੋਵਾਂਗੇ, ਅੱਛੇ well being ਹੋਵਾਂਗੇ। ਆਪਣੇ ਜਿਹੜੇ nutritions ਨੇ ਉਹਦੀ value ਅੱਛੀ ਹੋਣੀ ਚਾਹੀਦੀ ਹੈ proper। ਬੱਚੇ ਨੂੰ time to time ਸਾਰੇ nutrition ਜਾਣੇ ਚਾਹੀਦੇ ਆ, ਬੱਚੇ ਨੂੰ ਕਿੰਨੇ ਕੈਲੋਰੀਜ਼ ਬੱਚਾ ਲੈ ਰਿਹਾ ਉਹਦੇ ਚ ਬੱਚਾ, ਕਿਉਂਕਿ ਬੱਚੇ ਦੀ ਡਿਵੈਲਪਮੈਂਟ ਜ਼ਿਆਦਾ ਹੁੰਦੀ ਹੈ, ਬੱਚੇ ਦੇ ਮੋਟਰ ਐਕਟੀਵਿਟੀਜ਼ ਜ਼ਿਆਦਾ ਹੁੰਦੀਆਂ, ਬੱਚੇ ਦੀ ਕੈਲੋਰੀਜ਼ ਜ਼ਿਆਦਾ ਬਰਨ ਹੁੰਦੀਆਂ। ਆਪਾਂ ਦੇਖਣਾ ਬੱਚੇ ਨੂੰ ਕਾਰਬਸ ਕਿੰਨੇ ਜਾ ਰਹੇ ਆ, ਬੱਚੇ ਨੂੰ ਪ੍ਰੋਟੀਨ ਕਿੰਨੇ ਜਾ ਰਹੇ ਆ, ਬੱਚੇ ਨੂੰ ਫੈਟ ਕਿੰਨਾ ਜਾ ਰਿਹਾ, ਬੱਚੇ ਨੂੰ ਪ੍ਰੋਪਰ ਹੈਲਦੀ ਡਾਈਟ ਮਿਲ ਰਹੀ ਹੈ ਕਿ ਨਹੀਂ ਮਿਲ ਰਹੀ। ਪਰਸਨਲ ਐਂਡ ਪਬਲਿਕ ਹਾਈਜੀਨ ਐਂਡ ਫਰਸਟ ਏਡ, ਜਿਹੜੀ ਪਰਸਨਲ ਤੇ ਪਬਲਿਕ ਹਾਈਜੀਨ ਆ ਆਪਾਂ ਆਪਣੇ ਲਈ ਵੀ ਧਿਆਨ ਰੱਖਣਾ, ਬੱਚਿਆਂ ਲਈ ਵੀ ਰੱਖਣਾ। ਔਰ ਜਿਹੜਾ ਫਰਸਟ ਏਡ ਹੈਗਾ ਪ੍ਰੀਕਾਸ਼ਨਸ ਆ ਉਹ ਆਪਾਂ ਮਤਲਬ ਜਿਵੇਂ ਸਕੂਲ ਦੇ ਵਿੱਚ ਫਰਸਟ ਏਡ ਬਾਕਸ ਵਗੈਰਾ ਰੱਖੇ ਆ, ਘਰਾਂ 'ਚ ਰੱਖਿਆ, ਆਪਾਂ ਫਰਸਟ ਪਹਿਲਾਂ ਆਪਣੀ ਕੇਅਰ ਕਰਦੇ ਆ। ਘਰੇ ਬਹੁਤ ਸਾਰੇ ਦੇਸੀ ਤਰੀਕੇ ਹੁੰਦੇ ਆ, ਖੰਘ ਹੋ ਜਾਂਦੀ ਆ, ਕੋਲਡ ਹੋ ਜਾਂਦਾ, ਆਪਾਂ ਉਹ ਚੀਜ਼ਾਂ ਨੂੰ ਯੂਜ਼ ਕਰਦੇ ਆ, ਉਹ ਕੀ ਹੈ ਸਾਰੇ ਆਪਣੇ ਪਬਲਿਕ ਹਾਈਜੀਨਸ ਨੇ। ਦੈਨ ਹੈਗਾ ਡੈਟਰੀਮੈਂਟਲ ਐਂਡ ਡੈਮੇਜਿੰਗ ਇਫੈਕਟ ਆਫ ਅਲਕੋਹਲ। ਅਲਕੋਹਲ ਦੇ ਬੱਚਿਆਂ ਨੂੰ ਆਪਾਂ ਛੋਟੀ ਕਲਾਸ ਤੋਂ ਹੀ ਐਜੂਕੇਸ਼ਨ ਦੇਣੀ ਸ਼ੁਰੂ ਕਰਾਂਗੇ, ਬੇਟਾ ਅਲਕੋਹਲ ਦੇ ਆਹ ਵਾਲੇ ਮਤਲਬ ਡਰੋਬੈਕਸ ਨੇ, ਇਹਦੇ ਆ ਹਾਰਮਫੁਲ ਇਫੈਕਟਸ ਨੇ। ਟੋਬਾਕੂ ਲੈਂਦੇ ਨੇ, ਅਦਰ ਡਰੱਗਸ ਨੇ, ਉਹ ਆਪਣੀ ਬੋਡੀ ਨੂੰ ਕਿਵੇਂ ਡੈਮੇਜ ਕਰ ਦਿੰਦੇ ਆ, ਕਿਵੇਂ ਆਪਣੀ ਬੋਡੀ ਡੇ ਬਾਏ ਡੇ ਹੌਲੀ ਹੌਲੀ ਆਪਣੀ ਕਿਡਨੀਜ਼, ਆਪਣਾ ਲੀਵਰ ਫੇਲ ਹੋ ਜਾਂਦਾ, ਕਿਵੇਂ ਆਪਾਂ ਮਤਲਬ ਇੱਕ ਨਾਰਮਲ ਤੋਂ ਇੱਕ ਮਤਲਬ ਬਿਮਾਰ ਪੇਸ਼ੈਂਟ ਹੋ ਕੇ ਰਹਿ ਜਾਂਦੇ ਆ ਤਾਂ ਕਿ ਆਪਣੀ ਬਾਅਦ ਵਿੱਚ ਰਿਕਵਰੀ ਨਹੀਂ ਹੋ ਪਾਉਂਦੀ। ਉਹ ਸਾਰੀਆਂ ਚੀਜ਼ਾਂ ਬੱਚੇ ਨੂੰ ਆਪਾਂ ਇਨੀਸ਼ੀਅਲ ਸਟੇਜ ਤੇ ਹੀ ਦੱਸਣੀਆਂ ਨੇ। ਨੈਕਸਟ ਹੈਗਾ ਆਪਣਾ Ma'am, your voice is not audible. ਹੁਣ ਆ ਰਹੀ ਆਵਾਜ਼? ਲਿਸਨ ਪਲੀਜ਼, ਜਿਨ੍ਹਾਂ ਨੂੰ ਆਵਾਜ਼ ਨਹੀਂ ਆਏਗੀ ਨਾ, ਇਹਦੀ ਰਿਕਾਰਡਿੰਗ ਹੋ ਰਹੀ ਹੈ, ਵੀਡੀਓ ਦੀ ਰਿਕਾਰਡਿੰਗ ਕਰਕੇ ਬਾਅਦ ਵਿੱਚ ਹਰ ਇੱਕ ਗਰੁੱਪ ਦੇ ਵਿੱਚ ਸ਼ੇਅਰ ਕਰਾਂਗੇ, ਤੇ YouTube ਤੇ ਅਪਲੋਡ ਕਰਾਂਗੇ। YouTube ਦਾ ਲਿੰਕ ਹਰ ਇੱਕ ਗਰੁੱਪ ਦੇ ਵਿੱਚ ਸ਼ੇਅਰ ਕਰਾਂਗੇ। ਜਿਹੜੇ ਨਹੀਂ ਸੁਣ ਪਾਏ ਜਾਂ ਜਿਹੜੇ ਡਿਊਟੀ ਤੇ ਹੋਣਗੇ ਨਹੀਂ ਦੇਖ ਪਾਏ, ਜਾਂ ਜਿਨ੍ਹਾਂ ਨੂੰ ਕਿਤੇ ਪਰਟੀਕੁਲਰ ਏਰੀਆ ਤੇ ਪ੍ਰੋਬਲਮ ਆਈ ਆ, ਉਹ ਬਾਅਦ ਵਿੱਚ ਆਪਣਾ ਸਵਿਚ ਔਨ ਕਰਕੇ ਦੇਖ ਸਕਦੇ ਨੇ। ਲਾਸਟ ਆਪਾਂ ਗੱਲ ਕਰਾਂਗੇ ਲਿਵਰੇਜਿੰਗ ਆਫ ਦਾ ਪਾਵਰ ਆਫ ਮਲਟੀਲਿੰਗੁਅਲਿਜ਼ਮ। ਮਲਟੀਲਿੰਗੁਅਲਿਜ਼ਮ ਮਤਲਬ ਮਲਟੀ ਲੈਂਗੁਏਜ, ਡਿਫਰੈਂਟ ਲੈਂਗੁਏਜ। ਲਿਵਰੇਜਿੰਗ ਦਾ ਪਾਵਰ ਆਫ ਮਲਟੀਲਿੰਗੁਅਲਿਜ਼ਮ ਐਂਡ ਲੈਂਗੁਏਜ ਲਰਨਿੰਗ। ਉਹ ਕਹਿੰਦੇ ਬੱਚਿਆਂ ਨੂੰ 3-4 ਲੈਂਗੁਏਜਿਸ ਵਿੱਚ ਨਾ ਫਸਾਓ, ਬੱਚਿਆਂ ਨੂੰ 1-2 ਪਰਟੀਕੁਲਰ ਜਿਹੜੀਆਂ ਹੈਗੀਆਂ ਉਹੀ ਬੈਟਰ ਸਿਖਾਓ, ਠੀਕ ਹੈ। ਮਲਟੀ ਲੈਂਗੁਏਜ ਮਤਲਬ ਜਦੋਂ ਜ਼ਿਆਦਾ ਲੈਂਗੁਏਜਿਸ ਲੈ ਲੈਂਦੇ ਆ ਤਾਂ ਉਹਦੇ ਨਾਲ ਕੀ ਹੋ ਜਾਂਦਾ, ਲਿਵਰੇਜਿੰਗ ਦਾ ਪਾਵਰ, ਉਹਦੀ ਪਾਵਰ ਹੈ ਜਿਹੜੀ ਲੀਵਰੇਜ ਹੋ ਜਾਂਦੀ, ਕਿਉਂਕਿ ਬੱਚਾ ਇੱਕ ਵੀ ਨਹੀਂ ਚੰਗੀ ਤਰ੍ਹਾਂ ਸਿੱਖ ਪਾਉਂਦਾ। ਫਿਰ ਤਾਂ ਇਸੇ ਲਈ ਜ਼ਿਆਦਾ ਸਟ੍ਰੈਸ ਦਿੰਦੇ ਆ ਕਿ ਲੈਂਗੁਏਜਿਸ ਜਿਹੜੀਆਂ 3 ਆਪਣੀਆਂ ਚੱਲ ਰਹੀਆਂ ਠੀਕ ਹੈ, ਉਹਨਾਂ ਤੇ ਹੁਣ ਦੇਖੋ ਵਿੱਚ ਬਹੁਤ ਜ਼ਿਆਦਾ ਟ੍ਰੈਂਡ ਆਇਆ ਸੀ ਕਿ ਲੋਕੀ ਫ੍ਰੈਂਚ ਕਰਨ ਲੱਗ ਗਏ ਸੀਗੇ, ਹਨਾ। ਤਾਂ ਉਹ ਸਾਰਾ ਕੀ ਹੈ ਕਿ ਆਪਾਂ ਇੰਨੀ ਲੈਂਗੁਏਜਿਸ ਕਰਕੇ ਕਿਤੇ ਨਹੀਂ ਜਾਣਾ, ਆਪਾਂ ਆਪਣੀ ਲੋਕਲ ਲੈਂਗੁਏਜ ਔਰ ਆਪਣੀ ਜਿਹੜੀ ਓਫੀਸ਼ੀਅਲ ਲੈਂਗੁਏਜ ਹੈਗੀ ਆ ਉਹ ਕਰ ਰਹੇ ਆ, ਨੈਸ਼ਨਲ ਲੈਂਗੁਏਜ ਆਪਣੀ ਹਿੰਦੀ ਆ ਉਹ ਕਰ ਰਹੇ ਆ, ਦੈਟ ਇਜ਼ ਸਫੀਸ਼ੀਐਂਟ। ਚਿਲਡਰਨ ਹੂਜ਼ ਪ੍ਰਾਇਮਰੀ ਲੈਂਗੁਏਜ, ਹੁਣ ਆਪਣੀ ਪ੍ਰਾਇਮਰੀ ਲੈਂਗੁਏਜ ਕਿਹੜੀ ਆ, ਪੰਜਾਬੀ। Children whose primary language is not the language of instruction in the school are more likely to drop out of school or fail in early grades। ਉਹ ਕਹਿੰਦੇ ਜਿਹੜੇ ਬੱਚੇ ਦੀ
ਪ੍ਰਾਇਮਰੀ ਲੈਂਗੁਏਜ ਜਿਹੜੀ ਲੋਕਲ ਲੈਂਗੁਏਜ ਉਹਦੀ ਹੈਗੀ ਹੈ, ਜਦੋਂ ਆਪਾਂ ਇੰਸਟਰਕਸ਼ਨਸ ਉਹਦੇ ਵਿੱਚ ਨਹੀਂ ਦਿੰਦੇ ਤਾਂ ਉਹ ਸਕੂਲ ਦੇ ਬੱਚੇ ਜਿਹੜੇ ਫੇਲੀਅਰ ਹੋ ਜਾਂਦੇ ਆ ਗ੍ਰੇਡਸ, ਅਰਲੀ ਗ੍ਰੇਡਸ ਦੇ ਵਿੱਚ। ਅਰਲੀ ਗ੍ਰੇਡਸ ਮਤਲਬ ਨਰਸਰੀ ਟੂ ਸੈਕੰਡ ਤੱਕ ਦੇ ਗ੍ਰੇਡਸ ਦੇ ਵਿੱਚ ਬੱਚੇ ਵੀਕ ਹੋ ਜਾਂਦੇ ਆ, ਕਿਉਂਕਿ ਜਿਹੜੀ ਇੰਸਟਰਕਸ਼ਨਸ ਆ ਉਹ ਕਹਿੰਦੇ ਕਿਹੜੇ ਮੋਡ ਦੇ ਵਿੱਚ ਆਉਣੀ ਚਾਹੀਦੀਆਂ ਨੇ, ਲੋਕਲ ਲੈਂਗੁਏਜ। ਲੋਕਲ ਲੈਂਗੁਏਜ ਆਪਾਂ ਨੂੰ ਪਤਾ ਆਪਣੀ ਪੰਜਾਬੀ ਆ, ਲੇਕਿਨ ਆਪਾਂ ਠੀਕ ਹੈ ਆਪਾਂ ਇੰਗਲਿਸ਼ ਨੂੰ ਲੈ ਕੇ ਚੱਲਦੇ ਹਾਂ, ਅਸੀਂ ਇੰਗਲਿਸ਼ ਨੂੰ ਡਿਨਾਈ ਨਹੀਂ ਕਰਦੇ, ਲੇਕਿਨ ਇੰਗਲਿਸ਼ ਵਿੱਚ ਮੈਂ ਇਹ ਨਹੀਂ ਕਹੂੰਗੀ ਪੰਜਾਬੀ ਸਵਿਚ ਔਨ ਕਰਾਂਗੇ, ਇੰਗਲਿਸ਼ ਕਰਾਂਗੇ, ਲੇਕਿਨ ਉਹਨੂੰ ਬਾਅਦ ਵਿੱਚ ਟ੍ਰਾਂਸਲੇਟ ਆਪਾਂ ਪੰਜਾਬੀ ਚ ਕਰ ਦਾਂਗੇ ਤਾਂ ਕਿ ਬੱਚੇ ਨੂੰ ਨਾਲ ਨਾਲ ਦੋਨਾਂ ਦਾ ਮੀਨਿੰਗ ਵੀ ਪਤਾ ਚੱਲ ਜਾਏ ਔਰ ਬੱਚੇ ਨੂੰ ਇਹ ਪਤਾ ਚੱਲ ਜਾਏ ਵੀ ਇੰਗਲਿਸ਼ ਵਿੱਚ ਅਸੀਂ ਇਹ ਚੀਜ਼ ਨੂੰ ਕੀ ਕਹਿੰਦੇ ਆ, ਪੰਜਾਬੀ ਚ ਕੀ ਹੁੰਦਾ। ਸੈਕੰਡ ਹੈਗਾ ਮਦਰ ਟੰਗ। ਮਦਰ ਟੰਗ ਔਰ ਹੋਮ ਲੈਂਗੁਏਜ ਆਪਣੀ ਪੰਜਾਬੀ ਆ। ਲੈਂਗੁਏਜ ਜਿਹੜੀ ਹੈਗੀ ਆ ਲੋਕਲ ਲੈਂਗੁਏਜ ਐਜ਼ ਅ ਮੀਡੀਅਮ ਆਫ, ਜਿਹੜੀ ਉਹ ਕਹਿੰਦੇ ਲੋਕਲ ਲੈਂਗੁਏਜ ਆ ਮਦਰ ਟੰਗ ਆ, ਉਹ ਆਪਣੀ ਇੰਸਟਰਕਸ਼ਨਸ ਦਾ ਮੀਡੀਅਮ ਹੋਣੀ ਚਾਹੀਦੀ ਆ। ਮੈਂ ਗੁਜਰਾਤ ਗਈ ਸੀਗੀ ਐਕਚੁਅਲੀ 2-3 ਮੰਥਸ ਪਹਿਲਾਂ, ਉੱਥੇ ਮੈਂ ਦੇਖਿਆ, ਮੈਂ PhD ਦੇ ਐਗਜ਼ਾਮ ਲਈ ਗਈ ਸੀਗੀ, ਤਾਂ ਉੱਥੇ ਮੈਂ ਦੇਖਿਆ ਕਿ ਜਿੰਨੀਆਂ ਵੀ ਉਹਨਾਂ ਨੇ ਇੰਸਟਰਕਸ਼ਨਸ ਦਿੱਤੀਆਂ ਉਹ ਸਾਰੀਆਂ ਗੁਜਰਾਤੀ ਚ ਦਿੱਤੀਆਂ। ਮੈਨੂੰ ਬਹੁਤ ਵਧੀਆ ਲੱਗਿਆ ਉੱਥੇ। ਉੱਥੇ ਤੁਸੀਂ ਦੇਖੋ ਕਿ ਜਿੰਨੀਆਂ ਵੀ ਸ਼ੌਪਸ ਨੇ ਉਹਨਾਂ ਦੇ ਬਾਹਰ ਜਿਹੜੇ ਉਹਨਾਂ ਦੇ ਨਾਮ ਲੱਗੇ ਹੋਏ ਨੇ ਨਾ, ਉਹ ਸਾਰੇ ਹੀ ਗੁਜਰਾਤੀ ਚ ਆ। ਉੱਥੇ ਬਹੁਤ ਰੇਅਰ ਇੰਗਲਿਸ਼ ਦੇਖਣ ਨੂੰ ਮਿਲਦੀ ਆ। ਮੈਨੂੰ ਇਹ ਚੀਜ਼ਾਂ ਨੇ ਮਤਲਬ ਬਹੁਤ ਜ਼ਿਆਦਾ ਮੈਂ ਸ਼ੌਕਿੰਗ ਵੀ ਹੋਈ ਔਰ ਮੈਂ ਸੋਚਿਆ ਵੀ, ਫਿਰ ਮੈਨੂੰ ਉੱਥੇ ਉਹਦੀ ਇੰਪੋਰਟੈਂਸ ਪਤਾ ਲੱਗੀ। ਫਿਰ ਮੈਨੂੰ ਲੱਗਿਆ ਕਿ ਸਾਡੇ ਪੰਜਾਬ ਦੇ ਵਿੱਚ ਤਾਂ ਕੋਈ ਵੀ ਸਕੂਲ, ਕੋਈ ਇੰਸਟੀਟਿਊਸ਼ਨ, ਕੋਈ ਯੂਨੀਵਰਸਿਟੀ ਆ, ਉੱਥੇ ਪੰਜਾਬੀ ਚ ਇੰਸਟਰਕਸ਼ਨਸ ਦੇ ਦੇਣ ਤਾਂ ਸਭ ਤੋਂ ਜ਼ਿਆਦਾ ਫੀਲ ਕਰਦੇ ਆ ਕਿ ਅਸੀਂ ਪੰਜਾਬੀ ਬੋਲ ਰਹੇ ਹਾਂ। ਲੇਕਿਨ ਉੱਥੇ ਉਹਨਾਂ ਨੇ ਯੂਨੀਵਰਸਿਟੀ ਦੇ ਵਿੱਚ ਐਗਜ਼ਾਮ ਹੋ ਰਿਹਾ ਸੀ, ਜਿੰਨੀਆਂ ਵੀ ਉਹਨਾਂ ਨੇ ਇੰਸਟਰਕਸ਼ਨਸ ਦਿੱਤੀਆਂ ਉਹਨਾਂ ਨੇ ਆਪਣੀ ਲੋਕਲ ਲੈਂਗੁਏਜ ਦੇ ਵਿੱਚ ਦਿੱਤੀਆਂ। ਜਿੰਨੀਆਂ ਵੀ ਦੁਕਾਨਸ ਦੇ ਨਾਮ ਨੇ, ਸਾਰਾ ਕੁਛ ਆ, ਜਿੱਥੇ ਕਿਤੇ ਦੇਖੋਗੇ ਗੁਜਰਾਤੀ ਹੀ ਲਿਖੀ ਦੇਖੋ, ਕਿਉਂਕਿ ਉਹ ਬੰਦੇ ਰਿਸਪੈਕਟ ਕਰਦੇ ਆ ਆਪਣੀ ਲੈਂਗੁਏਜ ਦੀ। ਆਪਾਂ ਹੀ ਇੱਕ ਪੰਜਾਬ ਹੀ ਇੱਕ ਏਦਾਂ ਦੀ ਆਪਾਂ ਕਹਿ ਲਈਏ ਸਟੇਟ ਹੈਗੀ ਆ ਜਿੱਥੇ ਕਿ ਸਭ ਤੋਂ ਜ਼ਿਆਦਾ ਫੋਰਨ ਦਾ ਟ੍ਰੈਂਡ ਆ। ਆਪਾਂ ਆਪਣੇ ਬੱਚਿਆਂ ਨੂੰ ਸੋਚਦੇ ਨਹੀਂ ਕਿ ਆਰਮੀ ਚ, ਨੇਵੀ ਚ ਜਾਂ ਇੰਜੀਨੀਅਰ ਬਣਾਈਏ, ਡਾਕਟਰ ਬਣਾਈਏ, ਹੈ ਲਾਇਰ ਬਣਾਈਏ, ਇਹਨਾਂ ਨੂੰ ਅਲੱਗ-ਅਲੱਗ ਏਰੀਆ ਸਿਵਲ ਸਰਵਿਸਿਜ਼ ਚ ਲੈ ਕੇ ਜਾਈਏ। ਆਪਾਂ ਟਰਾਈ ਕਰਦੇ ਆ ਬਸ +2 ਹੋਈ ਆਇਲਸ ਕਰਵਾਓ। ਆਇਲਸ ਕੀ ਕਰਦੇ ਨੇ, ਉਹ EZMR ਤੋਂ ਫਿਰ ਸ਼ੁਰੂ ਕਰ ਦਿੰਦੇ ਨੇ। ਉੱਥੇ EZMR ਕਰਾਓ ਜੀ, 50-50 ਹਜ਼ਾਰ ਉਹਨਾਂ ਨੂੰ ਫੀਸ ਪੇ ਕਰੋ 3-4 ਮਹੀਨਿਆਂ ਦੀ, ਫਿਰ ਤੁਸੀਂ ਪੇਪਰ ਭਰ ਦਿੰਦੇ ਹੋ, ਬੱਚੇ ਦੇ ਬੈਂਡ ਆਉਂਦੇ 5.5-6 ਬੈਂਡ ਆਉਂਦੇ ਨੇ। ਉਹੀ 4 ਮੋਡਿਊਲਸ ਨੇ ਜਿਹੜੇ ਸਕੂਲਾਂ ਚ ਕਰਾਏ ਜਾਂਦੇ ਆ, ਰੀਡਿੰਗ, ਰਾਈਟਿੰਗ, ਸਪੀਕਿੰਗ ਤੇ ਲਿਸਨਿੰਗ। ਇੱਥੇ ਆਪਾਂ ਉਹਨਾਂ ਨੂੰ ਫੋਕਸ ਨਹੀਂ ਕਰਦੇ ਪ੍ਰੋਪਰ ਵੇ ਨਾਲ, ਫਿਰ ਆਪਾਂ ਉੱਥੇ ਜਾ ਕੇ EZMR ਫਿਰ ਸਿੱਖਣ ਲੱਗੇ ਹੁੰਦੇ ਆ +2 ਤੋਂ ਬਾਅਦ। ਫਿਰ ਪੁੱਛਣ ਵਾਲਾ ਹੋਵੇ ਵੀ ਤੁਸੀਂ ਨਰਸਰੀ ਤੋਂ ਇੰਗਲਿਸ਼ ਕੀਤੀ ਤਾਂ ਤੁਸੀਂ ਉੱਥੇ EZMR ਕਿਉਂ ਨਹੀਂ ਕੀਤੇ? ਆਪਾਂ UKG ਵਿੱਚ EZMR ਇੰਟਰੋਡਿਊਸ ਕਰਵਾ ਦਿੰਦੇ ਹਾਂ। ਔਰ ਇਹ ਕਿੰਨਾ ਪੈਥੈਟਿਕ ਸਿਚੁਏਸ਼ਨ ਹੈ ਕਿ ਬੱਚਾ +2 ਤੋਂ ਬਾਅਦ ਫਿਰ ਜਾ ਕੇ ਆਇਲਸ ਕਲਾਸਿਸ ਦੇ ਵਿੱਚ EZMR ਸਿੱਖਦਾ ਹੈ ਨਾ। ਇਹ ਚੀਜ਼ਾਂ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਫੀਲ ਕਰਦੀ, ਕਿਉਂਕਿ ਆਪਾਂ ਬੱਚਿਆਂ ਨੂੰ ਜਦੋਂ ਲੈਂਗੁਏਜ ਦਿੱਤੀ ਨਾ, ਆਪਾਂ ਮਿਕਸ ਕਰਕੇ ਦਿੱਤੀ, ਨਾਲ ਹੀ ਪੰਜਾਬੀ ਹੋ ਗਈ, ਨਾਲ ਹੀ ਉਹਨਾਂ ਨੂੰ ਹਿੰਦੀ ਹੋ ਗਈ, ਨਾਲ ਹੀ ਇੰਗਲਿਸ਼ ਹੋ ਗਈ। ਬੱਚਾ ਕਨਫਿਊਜ਼ ਹੋ ਕੇ ਰਹਿ ਗਿਆ, ਉਹ ਇੱਕ ਵੀ ਲੈਂਗੁਏਜ ਨਹੀਂ ਕਰ ਪਾਇਆ। ਤਾਂ ਉਹੀ ਰੀਜ਼ਨ ਹੈ ਕਿ ਬੱਚੇ ਨੂੰ ਪਹਿਲਾਂ ਉਹਦੀ ਮਦਰ ਟੰਗ ਦੇ ਵਿੱਚ, ਉਹਦੀ ਲੋਕਲ ਲੈਂਗੁਏਜ ਦੇ ਵਿੱਚ ਉਹਨੂੰ ਕਨਸੈਪਟ ਕਲੀਅਰ ਕਰੀਏ, ਫਿਰ ਆਪਾਂ ਨਈ ਚੀਜ਼ ਨੂੰ ਸਿਖਾਈਏ ਤਾਂ ਕਿ ਉਹਦੀ ਬੈਟਰ ਅੱਛੀ ਲਰਨਿੰਗ ਹੋ ਸਕੇ। ਠੀਕ ਹੈ, ਦੈਨ ਉਹਦੇ ਵਿੱਚ ਆਪਾਂ ਨੈਕਸਟ ਗੱਲ ਕਰਦੇ ਹਾਂ ਮਦਰ ਟੰਗ ਦੀ। ਇਹ ਜਿਹੜੀ ਆਪਣੀ ਹੋਮ ਲੈਂਗੁਏਜ ਹੈਗੀ ਆ, ਉਹ ਮੀਡੀਅਮ ਜਿਹੜਾ ਇੰਸਟਰਕਸ਼ਨਸ ਦਾ ਉਹ ਹੋਣਾ ਚਾਹੀਦਾ। ਐਂਡ ਵੇਅਰ ਐਵਰ ਪੋਸੀਬਲ ਅੰਟਿਲ ਐਟਲੀਸਟ ਗ੍ਰੇਡ 5 ਤੱਕ ਤਾਂ ਪਰਫੈਕਟਲੀ ਆਪਾਂ 8 ਤੱਕ ਇਸ ਚੀਜ਼ ਨੂੰ ਕੰਟੀਨਿਊ ਕਰੀਏ ਤਾਂ ਕਿ ਬੱਚੇ ਨੂੰ ਹਰ ਚੀਜ਼ ਦਾ ਬੇਸਿਕਲੀ ਕਨਸੈਪਟ ਕਲੀਅਰ ਹੋ ਜਾਵੇ। ਦੈਨ ਹੈਗਾ ਲੈਂਗੁਏਜਸ ਆਫ ਇੰਡੀਆ। ਹੁਣ ਇੰਡੀਆ ਦਾ ਜਿਹੜਾ ਫਨ ਪ੍ਰੋਜੈਕਟ ਆ, ਐਕਟੀਵਿਟੀਜ਼ ਆ, ਹੁਣ ਇੰਡੀਆ ਦੀ ਇੱਕ ਲੈਂਗੁਏਜ ਤਾਂ ਹੈ ਨਹੀਂ ਗੀ, ਹਰ ਇੱਕ ਸਟੇਟ ਦੀ ਅਲੱਗ-ਅਲੱਗ ਲੈਂਗੁਏਜ ਆ। ਠੀਕ ਹੈ, ਤਾਂ ਉਹਦੇ ਚ ਕਹਿੰਦੇ a fun project or activity in schools to familiarize with the diversity means different language of the country of our country ਦੀ ਜਿਹੜੀ different languages ਹੈਗੀਆਂ ਬੱਚੇ ਨੂੰ ਆਪਾਂ ਸਿਖਾਣੀਆਂ ਨਹੀਂ, ਬਟ ਬੱਚੇ ਨੂੰ ਨੌਲੇਜ ਜ਼ਰੂਰ ਦਿੰਦੇ ਆ ਕਿ ਬੇਟਾ ਆਹ ਵਾਲੀ ਸਟੇਟ ਆ, ਉੱਥੇ ਆਹ ਵਾਲੀ ਨੌਲੇਜ ਹੁੰਦੀ ਆ, ਉੱਥੇ ਆਹ ਵਾਲੀ ਲੈਂਗੁਏਜ ਬੋਲੀ ਜਾਂਦੀ ਆ, ਉੱਥੇ ਆਹ ਉਹਨਾਂ ਦਾ ਕਲਚਰ ਆ। ਆਪਾਂ ਨੂੰ ਨੌਲੇਜ ਜ਼ਰੂਰ ਦੇਈਏ ਤਾਂ ਕਿ ਬੱਚੇ ਨੂੰ ਹਰ ਚੀਜ਼ ਦੀ ਵੈਲਿਊ ਔਰ ਇੰਪੋਰਟੈਂਸ ਪਤਾ ਲੱਗ ਸਕੇ। ਲਾਸਟ ਆਪਾਂ ਪੇਜ ਕਰ ਰਹੇ ਆ ਜਿਹਦੇ ਚ ਹੈਗਾ ਨੈਸ਼ਨਲ ਕਰਿਕੂਲਮ ਫਰੇਮਵਰਕ ਫॉर ਸਕੂਲਸ ਐਜੂਕੇਸ਼ਨ। ਇਹ ਹੈਗਾ NCFSC ਐਂਡ ਟੈਕਸਟ ਬੁੱਕ। ਉਹ ਕਹਿੰਦਾ ਜਿਹੜਾ ਨੈਸ਼ਨਲ ਕਰਿਕੂਲਮ ਜਿਹੜਾ ਹੈਗਾ ਉਹਦਾ ਫਰੇਮਵਰਕ ਕਿੱਦਾਂ ਕਰਨਾ ਔਰ ਉਹਦੀਆਂ ਟੈਕਸਟ ਬੁੱਕਸ ਜਿਹੜੀਆਂ ਹੈਗੀਆਂ ਉਹ ਕਿੱਦਾਂ ਹੋਣਗੀਆਂ। ਜਿਹੜੀ ਨਵੀਂ ਐਜੂਕੇਸ਼ਨ ਪਾਲਿਸੀ ਆ, NCERT ਨੇ ਜਿਹੜੀਆਂ ਇਹਨਾਂ ਦੀ ਬੁੱਕਸ ਹੈਗੀਆਂ ਉਹ ਸਾਰੇ ਉਸੇ ਜਿਹੜੀ ਨਵੀਂ ਐਜੂਕੇਸ਼ਨ ਪਾਲਿਸੀ ਆ ਉਹੀ ਪ੍ਰਿੰਸੀਪਲ ਦੇ ਬੇਸਡ ਉਹਨਾਂ ਨੇ ਸਾਰੀਆਂ ਬੁੱਕਸ ਜਿਹੜੀਆਂ ਨੇ ਹੁਣ ਉਹਨਾਂ 'ਚ ਅਮੈਂਡਮੈਂਟਸ ਹੋ ਜਾਊਗੀ, ਰੀਜਨਲ ਲੈਂਗੁਏਜਿਸ 'ਚ ਹੋਣਗੀਆਂ। ਜਿਹੜੀਆਂ ਸਾਰੀਆਂ ਟੈਕਸਟ ਬੁੱਕਸ ਨੇ ਉਹਨਾਂ ਦਾ ਮੇਨ ਏਮ ਕੀ ਹੋਊਗਾ, ਟੂ essential core material and deemed important on a national level but at the same time contain any desired
nuances and supplementary material as per the local context and need. अपने local area ਦੀ ਕੀ need ਆ ਆਪਾਂ ਉਹਦੇ according ਉਹ ਚੀਜ਼ਾਂ ਨੂੰ ਥੋੜਾ ਜਿਹਾ mold ਕਰਕੇ ਆਪਾਂ ਉਹਨਾਂ ਨੂੰ local language ਵਿੱਚ ਕਰਵਾ ਸਕੀਏ। Where possible, schools and teachers will also have choices in the textbooks. ਉਹ ਕਹਿੰਦੇ teachers ਲਈ schools ਲਈ ਵੀ ਬਹੁਤ ਜ਼ਿਆਦਾ choices ਹੈਗੀਆਂ textbooks ਦੀਆਂ, and they employ from among a set of textbooks that contain the requisite national and local material ਜਿਹੜਾ ਹੋਣਾ ਚਾਹੀਦਾ ਆਪਾਂ ਉਹੀ prefer ਕਰੀਏ ਤਾਂ ਕਿ ਬੱਚਿਆਂ ਦੀ ਅੱਛੀ learning ਹੋ ਸਕੇ ਔਰ ਬੱਚੇ ਇੱਕ as a human being ਬਹੁਤ ਅੱਛੇ हेल्दी लिंब हो सकन सोसाइटी का ताकि बच्चे की अच्छी ग्रोथ होवे और आपां प्राउड फील करिए कि अपने बच्चे स्कूलों च पढ़े ने और अपने बच्चे बैटर कर रहे हैं। आपां नूं एटलीस्ट फाइनली ये तो होवे कि साडा बच्चा उन्ने क जोगा हो गया कि अपने आप नूं अपनी जिंदगी अपनी फैमिली नूं अच्छे तरीके नाल सर्वाइव कर सके। ये सारा अपना करिकुलम आ। एग्जाम्स मैं तुहानूं पहला ही सारे दस चुकी हाँ। अगली जिहड़ी अपनी स्लाइड हैगी आ असैसमेंट कदों होएगी बच्चों की। असैसमेंट मेन बेसिकली जिहड़ी हैगी आ टेस्ट कोर जिहड़ा हैगा कंसैप्ट बच्चों का क्लीयर होना चाहिए। मूव अवे फ्रॉम द रोड लर्निंग। वो कहते बच्चों को रट्टा लगाने तो टेस्ट पास आउट करन तो क्लास पास आउट करन नालों बजाय आपां बच्चों को कंसैप्ट जिहड़ा उन्हां दा टेस्ट का मेन कोर आ कंसैप्चुअल लर्निंग दईए, कंसैप्चुअल अंडरस्टैंडिंग होवे ताकि बच्चे ने एक बार कंसैप्ट क्लीयर किया बच्चे को कदे भी ना भुले। then conduct assessment जिहड़ी है conduct assessment for all schools। गवर्नमेंट दे जिहड़े प्राइवेट आ सारियां दी जिहड़ी assessment conduct होनी है कदों होनी है ग्रेड 3rd दे विच 5th दे विच 8th 10th और 12th दे विच। स्टूडेंट्स जिहड़े हैगे आ उन्हां नूं अच्छे ओवरऑल उन्हां दी डेवलपमेंट होनी चाहिए। जिहड़ा बच्चों का कॉन्टीन्यूस जिहड़ा डेटा हैगा हर एक देखो हुण एग्जाम ग्रेड 3rd दे विच हो रहा लेकिन ये नहीं कि आपां बाकी विच वाले 5 साल कुछ नहीं करांगे। आपां बच्चों का जिहड़ा पर्टिकुलर कॉन्टीन्यूस उन्हां दी रिपोर्ट हैगी है प्रोग्रेस रिपोर्ट हैगी आ उहनूं मॉनिटर करते रहांगे। उन्हां दी की पहला की प्रॉब्लम सीगी और कितनी इंप्रूवमेंट हुई है कितने टाइम बाद हुई है किहड़ी स्ट्रैटेजी लगाई टीचर ने किहड़ा मैथडोलॉजी अडॉप्ट किया जिहदे नाल बच्चे दी इंप्रूवमेंट हुई है। वो सारे एरियाज ते आपां वर्क करिए ताकि जिहड़ा ये लर्निंग प्रोसैस हैगा टीचिंग लर्निंग प्रोसैस हैगा इहनूं आपां 100%ली आपां इहनूं सक्सैसफुली अचीव करिए और बच्चों का अच्छा फ्यूचर होवे। इन्ने नाल ही सारा टॉपिक खत्म हो जाता। इस रिलेटेड जिहड़ी भी वीडियो हैगी ये भी तुहानूं दे दिंदे आ जो आपां नूं गवर्नमेंट वालों CBSE वालों दित्तियां होईयां सारियां इन्हां दीयां एजुकेशन पॉलिसीज़ दी सारी पिक्चर स्लाइड्स हैगियां ने वो भी जे शेयर करनियां होईयां तां मैं ग्रुप विच शेयर कर दिंदी हां क्योंकि उहदे विच टीचर्स दा भी दित्ता होया रोल स्कूल दा भी दित्ता होया लेकिन जो आपां हुण डिस्कस किया वो जस्ट स्टूडेंट नहीं सीगा। आपां स्टूडेंट नूं फोकस करना तुसीं बीइंग पेरेंट तुहानूं पता होना चाहिए कि साडे बच्चे लई की हो रहा वो आपां डिस्कस कर चुके हैं। किसी नूं कोई भी प्रॉब्लम होवे तां किसी टाइम तुसीं आके स्कूल डिस्कस कर सकते हो। थैंक यू वेरी मच। Thank you. कितने से And we can leave. Sir, we can leave.